ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਪਿੰਡ ਮੂਐ ਜਿਉ ਕਿਹ ਘਰ ਜਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਹਰ ਰੋਜ਼ ਅੰਮ੍ਰਿਤ ਵੇਲੇ ਜੁੜਦੇ ਹੋ, ਸਤਿਗੁਰਾਂ ਦੀ ਰਹਿਮਤ, ਸਤਿਗੁਰਾਂ ਦੀ ਮਿਹਰਬਾਨੀ, ਸਤਿਗੁਰਾਂ ਦੀ ਕਿਰਪਾ ਹੀ ਜਾਣਨੀ ਚਾਹੀਏ। ਅੰਮ੍ਰਿਤ ਵੇਲਾ ਬਖਸ਼ਿਆ, ਅੰਮ੍ਰਿਤ ਕਥਾ ਬਖਸ਼ੀ ਹੈ, ਗੁਰਬਾਣੀ ਦਾ ਨਿਤਨੇਮ ਬਖਸ਼ਿਆ, ਆਪਣਾ ਅੰਮ੍ਰਿਤ ਬਖਸ਼ਿਆ, ਰਹਿਤ ਵਹਿਤ ਬਖਸ਼ੀ ਹੈ। ਸਤਿਗੁਰਾਂ ਦਾ ਰੋਮ ਰੋਮ ਕਰਕੇ ਹੀ ਧੰਨਵਾਦ ਕਰਨਾ ਬਣਦਾ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਚਲਦੀ ਹੋਈ ਲੜੀਵਾਰ ਕਥਾ ਦੀ ਵਿਚਾਰ ਗੌੜੀ ਰਾਗ ਦੀ ਭਗਤ ਬਾਣੀ ਦੇ ਵਿੱਚ ਹੈ। ਜਿਸ ਪ੍ਰਕਾਰ ਕਬੀਰ ਸਾਹਿਬ ਜੀ ਅੰਮ੍ਰਿਤ ਬਚਨ ਕਰਦੇ ਨੇ, ਸੁਣੋ ਜੀ। ਗੌੜੀ ਕਬੀਰ ਜੀ। ਗੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਪਿੰਡ ਮੂਐ ਜਿਉ ਕਿਹ ਘਰ ਜਾਤਾ। ਕਬੀਰ ਸਾਹਿਬ ਜੀ ਦੇ ਕੋਲ ਇੱਕ ਵਿਦਵਾਨ ਆਇਆ। ਉਹ ਆ ਕੇ ਕਹਿਣ ਲੱਗਾ, ਜੀ ਮੈਨੂੰ ਇਹ ਦੱਸੋ, ਮੇਰਾ ਪ੍ਰਸ਼ਨ ਹੈ ਕਿ ਜਦੋਂ ਸਰੀਰ ਮਰ ਜਾਂਦਾ ਹੈ, ਜਿਹੜਾ ਜੀਵ ਆਤਮਾ ਹੈ, ਫਿਰ ਇਹ ਕਿਸ ਘਰ ਵਿੱਚ ਚਲਾ ਜਾਂਦਾ ਹੈ? ਕਬੀਰ ਸਾਹਿਬ ਜੀ ਨੇ ਪਹਿਲਾਂ ਉਹਦਾ ਕੀਤਾ ਹੋਇਆ ਪ੍ਰਸ਼ਨ ਹੀ ਆਪਣੀ ਅੰਮ੍ਰਿਤ ਵਚਨਾਂ ਦੇ ਵਿੱਚ ਲਿਖ ਦਿੱਤਾ ਹੈ। ਇਹ ਉਹਦਾ ਪ੍ਰਸ਼ਨ ਹੈ ਕਿ ਪਿੰਡ ਮੂਐ, ਬੋਲੋ ਜੀ ਦੁਬਾਰੇ। ਪਿੰਡ ਮੂਐ ਜਿਉ ਕਿਹ ਘਰ ਜਾਤਾ। ਜਦੋਂ ਪਿੰਡ ਸਰੀਰ ਮੂਏ ਮਰ ਜਾਂਦਾ ਹੈ ਤਾਂ ਜੀਉ ਜੀਵ ਆਤਮਾ ਕਿਸ ਘਰ ਦੇ ਵਿੱਚ ਜਾਤਾ ਜਾਂਦਾ ਹੈ? ਤਾਂ ਕਬੀਰ ਸਾਹਿਬ ਜੀ ਫਿਰ ਪ੍ਰਸ਼ਨ ਦੇ ਉੱਤੇ ਪ੍ਰਸ਼ਨ ਕਰਦੇ ਨੇ। ਜਿਹੜਾ ਪ੍ਰਸ਼ਨ ਦਾ ਕੀਤਾ ਹੋਇਆ ਸੀ ਨੇ, ਜੋ ਪੁੱਛਿਆ ਸੀ ਉਹਨੇ ਪ੍ਰਸ਼ਨ, ਤੇ ਕਬੀਰ ਸਾਹਿਬ ਜੀ ਕਹਿੰਦੇ ਵੀ ਤੁਸੀਂ ਗਿਆਨੀ ਬਾਰੇ ਪੁੱਛਦੇ ਹੋ ਜਾਂ ਅਗਿਆਨੀ ਬਾਰੇ ਪੁੱਛਦੇ ਹੋ? ਵੀ ਗਿਆਨੀ ਦਾ ਸਰੀਰ ਸ਼ਾਂਤ ਹੋਣ ਤੋਂ ਉਹਦਾ ਜੀਵਾਤਮਾ ਕਿੱਥੇ ਜਾਂਦਾ, ਤੇ ਜਾਂ ਅਗਿਆਨੀ ਬਾਰੇ ਪੁੱਛਦੇ ਹੋ? ਇੱਕ ਤਾਂ ਇਹ ਦੱਸੋ, ਤੁਸੀਂ ਪੁੰਨੀ ਬਾਰੇ ਪੁੱਛਦੇ ਹੋ ਜਾਂ ਪਾਪੀਆਂ ਬਾਰੇ ਪੁੱਛਦੇ ਹੋ? ਜਿਹੜਾ ਪੁੰਨੀ ਹੈ ਉਹ ਵੀ ਦੋ ਤਰ੍ਹਾਂ ਦਾ, ਇੱਕ ਸਮਾਨ ਪੁੰਨੀ ਹੈ, ਦੂਜਾ ਜਿਹੜੇ ਨਿਖਿੱਧ ਪੁੰਨੀ ਹੈ। ਪਾਪੀ ਵੀ ਦੋ ਤਰ੍ਹਾਂ ਦਾ, ਇੱਕ ਆਮ ਪਾਪੀ ਹੈ, ਇੱਕ ਘੋਰ ਪਾਪੀ ਹੈ। ਤੁਸੀਂ ਕਿਹਦੀ ਬਾਤ ਪੁੱਛਦੇ ਹੋ? ਉਹਨੇ ਕਿਹਾ, ਜੀ ਸਾਰਿਆਂ ਵਾਸਤੇ ਸਮੁੱਚੇ ਹੀ ਉੱਤਰ ਦੇ ਦਿਓ। ਤਾਂ ਵੀ ਕਬੀਰ ਸਾਹਿਬ ਜੀ ਅੱਗੇ ਕਹਿੰਦੇ ਹਨ, ਸ਼ਬਦ ਅਤੀਤ ਅਨਾਹਦ ਰਾਤਾ। ਤੇ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਨਾਮ ਹੈ ਉਪਦੇਸ਼ ਦਾ, ਗੁਰੂ ਦੇ ਉਪਦੇਸ਼ ਤੋਂ ਅਤੀਤ ਬਾਹਰ ਰਹਿੰਦੇ ਨੇ। ਭਾਵ ਕੀ ਹੈ, ਮਰਨ ਲੱਗਿਆਂ ਵੀ ਸਿਮਰਨ ਨਹੀਂ ਕਰਦੇ। ਉਹਨਾਂ ਦਾ ਜੀਵ ਆਤਮਾ ਜਿਹੜਾ ਸਰੀਰ ਤਿਆਗਣ ਤੋਂ ਬਾਅਦ ਉਹ ਅਨਾਹਦ, ਹੱਦ ਤੋਂ ਰਹਿਤ ਸੰਸਾਰ ਹੈ। ਇਹਦਾ ਵੀ ਕੋਈ ਹੱਦ ਬੰਦਾ ਨਹੀਂ ਹੈ। ਇਹਦੇ ਚ ਰਾਤਾਂ ਰੰਗੇ ਹੋਏ ਨੇ, ਪਦਾਰਥਾਂ ਦੇ ਵਿੱਚ ਮਨ ਖਿੰਡਿਆ ਹੋਇਆ ਹੈ। ਉਹ ਫਿਰ ਅਨੇਕਾਂ ਜੂਨਾਂ ਵਿੱਚ ਭਰਮਦੇ ਰਹਿੰਦੇ ਹੈ। ਜਿਹੜੇ ਦੁਨੀਆ ਦੇ ਸ਼ਬਦ ਬੋਲ ਚਾਲ ਤੇ ਇਹਨਾਂ ਵੱਲੋਂ ਅਤੀਤ ਅਸੰਗ ਹੋ ਗਏ ਨੇ, ਉਹ ਅਨਾਹਦ ਨਾਮ ਹੈ, ਹੱਦ ਤੋਂ ਰਹਿਤ ਪਰਮੇਸ਼ਰ ਦੇ ਪ੍ਰੇਮ ਵਿੱਚ ਰਾਤਾਂ ਰੰਗੇ ਜਾਂਦੇ ਨੇ। ਇਸ ਕਰਕੇ ਦੋਨਾਂ ਦਾ, ਰਸਤਿਆਂ ਦਾ ਅਲੱਗ-ਅਲੱਗ ਇਹਨਾਂ ਦੀ ਕਬੀਰ ਸਾਹਿਬ ਜੀ ਕਹਿੰਦੇ ਹੈ। ਦੋਨਾਂ ਦਾ ਇੱਕੋ ਰਸਤਾ ਹੋਈ ਹੈ, ਅਲੱਗ-ਅਲੱਗ ਹੈ। ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਇਹ ਰਸਤੇ ਦਾ ਵੀ ਕੋਈ ਜੋੜ ਨਹੀਂ ਹੈ। ਅੱਗੇ ਦੱਸਦੇ ਨੇ, ਜਿਨ ਰਾਮ ਜਾਣਿਆ ਤਿਨਹਿ ਪਛਾਨਿਆ। ਇਹ ਭਾਈ ਪ੍ਰਸ਼ਨ ਕਰਨ ਵਾਲੇ ਪੰਡਤ ਜੀ, ਜਿਨ੍ਹਾਂ ਨੇ ਗੁਰਾਂ ਦੁਆਰਾ ਰਾਮ ਰਮੇ ਹੋਏ ਪਰਮੇਸ਼ਰ ਨੂੰ ਆਪਣਾ ਆਤਮਾ ਕਰਕੇ ਜਾਣਿਆ, ਜਾਣ ਲਿਆ, ਉਹਨਾਂ ਨੇ ਹੀ ਇਸ ਅਵਸਥਾ ਨੂੰ, ਤੇ ਪਛਾਣਨ ਤੋਂ ਭਾਵ ਹੈ ਪਛਾਣਿਆ, ਪਛਾਣ ਲਿਆ, ਸਮਝ ਲਿਆ ਇਸ ਅਵਸਥਾ ਨੂੰ। ਇਸ ਅਵਸਥਾ ਦੇ ਮਾਲਕ ਬਣ ਗਏ। ਜਿਉ ਗੂੰਗੇ ਸਾਕਰ ਮਨ ਮਾਨਿਆ। ਪਰ ਇਹ ਕਥਨ ਨਹੀਂ ਕੀਤਾ ਜਾ ਸਕਦਾ। ਉਹਦਾ ਪ੍ਰਮਾਣ ਦਿੰਦੇ ਨੇ, ਜਿਉਂ ਜਿਸ ਪ੍ਰਕਾਰ ਗੂੰਗਾ ਬੰਦਾ ਜਿਹੜਾ ਜਿਹਦੇ ਕੋਲ ਜ਼ਬਾਨ ਨਹੀਂ ਹੈ, ਉਸ ਪੁਰਸ਼ ਨੂੰ ਕਿਤੇ ਮਿੱਠਾ ਖਿਲਾ ਦਈਏ, ਗੁੜ ਖਿਲਾ ਦਿਓ, ਸ਼ੱਕਰ ਖਿਲਾ ਦਿਓ, ਦੋਨੇ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ। ਇੱਥੇ ਸਾਕਰ ਸ਼ੱਕਰ ਤੋਂ
ਭਾਵ ਹੈ। ਉਹਨੂੰ ਖਿਲਾ ਦਈਏ, ਫਿਰ ਉਹਨੂੰ ਪੁੱਛੀਏ ਵੀ ਦੱਸ ਕਿੰਨਾ ਕੁ ਸਵਾਦ ਆਇਆ ਤੈਨੂੰ ਸ਼ੱਕਰ ਦਾ, ਤੇ ਉਹ ਫਿਰ ਦੱਸ ਨਹੀਂ ਸਕਦਾ। ਮਨ ਉਹਦਾ ਮੰਨਿਆ ਖੁਸ਼ ਹੈ, ਪਰ ਉਹਦੇ ਕੋਲ ਉਹਦੀ ਵਿਆਖਿਆ ਨਹੀਂ ਹੈ, ਬੋਲ ਨਹੀਂ ਸਕਦਾ ਕਿਉਂਕਿ ਜ਼ੁਬਾਨ ਨਹੀਂ ਹੈ। ਉਹ ਹੱਸਦਾ ਨਜ਼ਰ ਆਏਗਾ, ਚਿਹਰਾ ਖਿੜਿਆ ਹੋਇਆ ਦਿਸੇਗਾ, ਉਹ ਫਿਰ ਇੱਥੋਂ ਅਨੁਮਾਨ ਲੱਗਦਾ ਵੀ ਇਹਨੂੰ ਮਿੱਠੇ ਦਾ ਆਨੰਦ ਬਹੁਤ ਆਇਆ ਹੈ। ਇਸੇ ਪ੍ਰਕਾਰ ਜਿਨ੍ਹਾਂ ਨੂੰ ਪਰਮੇਸ਼ਰ ਦੀ ਭਗਤੀ ਰੂਪ ਸ਼ੱਕਰ ਖਾ ਕੇ ਆਨੰਦ ਆ ਗਿਆ ਹੈ, ਉਹ ਬੋਲ ਕੇ ਨਹੀਂ ਦੱਸ ਸਕਦੇ। ਜਿਵੇਂ ਭਗਤ ਭੀਖਣ ਜੀ ਨੇ ਉਚਾਰਨ ਕੀਤਾ, ਹਰ ਗੁਣ ਕਹਤੇ ਕਹਿਨ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਤੇ ਜਾਂ ਫਿਰ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਉਹ ਕਥਨ ਨਹੀਂ ਕੀਤਾ ਜਾ ਸਕਦਾ ਹੈ। ਐਸਾ ਗਿਆਨ ਕਥਾ ਬਨਵਾਰੇ, ਹੇ ਭਾਈ ਐਸਾ ਅਜਿਹਾ ਇਹੋ ਜਿਹਾ ਗਿਆਨ ਜਿਹੜਾ ਬੋਧ ਹੈ, ਉਹ ਬਨਵਾਰੀ ਭਗਵਾਨ ਕ੍ਰਿਸ਼ਨ ਜੀ ਨੇ ਕਥਨ ਕੀਤਾ ਅਰਜਨ ਦੇ ਤਾਈਂ। ਗੀਤਾ ਦੇ ਵਿੱਚ ਸਾਰਾ ਇਹ ਪ੍ਰਸੰਗ ਆਉਂਦਾ ਹੈ। ਉਹਨਾਂ ਨੇ ਕਥਨ ਕਰਦੇ ਨੇ। ਉਹ ਕੀ ਕਥਨ ਕਰਦੇ ਨੇ? ਜਦੋਂ ਅਰਜਨ ਨੇ ਪੁੱਛਿਆ ਸੀ ਕਿ ਮਹਾਰਾਜ ਐਸਾ ਆਨੰਦ ਕਦੋਂ ਪ੍ਰਾਪਤ ਹੁੰਦਾ ਹੈ, ਤਾਂ ਕ੍ਰਿਸ਼ਨ ਜੀ ਨੇ ਹਠ ਯੋਗ ਦੁਆਰਾ ਦੱਸਿਆ ਸੀ, ਤੇ ਉਹ ਪ੍ਰਕਿਰਿਆ ਦੱਸਦੇ ਹਨ। ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ, ਮਨ ਰੇ ਹੇ ਮਨ ਦੇ ਪਿਆਰੇ ਅਰਜਨ, ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ, ਤੂੰ ਫਿਰ ਪਵਨ ਸਵਾਸਾਂ ਨੂੰ, ਸੁਖਮ ਨਾਰੀ, ਨਾਰੀ ਦਾ ਅਰਥ ਹੈ ਨਾੜੀ, ਉਹਦੇ ਵਿੱਚ ਦ੍ਰਿੜ ਰੋਕਣਾ ਕਰ। ਕਹਿੰਦੇ ਹੇ ਭਗਵਾਨ ਚੰਗੀ ਤਰ੍ਹਾਂ ਖੋਲ ਕੇ ਦੱਸੋ ਵੀ ਕਿਵੇਂ ਪ੍ਰਾਣਾਂ ਨੂੰ ਚੜਾਵਾਂ। ਅਰਜਨ ਨੇ ਸਵਾਲ ਕੀਤਾ। ਇਹ ਸੁਣ ਕੇ ਭਗਵਾਨ ਜੀ ਨੇ ਕਿਹਾ ਸੀ, ਜਿਹੜੀ ਈੜਾ ਨਾਂ ਦੀ ਖੱਬੀ ਸੁਰ ਹੈ ਅਤੇ ਪਿੰਗਲਾ ਨਾਂ ਦੀ ਸੱਜੀ ਸੁਰ ਹੈ। ਖੱਬੀ ਸੁਰ ਜਿਹੜੀ ਹੈ ਈੜਾ, ਇਹ ਚੰਦਰਮਾ ਦੀ ਸੁਰ ਹੈ। ਜਿਹੜੀ ਸੱਜੀ ਸੁਰ ਹੈ ਇਹ ਸੂਰਜ ਦੀ ਸੁਰ ਹੈ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈਂ ਇਕਠਾਈ, ਬੇਣੀ ਸੰਗਮ ਤਹਾਂ ਪਿਰਾਗ ਮਨ ਮੱਜਨ ਕਰੈ ਤਿਥਾਈ। ਇਸ ਕਰਕੇ ਵੀ ਤੂੰ ਇਹਨਾਂ ਚੰਦਰਮਾ ਦੀ ਨਾੜੀ ਦੁਆਰਾ, ਸੂਰਜ ਦੀ ਨਾੜੀ ਦੁਆਰਾ, ਇਹ ਜਿਹੜੀਆਂ ਦੋਨੇ ਸੁਰਾਂ, ਜੇ ਤਾਂ ਗਰਮੀ ਵਧੀ ਹੋਵੇ ਜੋਗੀ ਨੂੰ, ਉਹ ਚੰਦਰਮਾ ਦੀ ਸੁਰ ਦੁਆਰਾ ਪ੍ਰਾਣ ਚੜਾਉਂਦੇ ਆ। ਜਦੋਂ ਠੰਡ ਵੱਧ ਜਾਵੇ ਉਦੋਂ ਸੂਰਜ ਦੀ ਸੁਰ ਦੁਆਰਾ ਪ੍ਰਾਣ ਚੜਾਉਂਦੇ ਨੇ। ਤੀਜੀ ਹੈਗੀ ਸੁਖਮਨਾ ਨਾੜੀ। ਵੈਸੇ 10 ਨਾੜੀਆਂ ਨੇ, ਇਹਨਾਂ ਦੇ ਵਿੱਚ ਜਿਹੜੀਆਂ ਯੋਗ ਅਭਿਆਸ ਦੇ ਕੰਮ ਆਉਂਦੀਆਂ ਨੇ, ਉਹਦੇ ਵਿੱਚ 3 ਇਹ ਮੁੱਖ ਨੇ, ਈੜਾ, ਪਿੰਗਲਾ ਤੇ ਸੁਖਮਨਾ। ਸੁਖਮਨਾ ਦੋਨਾਂ ਦੇ ਸੰਧ ਵਿੱਚ ਹੈ, ਦੋਨਾਂ ਦਾ ਮਿਲਾਪ ਉਹਦੇ ਨਾਲ ਹੁੰਦਾ ਹੈ। ਤੇ ਇਸ ਕਰਕੇ ਫਿਰ ਇਹਨੂੰ ਜਦੋਂ ਪ੍ਰਾਣ ਚੜਾ ਕੇ ਸੁਖਮਨਾ ਨਾੜੀ ਦੇ ਵਿੱਚ ਉਹ ਸੁਵਾਸਾਂ ਨੂੰ ਦ੍ਰਿੜ ਕਰਕੇ 10ਵੇਂ ਦੁਆਰ ਦੇ ਆਨੰਦ ਨੂੰ ਮੰਨਣਾ ਕਰ, ਇਹ ਕਿਹਾ ਸੀ। ਮਨ ਦੇ ਪਵਨ ਦ੍ਰਿੜ ਸੁਖਮਨ ਨਾਰੀ, ਇਹਨੂੰ ਆਨੰਦ ਮੰਨਣਾ ਕਰ। ਤੇ ਇਸੇ ਪ੍ਰਕਾਰ ਜੇ ਐਸਾ ਗਿਆਨ ਕਥਾ ਬਨਵਾਰੇ, ਇਹੋ ਜਿਹਾ ਜਿਹੜਾ ਗਿਆਨ ਹੈ, ਉਹ ਕਹਿੰਦੇ ਸੰਸਾਰ, ਬਨਵਾਰੀ ਦਾ ਅਰਥ ਸੰਸਾਰ ਬਾਗ ਦਾ ਜਿਹੜਾ ਮਾਲੀ ਹੈ, ਸੰਸਾਰ ਬਣ ਹੈ, ਇਹਦਾ ਜਿਹੜਾ ਮਾਲੀ ਕੌਣ ਹੈ? ਪਰਮੇਸ਼ਵਰ ਵਾਹਿਗੁਰੂ ਹੈ। ਤੇ ਉਸ ਨੇ ਵੇਦਾਂ ਸ਼ਾਸਤਰਾਂ ਦੁਆਰਾ ਐਸਾ ਅਜਿਹਾ ਗਿਆਨ ਕਥਨ ਕੀਤਾ ਹੈ, ਕਿਹੜਾ ਕਿ ਜਿਹੜੀ ਪਵਨ ਵਾਸਨਾ ਮਨ ਨੂੰ ਚੰਚਲ ਕਰਨ ਵਾਲੀ ਹੈ। ਤੇ ਇਹ ਗਿਆਨ ਜਿਹੜਾ ਸੰਸਾਰ ਦਾ ਮਾਲਕ ਕੌਣ ਹੈ? ਪਰਮੇਸ਼ਰ ਆਪ। ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ, ਲਿਖਿਆ ਨਾ ਭਾਈ ਗੁਰਦਾਸ ਸਾਹਿਬ ਨੇ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਬਨਵਾਰੀ ਲਿਖਿਆ ਵੀ ਕੌਣ ਹੈ ਬਨਵਾਰੀ? ਗੁਰੂ ਨਾਨਕ ਸਾਹਿਬ। ਕਬੀਰ ਸਾਹਿਬ ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਨੇ ਵੀ ਐਸਾ ਕਥਨ ਕੀਤਾ ਹੈ। ਕੀ ਕਥਨ ਕੀਤਾ ਹੈ? ਸੰਸਾਰ ਬਲ ਦਾ ਮਾਲਕ ਜਿਹੜਾ ਬਨਵਾਰੀ ਗੁਰੂ ਨਾਨਕ ਸਾਹਿਬ ਹੈ, ਤੇ ਪਵਨ ਵਾਸਨਾ ਜਿਹੜੀ ਹੈ ਇਹ ਪਾਉਣ ਦੀ ਨਿਆਈ ਸਮਝੋ, ਮਨ ਨੂੰ ਚੰਚਲ ਕਰਨ ਵਾਲੀ ਹੈ। ਜਿਵੇਂ ਹਵਾ ਜਿਹੜੀ ਹੈ ਉਹ ਦਰਖਤਾਂ ਦੇ ਪੱਤੇ ਹਿਲਾਉਂਦੀ ਹੈ, ਇਸੇ ਤਰ੍ਹਾਂ ਜਿਹੜੀ ਵਾਸਨਾ ਸਾਡੇ ਮਨ ਨੂੰ ਹਿਲਾਉਂਦੀ ਹੈ। ਇਹਨਾਂ ਵਾਸਨਾਵਾਂ ਨੂੰ ਦ੍ਰਿੜ ਕਰ ਲੈ, ਰੋਕ ਲੈ। ਸੁਖਨ ਆਤਮ ਸੁਖ ਦੀ ਮਣੀ ਭਗਤੀ। ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ, ਤੇ ਇਉਂ ਫਿਰ ਜਿਹੜੀ ਪਵਨ ਵਾਸਨਾ ਮਨ ਨੂੰ ਚੰਚਲ ਕਰਨ ਵਾਲੀ ਹੈ, ਇਹਨਾਂ ਵਾਸਨਾਵਾਂ ਨੂੰ ਦ੍ਰਿੜ ਕਰ ਲੈ। ਭਾਵ ਕੀ ਹੈ? ਵੀ ਰੋਕ ਲੈ। ਸੁਖਮਨ ਆਤਮ ਸੁਖਾਂ ਦੀ
ਮਣੀ ਕੀ ਹੈ? ਭਗਤੀ। ਆਤਮ ਸੁੱਖਾਂ ਦੀ ਜਿਹੜੇ ਸੁੱਖ ਮਨ, ਤੇ ਇਸ ਤਰ੍ਹਾਂ ਸੁੱਖਾਂ ਦੀ ਮਣੀ ਦੀ ਤਰ੍ਹਾਂ ਇਹ ਜਿਹੜੀ ਭਗਤੀ ਹੈ ਉਹ ਹੈ ਨਾਰੀ ਇਸਤਰੀ ਪਦ ਸ਼ਬਦ ਹੈ, ਤੇ ਉਹ ਭਗਤੀ ਰੂਪ ਨਾਰੀ ਇਸਤਰੀ ਇਸ ਭਗਤੀ ਰੂਪੀ ਨਾੜੀ ਸੁਖਮਨਾ ਨਾੜੀ ਦੇ ਵਿੱਚ ਜੋੜ ਨਾ ਕਰ। ਇਹ ਸਭ ਗਿਆਨ ਭਗਤੀ ਆਦਿਕ ਗੁਰੂ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਹੋ ਸਕਦੀ ਹੈ। ਇਹ ਗੁਰਮਤ ਦਾ ਮਤ ਹੈ। ਇਹ ਅਰਥ ਗੁਰਮਤ ਅਨੁਸਾਰ ਜਾਣਨਾ, ਉਹ ਜੋਗ ਮਤ ਅਨੁਸਾਰ ਜਾਣਨਾ ਜੀ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ, ਸੋ ਗੁਰ ਕਰਹੁ ਜੇ ਬਹੁਰ ਨਾ ਕਰਨਾ। ਕਹਿੰਦੇ ਭਾਈ ਜੇ ਗੁਰੂ ਬਣਾਉਣਾ ਹੈ ਤਾਂ ਉਸੇ ਨੂੰ ਗੁਰੂ ਆਪਣਾ ਬਣਾਓ, ਧਾਰਨ ਕਰੋ। ਜਿਹੜਾ ਗੁਰੂ ਧਾਰਨ ਕਰਕੇ ਮੁੜ ਕੇ ਦੁਬਾਰਾ ਨਾ ਫਿਰ ਗੁਰੂ ਧਾਰਨ ਕਰਨਾ ਪਵੇ, ਤੇ ਅਜਿਹਾ ਗੁਰੂ ਨਾ ਧਾਰੋ ਜਿਹੜਾ ਇੱਕ ਮਰ ਗਿਆ ਤੇ ਫਿਰ ਦੁਬਾਰੇ ਹੋਰ ਗੁਰੂ ਧਾਰਨ ਕਰਨਾ ਪੈ ਗਿਆ। ਤੇ ਗੁਰੂ ਐਸਾ ਕਰੋ ਜਿਹੜਾ ਦੁਬਾਰੇ ਗੁਰੂ ਨਾ ਧਾਰਨ ਕਰਨਾ ਪਵੇ। ਗੁਰ ਨਾਮ ਪੂਜਨੀਕ ਦਾ ਹੈ, ਪੂਜਨੀਕ ਪਰਮੇਸ਼ਰ ਹੈ, ਉਹ ਚੇਤਨ ਬ੍ਰਹਮ ਹੈ। ਸੋ ਗੁਰ ਕਰੋ, ਉਹਨੂੰ ਆਪਣਾ ਗੁਰੂ ਕਰੋ। ਗੋ ਨਾਮ ਅਸਲ ਦੇ ਵਿੱਚ ਅੰਧਕਾਰ ਦਾ ਹੈ। ਗੋ ਨਾਮ ਅੰਧਕਾਰ ਦਾ, ਰੂ ਨਾਮ ਪ੍ਰਕਾਸ਼ ਦਾ। ਜਿਹੜਾ ਅਗਿਆਨਤਾ ਦੇ ਅੰਧੇਰੇ ਵਿੱਚ ਪ੍ਰਕਾਸ਼ ਕਰੇ, ਰੂ ਨਾਮ, ਸੰਸਕ੍ਰਿਤ ਦੇ ਰੂ ਨਾਮ ਪ੍ਰਕਾਸ਼ ਨੂੰ ਕਹਿੰਦੇ ਨੇ। ਉਹ ਅਗਿਆਨ ਦਾ ਨਾਸ਼ ਕਰ ਦੇਵੇ, ਉਹੀ ਗੁਰੂ ਹੈ। ਉਸ ਨੂੰ ਆਪਣਾ ਗੁਰੂ ਧਾਰਨ ਕਰੋ ਜਿਹੜਾ ਅਗਿਆਨ ਦਾ ਨਾਸ਼ ਕਰਨ ਵਾਲਾ ਹੈ। ਫਿਰ ਬਹੁਤ ਦੁਬਾਰੇ ਨਹੀਂ ਕਰਨਾ ਪਏਗਾ ਗੁਰੂ। ਸੋ ਪਦ ਰਵਹੁ ਜੇ ਬਹੁਰ ਨਾ ਰਵਨਾ। ਜਿਹੜਾ ਮੁੜ ਕੇ ਨਾ ਕਰਨਾ ਪਵੇ, ਜੂਨਾਂ ਵਿੱਚ ਨਾ ਆਉਣਾ ਪਵੇ। ਕਹਿੰਦੇ ਸੋ ਉਹ ਉਸ ਪਦ ਸ਼ਬਦ ਨੂੰ ਰਬਹੁ ਉਚਾਰਨ ਕਰੋ ਜਿਹੜਾ ਬਹੁਰ ਮੁੜ ਕੇ ਦੁਬਾਰਾ ਰਵਨਾ ਉਚਾਰਨਾ ਨਾ ਪਵੇ। ਮੁੜ ਕੇ ਹੋਰ ਕਿਸੇ ਦੇਵੀ ਦੇਵਤਿਆਂ ਦਾ ਨਾਮ ਉਚਾਰਨ ਦੀ ਲੋੜ ਹੀ ਨਾ ਪਵੇ। ਉਹ ਪਰਮਾਤਮਾ ਦਾ ਨਾਮ ਹੈ, ਉਹਨੂੰ ਉਚਾਰਨ ਕਰੋ। ਸੋ ਧਿਆਨ ਧਰਹੁ ਜੇ ਬਹੁਰ ਨਾ ਧਰਨਾ। ਉਹ ਧਿਆਨ ਕਰੋ, ਧਿਆਨ ਤਰੋ ਤਿਸਿ ਕੋ ਮਨ ਮੈਂ, ਤੇ ਉਹਦਾ ਧਿਆਨ ਤਰੋ ਜਾ ਕੰਮ ਤੋ ਸਵੇ ਜਗ ਛਾਇਓ। ਜਾਵੇ ਧਿਆਨੰ ਸਰਵਤਰ ਪੂਰਨ ਹੈ। ਉਹ ਵਿਆਪਕ ਸਰੂਪ ਦਾ ਧਿਆਨ ਚਿੰਤਨ ਖਿਆਲ ਕਰੋ। ਆਕਾਰਾਂ ਵਾਲਾ ਧਿਆਨ ਕਰੋਗੇ, ਆਕਾਰਾਂ 'ਚ ਰਹੋਗੇ। ਤੇ ਇਸ ਕਰਕੇ ਫੋਟੋਆਂ ਦੇ ਧਿਆਨ ਨਹੀਂ ਗੁਰਮਤਿ ਦੇ ਵਿੱਚ। ਫੋਟੋਆਂ ਲਾਉਣ ਦੀ ਮਨਾਹੀ ਨਹੀਂ ਹੈ, ਫੋਟੋਆਂ ਪੂਜਣ ਦੀ ਮਨਾਹੀ ਹੈ। ਸ਼ਬਦ ਦੀ ਪੂਜਾ ਧਾਰਨ ਕਰੋ, ਧਿਆਨ ਐਸਾ ਕਰੋ। ਇਕਾਗਰਤਾ ਰੂਪ ਬਿਰਤੀ ਨੂੰ ਧਿਆਨ ਕਹਿੰਦੇ ਨੇ। ਚਿੰਤਨ ਉਹਦਾ ਕਰੋ ਜੇ ਮੁੜ ਕੇ ਕਿਸੇ ਹੋਰ ਦਾ ਧਿਆਨ ਨਾ ਧਾਰਨਾ ਪਵੇ। ਐਸੇ ਮਰਹੁ ਜੇ ਬਹੁਰ ਨਾ ਮਰਨਾ। ਫਿਰ ਕਾਈ ਮਰਨ ਵਾਸਤੇ ਪਹਿਲਾਂ ਸਿੱਖ ਲੋ ਵੀ ਕਿਵੇਂ ਮਰਨਾ। ਅਣਜਾਣਪਣੇ 'ਚ ਮਰੋਗੇ, ਮੁੜ ਮੁੜ ਕੇ ਮਰਨਾ ਪਏਗਾ। ਜਿਹੜਾ ਬੱਚਾ ਫੇਲ ਹੋ ਜਾਵੇ ਦੁਬਾਰੇ ਫੇਰ ਉਹਨੂੰ ਪੜ੍ਹਾਈ ਕਰਨੀ ਪੈਂਦੀ। ਜਦੋਂ ਮਰਨਾ ਹੀ ਨਹੀਂ ਆਇਆ ਮੁੜ ਕੇ ਫਿਰ ਮਰਨਾ ਪਊ ਵਾਰ-ਵਾਰ। ਐਸੇ ਮਰੋ, ਇਹੋ ਜਿਹੀ ਮਰਨੀ ਮਰੋ ਕਿ ਜਿਹੜੇ ਕਰਕੇ ਮੁੜ ਕੇ ਦੁਬਾਰਾ ਮਰਨਾ ਹੀ ਨਾ ਪਵੇ। ਐਸੇ ਮਰੋ, ਇਸ ਪ੍ਰਕਾਰ ਮਰਨਾ ਕਰੋ ਜੇ ਮਰਨਾ ਹੈ। ਉਲਟੀ ਗੰਗਾ ਜਮਨ ਮਿਲਾਵੋ। ਇਹ ਪਾਠ ਭਾਈ ਜਮਨ ਇਕੱਠਾ ਪਾਠ ਹੈ, ਤੇ ਦੂਸਰਾ ਪਾਠ ਜਮ ਨਾ ਮਿਲਾਵੋ। ਇਹ ਅਰਥ ਦੇ ਵਿੱਚ ਦੂਸਰਾ ਪਾਠ ਬੋਲੇਗਾ। ਪਾਠ ਦੇ ਵਿੱਚ ਮੁੱਖ ਪਾਠ ਤੁਸੀਂ ਇਹੀ ਰੱਖਣਾ। ਉਲਟੀ ਗੰਗਾ, ਗੰਗਾ ਨੂੰ ਉਲਟੀ ਉਲਟਾ ਕੇ, ਜਿਵੇਂ ਉਲਟ ਕੇ ਗੰਗਾ ਜਿਹੜੀ ਹੈ ਜਮਨਾ ਦੇ ਵਿੱਚ ਮਿਲ ਜਾਂਦੀ ਹੈ, ਤੇ ਉਹ ਜਮਨਾ ਦੇ ਨਾਲ ਮਿਲਾਵੋ, ਮਿਲਾਉਣਾ ਕਰੋ। ਕੈਸੀ ਇਹ ਪ੍ਰਮਾਣ ਦਿੱਤਾ ਬਾਹਰ, ਕਿਉਂਕਿ ਗੰਗਾ ਜਿਹੜੀ ਹੈ ਜਮਨਾ ਦਾ ਮੇਲ ਹੁੰਦਾ ਹੈ, ਸੰਗਮ ਹੁੰਦਾ ਹੈ। ਗੋਦਾਵਰੀ, ਗੰਗਾ, ਜਮਨਾ, ਸਰਸਵਤੀ, ਇਹਨਾਂ ਤਿੰਨਾਂ ਦਾ ਸੰਗਮ ਇਲਾਹਾਬਾਦ ਦੇ ਵਿੱਚ ਉਸ ਥਾਂ ਤੇ ਹੁੰਦਾ। ਉਹਨੂੰ ਤ੍ਰਿਵੇਣੀ ਕਹਿੰਦੇ। ਕਹਿੰਦੇ ਉਲਟੀ ਗੰਗਾ ਜਮਨ ਮਿਲਾਵੋ। ਤੇ ਇਸ ਤਰ੍ਹਾਂ ਇਹਨੂੰ ਕਿਵੇਂ ਮਿਲਾਉਣਾ ਕਰੀਏ ਜੀ? ਐਸੀ ਅਵਸਥਾ ਕਰੋ, ਗੰਗਾ ਈੜਾ ਜਿਹੜੀ ਸੁਰ ਹੈ ਉਹਨੂੰ ਉਲਟਾ ਕੇ, ਜਿਹੜੀ ਸਵਾਸ ਉਹਦੇ ਵਿੱਚ ਖਿੱਚ ਕੇ, ਜਮਨ ਸੂਰਜ ਦੀ ਸੁਰ ਦੁਆਰਾ ਉਹਦੇ ਨਾਲ ਮਿਲਾਵੋ, ਮਿਲਾਉਣਾ ਕਰੋ। ਇਹ ਜੋਗ ਮਤ ਅਨੁਸਾਰ ਹੈ। ਤੇ ਫਿਰ ਕੀ ਹੋਏਗਾ ਦੱਸ ਦੇਣ। ਬਿਨ ਜਲ ਸੰਗਮ ਮਨ ਮਹਿ ਨਹਾਵੋ। ਕਹਿੰਦੇ ਭਾਈ ਤ੍ਰਿਵੇਣੀ ਦੇ ਉੱਤੇ ਤਾਂ ਇਸ਼ਨਾਨ ਸਰੀਰ ਦਾ ਹੀ ਹੁੰਦਾ। ਫਿਰ ਜਲ ਨਾਮ ਹੈ ਪਾਣੀ ਦਾ। ਪਾਣੀ ਆਦਿਕ ਦੇ ਸੰਗਮ ਮਿਲਾਪ ਤੋਂ ਬਗੈਰ ਹੀ ਜਿਹੜੀ ਤ੍ਰਿਵੇਣੀ ਦੇ ਵਿੱਚ ਇਸ਼ਨਾਨ ਕਰੂਗਾ ਮਨ, ਈੜਾ, ਪਿੰਗਲਾ ਤੇ ਸੁਖਮਨਾ ਦੇ ਵਿੱਚ ਮਨ ਨੂੰ ਅੰਦਰੋਂ ਬਿਰਤੀ ਟਿਕਾ ਕੇ
ਮਨ ਸ਼੍ਰੋਮਣੀ ਜਿਹੜਾ ਦਸਮ ਦੁਆਰ ਦੇ ਆਨੰਦ ਨੂੰ ਮਾਨਨ ਰੂਪ ਇਸ਼ਨਾਨ ਕਰੋ। ਇਹ ਹੈ ਅੰਤਰੀਵ ਇਸ਼ਨਾਨ, ਐਸੇ ਕਰੋ। ਇਸੇ ਪ੍ਰਕਾਰ ਜੀ ਉਲਟੀ ਗੰਗਾ ਜਮਨ ਮਿਲਾਵੋ। ਗੰਗਾ ਦੀ ਨਿਆਈ ਕੀ ਹੈ? ਗੁਰਮਤਿ ਅਨੁਸਾਰ ਜਿਹੜਾ ਅਰਥ, ਗੰਗਾ ਦੀ ਨਿਆਈ ਹੈ ਭਗਤੀ, ਤੇ ਭਗਤੀ ਵਾਲੀ ਬਿਰਤੀ ਸੰਸਾਰ ਵੱਲੋਂ ਉਲਟੀ ਉਲਟਾ ਕੇ ਤੇ ਜੰਮਣ ਮਰਨ ਤੋਂ ਰਹਿਤ ਪਰਮੇਸ਼ਰ ਹੈ, ਉਹਦੇ ਵਿੱਚ ਮਿਲਾਵੋ, ਮਿਲਾਉਣਾ ਕਰੋ, ਜੋੜਨੀ ਕਰੋ। ਉਲਟੀ ਗੰਗਾ ਜਮ ਨਾ ਮਿਲਾਵੋ। ਜਿੱਥੇ ਜਮਾ ਨਾ ਜਮ ਨਹੀਂ ਪਹੁੰਚ ਸਕਦਾ, ਨਾ ਨਹੀਂ ਪਹੁੰਚ ਸਕਦਾ ਜਮ, ਉਸ ਪਦਵੀ ਵਿੱਚ ਬਿਰਤੀ ਨੂੰ ਮਿਲਾਉਣਾ ਕਰੋ। ਅਤੇ ਪਦਾਰਥਾਂ ਰੂਪੀ ਅੱਗੇ ਦੱਸਦੇ ਨੇ ਬਿਨ ਜਲ ਸੰਗਮ ਮਨ ਮਹਿ ਨਾਵ। ਤੇ ਪਦਾਰਥਾਂ ਰੂਪੀ ਜਲ ਪਾਣੀ ਦੇ ਸੰਗਮ ਮਿਲਾਪ ਤੋਂ ਬਿਨਾਂ ਬਿਰਤੀ ਨੂੰ ਅੰਦਰ ਹੀ ਟਿਕਾ ਕੇ ਪ੍ਰਾਪਤ ਰੂਪੀ ਪਰਮੇਸ਼ਰ ਦੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰੋ, ਉਹਦੇ ਵਿੱਚ ਇਸ਼ਨਾਨ ਕਰੋ। ਲੋਚਾ ਸੰਸਰ ਇਹੋ ਵਿਵਹਾਰ। ਤੇ ਹੁਣ ਜੇਕਰ ਪਰਮੇਸ਼ਰ ਨੂੰ ਮਿਲਣ ਦੀ ਲੋਚਾ ਨਾਮ ਹੈ ਇੱਛਾ ਦਾ, ਜੇ ਇੱਛਾ ਹੈ ਤਾਂ ਫਿਰ ਇਹ ਸੰਸਾਰ ਦੇ ਵਿਵਹਾਰਾ, ਜਿਹੜੇ ਵਿਵਹਾਰ ਨਿਕੰਮਤਨ ਦੇ ਸੰਸਾਰ ਦੇ, ਜਾਂ ਫਿਰ ਕਿ ਉਸਤਤ ਨਿੰਦਿਆ ਆਦਿ ਜਿਹੜੀ ਬਿਰਤੀ ਨੂੰ ਇਸ ਤਰ੍ਹਾਂ ਦਾ ਇਹ ਵਿਹਾਰ ਹੈ, ਇਹਨੂੰ ਸੰਸਰ ਇੱਕ ਸਮਾਨ ਕਰ ਲਓ। ਲੋਕ ਨਿੰਦਿਆ ਕਰਨ ਚਾਹੇ ਉਸਤਤ ਕਰਨ, ਬਿਰਤੀ ਟਿਕਾ 'ਚ ਰਹੇ, ਸੰਸਰ ਨਾਮ ਬਰਾਬਰ ਦਾ ਹੈ। ਫਿਰ ਜਿਸ ਨੇ ਆਪਣੇ ਇਸ ਨੂੰ ਅੱਗੇ ਦੱਸਦੇ ਨੇ ਤਤ ਵਿਚਾਰ ਕਿਆ ਅਵਰ ਵਿਚਾਰਾ। ਜਿਸ ਨੇ ਤਤ ਸਰੂਪ ਦੀ ਵਿਚਾਰਨ ਦੇ ਲਈ ਤੇ ਉਹਨੂੰ ਵਿਚਾਰ ਕਰ ਲਈ ਹੈ, ਜਿਸ ਨੇ ਤਤ ਮਿਥਿਆ ਦਾ ਵਿਵੇਚਨ ਕਹਿੰਦੇ ਨੇ, ਸਤ ਨਿਰਤ ਬੂਝੈ ਜੇ ਕੋਏ, ਤਾਂ ਫਿਰ ਇਸ ਤੋਂ ਕਹਿੰਦੇ ਪਰੇ ਅਵਰ ਹੋਰ ਕਿਆ, ਕਿਹੜੀ ਵਿਚਾਰ ਹੈ ਫਿਰ ਹੋਰ, ਅਵਰ ਵਿਚਾਰ ਕਿਹੜੀ ਵਿਚਾਰ ਹੈ ਹੋਰ ਜਿਹੜੀ ਫਿਰ ਹੋਰ ਕਰੀ ਜਾਏ। ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਜਿਹਨੇ ਇਹ ਵਿਚਾਰ ਕਰ ਲਈ ਹੈ, ਕਹਿੰਦੇ ਹੋਰ ਕੋਈ ਲੋੜ ਹੀ ਨਹੀਂ ਇਹਦੀ ਕਿਸੇ ਵਿਚਾਰ ਦੀ। ਸਭ ਤੋਂ ਵੱਡੀ ਵਿਚਾਰ ਇਹੀ ਹੈ, ਕਿਆ ਅਵਰ ਵਿਚਾਰ, ਹੋਰ ਕਿਹੜੀਆਂ ਵਿਚਾਰਾਂ ਕਰਨੀਆਂ ਨੇ ਫਿਰ। ਆਪ ਤੇਜ ਵਾਯ ਪ੍ਰਿਥਵੀ ਆਕਾਸ਼ਾ। ਜੋਗੀ ਲੋਕ ਇਹਨਾਂ ਪੰਜਾਂ ਤੱਤਾਂ ਦੀ ਜਿਹੜੀ ਧਾਰਨਾ ਕਰਦੇ ਹੈ, ਇਹ ਥੋੜੇ ਜਿਹੇ ਔਖੇ ਅਰਥ ਹੈ ਕਿਉਂਕਿ ਭਗਤ ਬਾਣੀ ਹੈ। ਆਪ ਨਾਮ ਹੈ ਪਾਣੀ ਦਾ, ਤੇਜ ਨਾਮ ਹੈ ਅੱਗ ਦਾ, ਵਾਯ ਨਾਮ ਹੈ ਹਵਾ ਦਾ, ਪ੍ਰਿਥਵੀ ਦੀ ਨਾਮ ਹੈ ਧਰਤੀ ਦਾ, ਆਕਾਸ਼ਾ ਆਕਾਸ਼ ਦੀ। ਇਹਨਾਂ ਦੀ ਧਾਰਨਾ ਕਰਦੇ ਹੈ। ਉਹ ਕਿਵੇਂ ਕਰਦੇ ਹੈ? ਨਾਲੇ ਤਾਂ ਮੰਤਰ ਦਾ ਜਾਪ ਕਰਨਾ, ਫਿਰ ਉਹ ਗੋਡਿਆਂ ਤੱਕ ਧਰਤੀ ਦਾ ਧਿਆਨ ਧਰਦੇ ਹੈ। ਉਸ ਤੋਂ ਬਾਅਦ ਫਿਰ ਲੱਕ ਤੱਕ ਪਾਣੀ ਦੇ ਜਿਹੜਾ ਧਿਆਨ ਉਹ ਧਰਦੇ ਹੈ ਤੇ ਨਾਲੇ ਜਾਪ ਕਰਦੇ ਹੈ। ਧੁਨੀ ਨਾਭੀ ਤੱਕ ਫਿਰ ਸਾਹ ਜੀ ਅਗਨੀ ਦਾ, ਉਹਦਾ ਧਿਆਨ ਧਰਦੇ ਹੈ, ਤੇ ਕੰਠ ਤੱਕ ਹਵਾ ਦਾ, ਤੇ ਕੰਠ ਤੋਂ 10ਵੇਂ ਦੁਆਰ ਤੱਕ ਆਕਾਸ਼ ਦਾ ਧਿਆਨ ਧਰਦੇ। ਇਸ ਤਰ੍ਹਾਂ ਜੋਗੀਆਂ ਦੇ ਤਤ ਸਿੱਧ ਹੋ ਜਾਂਦੇ ਨੇ। ਇਹ ਤਤ ਸਿੱਧੀ ਸਾਧਨ ਹੈ, ਇਹਨੂੰ ਕਹਿੰਦੇ ਤਤ ਸਿੱਧੀ ਸਾਧਨ, ਯਾਨੀ ਤੱਤਾਂ ਦੀ ਸਾਧਨਾ ਯੋਗ ਮਤ ਦੇ ਵਿੱਚ ਐਸਾ ਕਰਦੇ ਆ। ਕਾਹਦੇ ਵਾਸਤੇ ਕਰਦੇ ਆ? ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ। ਉਹ ਫਿਰ ਐਸੀ ਸ਼ਕਤੀ ਹੋ ਜਾਂਦੀ ਹੈ ਕਿ ਧਰਤੀ ਦੇ ਵਿੱਚ ਤਾਂ ਜੇ ਕੋਈ ਦੱਬ ਦੇਵੇ, ਚਾਹੇ ਉਹਨੂੰ ਬਹੁਤ ਡੂੰਘੇ ਪਤਾਲ ਤੱਕ ਹੇਠਾਂ ਲਗਾ ਦੇ, ਜਿਵੇਂ ਧਰਤੀ ਦੇ ਵਿੱਚ ਪਾਣੀ ਹਾਂਡੇ ਤੱਕ ਧਰਤੀ ਪੱਟੀ ਹੁੰਦੀ ਹੈ, ਉਹ ਧਰਤੀ ਦੇ ਵਿੱਚ ਦੱਬਿਆ ਹੋਇਆ ਬਾਹਰ ਆਪਣੇ ਆਪ ਨਿਕਲ ਆਊਗਾ। ਸ਼ਕਤੀ ਉਹਦੇ 'ਚ ਇੰਨੀ ਹੋ ਜਾਂਦੀ ਹੈ। ਤੇ ਪਾਣੀ ਦੇ ਵਿੱਚ ਡੁੱਬਦਾ ਨਹੀਂ, ਜਿੰਨਾ ਮਰਜ਼ੀ ਡੂੰਘੇ ਪਾਣੀ 'ਚ ਡੁਬੋ ਦੋ, ਅੱਗ ਦੇ ਵਿੱਚ ਸੜਦਾ ਨਹੀਂ। ਆਕਾਸ਼ ਦੇ ਵਿੱਚ ਜਿਵੇਂ ਪੰਛੀ ਉੱਡਦੇ ਫਿਰਦੇ ਐ ਸ਼ਕਤੀ ਨਾਲ ਉੱਡ ਫਿਰ ਸਕਦਾ ਹੈ। ਹਵਾ ਦੁਆਰਾ ਦੂਰ ਦੀਆਂ ਗੱਲਾਂ ਇੱਥੇ ਬੈਠਾ ਸੁਣ ਸਕਦਾ। ਇਹ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਸੋ ਇਸ ਪ੍ਰਕਾਰ ਦੱਸਦੇ ਹਨ, ਐਸੀ ਰਹਿਤ ਰਹੋ ਹਰ ਪਾਸਾ। ਜੇਕਰ ਐਸੀ ਇਸ ਤਰ੍ਹਾਂ ਦੀ ਰਹਿਤ ਰਹਿਣੀ ਵਿੱਚ ਰਹੋਗੇ ਤਾਂ 10ਵੇਂ ਦੁਆਰ ਵਿੱਚ ਹਰ ਹਰੀ ਤੁਹਾਡੇ ਪਾਸਾ ਪਾਸ ਹੀ ਹੋਏਗਾ। ਫਿਰ ਕੀ ਭਾਵ ਕੀ ਹੈ? 10ਵੇਂ ਦੁਆਰ ਦੇ ਵਿੱਚ ਉੱਥੇ ਦਾ ਜਿਹੜਾ ਨਜ਼ਾਰਾ ਹੈ,
ਚੇਤਨ ਦੀ ਲਾਟ ਹੈ, ਜਿਵੇਂ ਅੱਗ ਦੀ ਲਾਟ ਹੁੰਦੀ ਹੈ ਨਾ, ਚੇਤਨ ਦੀ ਲਾਟ ਸਾਡੇ ਦਸਮ ਦਰ ਸਭ ਦੀ ਜਗਦੀ ਹੈ, ਪਰ ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ। ਉਹ ਦਸਮ ਦੁਆਰ ਵਾਲੇ ਉੱਥੇ ਪਹੁੰਚਦੇ ਆ, ਉੱਥੇ ਉਹਦਾ ਫਿਰ ਪ੍ਰਕਾਸ਼ ਹੁੰਦਾ, ਬੜਾ ਮਨ ਨੂੰ ਆਨੰਦ ਦਿੰਦਾ ਹੈ। ਤੇ ਇਸ ਤਰ੍ਹਾਂ ਇਹ ਤਾਂ ਸੀ ਜੋਗ ਮਤ ਦੇ ਅਨੁਸਾਰ। ਇਸੇ ਪ੍ਰਕਾਰ ਨੂੰ ਗੁਰਮਤਿ ਅਨੁਸਾਰ ਇਹ ਵਿੱਚੋਂ ਸਿੱਖਿਆ ਦਿੰਦੇ ਹਨ। ਆਪ ਤੇਜ ਵਾਯ ਪ੍ਰਿਥਵੀ ਆਕਾਸ਼ਾ। ਆਪ ਪਾਣੀ ਤੋਂ ਗੁਣ ਕਿਹੜਾ ਲੈਣਾ? ਨਿਰਲੇਪਤਾ ਦਾ। ਤੇ ਉਹਦੇ ਵਿੱਚ ਜੈਸੇ ਮੈਲ ਨਾ ਲੱਗੇ ਜਲਾ, ਤੇ ਤੇਜ ਅੱਗ ਤੋਂ ਪ੍ਰਕਾਸ਼ਤਾ ਦਾ ਗੁਣ ਹੈ। ਹਵਾ ਦੇ ਵਿੱਚੋਂ ਸੀਤਲਤਾ ਤੇ ਸਮਤਾ ਦਾ ਗੁਣ ਹੈ। ਧਰਤੀ ਤੋਂ ਖਿਮਾ ਦਾ ਗੁਣ ਧਾਰਨ ਕਰਨਾ, ਧੀਰਜਤਾ ਰੱਖਣੀ। ਤੇ ਆਕਾਸ਼ ਹੈ ਜਿਹੜਾ, ਆਕਾਸ਼ ਤੋਂ ਨਿਰਖੋਭਤਾ ਰੂਪੀ ਗੁਣ ਨੂੰ ਧਾਰਨ ਕਰਨਾ। ਜੇਕਰ ਐਸਾ ਗੁਣ ਧਾਰਨ ਕਰ ਲਵੋ, ਐਸੀ ਰਹਿਤ ਰਹੋ ਹਰ ਪਾਸਾ। ਜੇ ਐਸੀ ਅਜਿਹੀ ਰਹਿਤ ਰਹਿਣੀ ਰਹੋ ਰੱਖੋਗੇ, ਤਾਂ ਹਰ ਪਰਮੇਸ਼ਰ ਅਕਾਲ ਪੁਰਖ ਜਿਹੜਾ ਵਾਹਿਗੁਰੂ ਹੈ, ਕਹਿੰਦੇ ਫਿਰ ਉਹ ਪਾਸਾ ਕੋਲ ਹੀ ਹੈ, ਫਿਰ ਉਹ ਦੂਰ ਤਾਂ ਹੈ ਨਹੀਂ, ਫਿਰ ਤਾਂ ਬਹੁਤ ਜਲਦੀ ਤੁਹਾਨੂੰ ਪ੍ਰਾਪਤ ਹੋ ਜਾਏਗਾ। ਤੇ ਜੇਕਰ ਅਜਿਹੀ ਰਹਿਤ ਰਹਿਣੀ ਤੋਂ ਰਹੋ ਰਹਿ ਜਾਵੋਗੇ, ਭਾਵ ਨਹੀਂ ਰੱਖੋਗੇ, ਤਾਂ ਫਿਰ ਹਰੀ ਪਰਮੇਸ਼ਰ ਤੁਹਾਡੇ ਤੋਂ ਪਾਸਾ ਲਾਂਭੇ ਰਹੂਗਾ, ਫੇਰ ਦਰਸ਼ਨ ਨਹੀਂ ਹੋਣੇ। ਇੱਕ ਦੇ ਵਿੱਚ ਦੋ ਅਰਥ ਇਸ ਤਰ੍ਹਾਂ ਇਹ ਸਮਝਣੇ ਜੀ। ਕਹੈ ਕਬੀਰ ਨਿਰੰਜਨ ਧਿਆਵੋ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਹੈ, ਉਹਨੂੰ ਇੱਕ ਚਿਤ ਹੋ ਕੇ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕਰੋ। ਚਿਤ ਘਰ ਜਾਓ ਜੇ ਬਹੁਰ ਨਾ ਆਵੋ। ਤਾਂ ਫਿਰ ਤਿਤ ਉਸ ਘਰ ਟਿਕਾਣੇ ਕਿਹੜਾ? ਸਤ ਸਰੂਪ ਰੂਪੀ ਘਰ ਦੇ ਵਿੱਚ ਨਿਜ ਕਰ ਮਹਿਲ ਪਾਹੋ, ਸੁਖ ਸਹਿਜੇ ਬਹੁਰ ਨ ਹੋਏਗੋ। ਫੇਰਾ ਸੱਚਖੰਡ ਰੂਪੀ ਘਰ ਵਿੱਚ ਜਾਓ, ਜਾਵੋਗੇ। ਤੇ ਜੇ ਜਿੱਥੇ ਬਹੁਰ ਮੁੜ ਕੇ ਦੁਬਾਰਾ ਮਾਤਾ ਦੇ ਗਰਭ ਜਾਂ 84 ਲੱਖ ਜੂਨਾਂ ਦੇ ਵਿੱਚ ਨਾ ਆਵੋ, ਨਹੀਂ ਆਵੋਗੇ, ਨਾ ਗਰਭ ਵਿੱਚ ਨਾ ਜੂਨਾਂ ਦੇ ਵਿੱਚ ਆਉਣਾ ਨਹੀਂ ਪਵੇਗਾ ਫਿਰ ਤੁਹਾਨੂੰ। ਗੌੜੀ ਕਬੀਰ ਜੀ ਤੇ ਪਦੇ। ਗੌੜੀ ਕਬੀਰ ਜੀ, ਕਬੀਰ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਟਿਪਦੇ ਅੱਖਰ ਇਕੱਠੇ ਰੱਖਣੇ, ਅਰਥ ਵਾਲੇ ਫੇਤੇ ਪਦੇ ਵੀ, 3 ਪਦੇ ਵਾਲਾ ਸ਼ਬਦ ਉਹ ਅਰਥ ਵਿੱਚ ਹੋਏਗਾ, ਬੋਲਣ ਚ ਇਕੱਠੇ 2 ਪਦੇ ਤਿਪਦੇ, ਇਸ ਤਰ੍ਹਾਂ ਦਾ ਹੈ। ਤੇ ਕਬੀਰ ਸਾਹਿਬ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਤੁਸੀਂ ਭਾਈ ਧਿਆਨ ਨਾਲ ਦੇਖੋ ਪੋਥੀਆਂ ਵਾਲਿਓ, ਵੀ ਤਿਪਦੇ ਸ਼ਬਦ ਦੇ ਹੇਠਾਂ 15 ਅੰਕ ਲੱਗਿਆ ਹੋਇਆ। ਜੇ ਤੁਹਾਨੂੰ ਕੋਈ ਕੱਲ ਨੂੰ ਪੁੱਛ ਲਵੇ ਵੀ ਇਹਦਾ ਕੀ ਅਰਥ ਹੈ, ਤੁਸੀਂ ਕਹੋ ਜੀ ਸਾਨੂੰ ਤਾਂ ਆਉਂਦਾ ਨਹੀਂ, ਕਹਿਣਗੇ ਸੰਥਿਆ ਕਾਹਦੀ ਕੀਤੀ ਹੈ? ਫਿਰ ਤੁਸੀਂ ਸੰਪਰਦਾਇ ਵਿਦਿਆ ਕਹਿੰਦੇ ਹੋ ਪੜ੍ਹੀ ਹੈ, ਫਿਰ ਤੁਸੀਂ ਪੜ੍ਹਿਆ ਕੀ ਆ? ਇਹਦਾ ਅਰਥ ਜਾਣਨਾ ਜ਼ਰੂਰੀ। ਇਹ ਸਮਝਣ ਵਾਸਤੇ ਆ, ਉਚਾਰਨ ਕਰਨ ਵਾਸਤੇ ਨਹੀਂ। ਮਹਾਂਪੁਰਖਾਂ ਨੇ ਦੱਸਿਆ ਸੀ, ਵੱਡਿਆਂ ਨੇ, ਕਿ ਭਾਈ ਇਹਨੂੰ ਸਮਝਣਾ ਹੈ, ਉਚਾਰਨ ਨਹੀਂ ਕਰਨਾ। ਜਿਹੜਾ ਬਰਾਬਰ ਅੱਖਰ ਹੋਵੇ ਉਹਨੂੰ ਉਚਾਰਨ ਕਰਨਾ। ਇਹਦਾ ਮਤਲਬ ਇਹ ਹੈ ਵੀ ਇੱਥੋਂ ਹੁਣ ਜਿਹੜੇ ਸ਼ਬਦ ਸ਼ੁਰੂ ਹੋ ਗਏ, 3-3 ਪਦਿਆਂ ਵਾਲੇ 15 ਸ਼ਬਦ ਹੋਣਗੇ। ਇਹ 19ਵਾਂ ਸ਼ਬਦ ਹੈ। 19ਵੇਂ ਸ਼ਬਦ ਤੋਂ ਲੈ ਕੇ 33ਵੇਂ ਸ਼ਬਦ ਤੱਕ ਇਹ ਲਗਾਤਾਰ 15 ਸ਼ਬਦ ਤੁਹਾਨੂੰ 3-3 ਪਦਿਆਂ ਵਾਲੇ ਆਉਣਗੇ। 19 ਤੋਂ ਬਾਅਦ 20 ਹੈਗਾ, 33 ਪਦ ਤੱਕ ਇਹ ਲਗਾਤਾਰ 3-3 ਪਦਿਆਂ ਵਾਲੇ। ਉਹ 'ਚ ਲਿਖਿਆ 1 2 3 ਸਾਰੇ ਸ਼ਬਦ 1 2 3, ਇਹਦੇ ਹੀ ਸ਼ਬਦ ਸਮਾਪਤ ਹੁੰਦਾ ਰਹੇਗਾ। ਇਹਦਾ ਭੇਦ ਜਾਣਨਾ ਜ਼ਰੂਰੀ ਹੈ। ਤੇ ਪਾਠ ਬੋਧ ਤੇ ਦੁਨੀਆ ਸਾਧ ਸੰਗੀ ਹੂੰ, ਕਿਉਂਕਿ ਹਰ ਪਾਸੇ ਮਿਹਨਤਾਂ ਛੱਡ ਗਏ। ਜ਼ਿਮੀਂਦਾਰਾਂ ਦੇ ਬੱਚੇ ਜਿਹੜੇ ਖੇਤਾਂ 'ਚ ਮਿਹਨਤ ਨਹੀਂ ਕਰਦੇ, ਮਿਸਤਰੀਆਂ ਦੇ ਬੱਚੇ ਹੱਥੀਂ ਕੰਮ ਨਹੀਂ ਕਰਦੇ, ਸਭ ਕੁਝ ਜਿਹੜਾ ਵੀ ਬਣਿਆ ਬਣਾਇਆ ਹੀ ਮਿਲ ਜਾਏ। ਸੰਪਰਦਾਵਾਂ ਦੇ ਵੀ ਵਿਦਿਆਰਥੀ ਮਿਹਨਤਾਂ ਛੱਡ ਗਏ, ਪਾਠ ਕਰਨਾ ਚਾਹੁੰਦੇ ਆ, ਪੈਸੇ ਲੈਣਾ ਚਾਹੁੰਦੇ ਆ। ਲੇਕਿਨ ਜੇ ਪੁੱਛ ਦੋ ਨਿੱਕਾ ਜਿਹਾ ਸੁਲਾਕ, ਆ ਪੁੱਛ ਲਓ ਹੁਣ ਕਿਸੇ ਪਾਠੀ ਸਿੰਘ ਨੂੰ ਵੀ ਇਹ 15 ਹੇਠਾਂ ਕਿਉਂ ਲਿਖਿਆ, ਕਹੂਗਾ ਜੀ ਮੈਨੂੰ ਤਾਂ ਪਤਾ ਨਹੀਂ। ਕਿਉਂ? ਪੜ੍ਹਿਆ ਨਹੀਂ ਨਾ ਕਿਤੋਂ। ਦੱਸੂਗਾ ਤਾਂ ਹੀ ਜੇ ਪੜ੍ਹਿਆ ਹੋਊਗਾ। ਹੁਣ ਤੁਹਾਨੂੰ ਕੋਈ ਪੁੱਛੂਗਾ, ਤੁਸੀਂ ਫੜਕ ਦੱਸੋਗੇ ਵੀ ਇਹਦਾ ਮਤਲਬ ਆ ਹੈ। ਇਸ ਕਰਕੇ ਧਿਆਨ ਦੇ ਨਾਲ ਪੜ੍ਹੋ। ਮੈਂ ਇਹ ਚਾਹੁੰਦਾ ਵੀ ਜਿਹੜੀ ਮੇਰੇ ਵਿੱਚ ਪੜ੍ਹਾਈ 'ਚ ਕਮੀ ਰਹਿ ਗਈ, ਤੁਹਾਡੇ 'ਚ ਨਾ ਰਹਿ ਜਾਵੇ। ਤੁਸੀਂ ਤਕੜੇ ਹੋ ਕੇ ਮਿਹਨਤ ਕਰੋ। ਇਸ ਦਾ 15 ਦਾ ਇਹ ਭਾਵ ਜਾਣਨਾ। ਕਬੀਰ ਸਾਹਿਬ ਦੇ ਕੋਲ ਇੱਕ ਰਾਜਾ ਆਇਆ, ਸ਼ਬਦ ਦੀ ਉਥਾਨ ਕਹੇ। ਉਹਦੇ ਕੋਲ ਹੀਰੇ ਮੋਤੀ ਨ, ਉਹਦੇ ਕੋਲ ਮੋਹਰਾਂ ਨ, ਥੈਲੀ ਭਰੀ ਹੋਈ ਹੈ। ਤੇ ਆ ਕੇ ਕਬੀਰ ਦੇ ਮੂਹਰੇ ਢੇਰੀ ਕਰ ਦਿੱਤੀ। ਮੈਂ ਜਦੋਂ ਕਬੀਰ ਸਾਹਿਬ ਬਾਰੇ ਇਹ ਵਿਚਾਰਦਾ ਸੀ
ਸੱਚੀ ਗੱਲ ਹੈ ਵੀ ਮਨ ਭਰ ਭਰ ਕੇ ਉਛਲ ਕੇ ਕੰਠ ਨੂੰ ਆਉਂਦਾ ਸੀ ਵੀ ਇਹ ਕਬੀਰ ਸਾਹਿਬ ਤੇਰਾ ਕੈਸਾ ਜੀਵਨ ਸੀ। ਘਰ ਦੇ ਵਿੱਚ ਰੋਟੀ ਨਹੀਂ ਪੱਕਦੀ, 3-3 ਦਿਨ ਤੇਰਾ ਪਰਿਵਾਰ ਭੁੱਖਾ ਰਹਿੰਦਾ ਹੈ, ਤੇਰੇ ਚਰਨਾਂ 'ਚ ਮੋਹਰਾਂ ਦੀਆਂ ਥੈਲੀਆਂ ਪਈਆਂ ਰੁਲਦੀਆਂ, ਤੈਂ ਅੰਗੀਕਾਰ ਨਹੀਂ ਕੀਤੀ। ਰਾਜੇ ਨੂੰ ਪੁੱਛਦੇ, ਕਹਿੰਦੇ ਕੀ ਹੈ? ਕਹਿੰਦੇ ਜੀ ਮੋਹਰਾਂ ਨਾ, ਇਹ ਹੀਰੇ ਪੰਨੇ ਨੇ, ਜਵਾਹਰਾਤ ਨੇ, ਕੀਮਤੀ ਨੇ। ਕਹਿੰਦੇ ਮੇਰੇ ਤਾਂ ਕਿਸੇ ਕੰਮ ਨਹੀਂ ਹੈ, ਇਹਨਾਂ ਨੂੰ ਚੁੱਕ ਲੈ, ਪਰ ਤੂੰ ਦੱਸ ਵੀ ਇਹ ਕਾਹਦੇ ਵਾਸਤੇ ਮੇਰੇ ਚਰਨਾਂ 'ਚ ਮੱਥਾ ਟੇਕਿਆ। ਤੇ ਹੁਣ ਹਾਲਿਆਂ ਦੀ ਹਾਲਤ ਦੇਖੋ, ਕਿਤੇ ਨਕਲੀ ਹੀਰਾ ਹੀ ਲਿਆ ਕੇ ਦੇਖ ਲਿਓ, ਜੇ ਲੋਕੋ ਕੇ ਨਾ ਰੱਖਿਆ ਯਾਰ ਕਹਿਣ ਵੀ ਲਿਆਓ ਸਿਰੋਪਦੀਏ ਨੂੰ, ਹੀਰਾ ਲੈ ਕੇ ਆਇਆ ਸਾਡੇ ਵਾਸਤੇ। ਧੰਨ ਕਬੀਰ ਸਾਹਿਬ, ਐਵੇਂ ਨਹੀਂ ਪਾਛੇ ਲੱਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਇਹ ਕੀ ਤੇਰਾ ਮਤਲਬ ਕੀ ਸੀ? ਇਹ ਤਾਂ ਚੁੱਕ ਲੈ, ਮੇਰੇ ਤਾਂ ਕੰਮ ਦੇ ਨਹੀਂ। ਕਹਿੰਦੇ ਕਬੀਰ ਸਾਹਿਬ ਮੈਂ ਤੁਹਾਡੇ ਕੋਲੋਂ ਨਾਮ ਲੈਣ ਆਇਆ। ਕਬੀਰ ਸਾਹਿਬ ਹੱਸ ਪਏ, ਕਹਿੰਦੇ ਨਾਮ ਹੀਰਿਆਂ ਦੇ ਵੱਟੇ? ਇੰਨਾ ਸਸਤਾ ਹੈ ਨਾਮ ਜਿਹੜਾ ਤੈਨੂੰ ਇਹਦੇ ਵੱਟੇ ਦੇ ਦਿਆਂ, ਇਸ ਕਰਕੇ ਚੁੱਕ ਲੈ ਉਹਨਾਂ ਨੂੰ, ਇਹਦੇ ਬਦਲੇ ਨਾਮ ਨਹੀਂ ਮਿਲ ਸਕਦਾ। ਉਸ ਵੇਲੇ ਸ਼ਬਦ ਉਚਾਰਨ ਕੀਤਾ, ਸੁਣੋ ਜੀ। ਕੰਚਨ ਸਿਉ ਪਾਈਐ ਨਹੀਂ ਤੋਲ। ਕਹਿੰਦੇ ਹੇ ਰਾਜਨ, ਇਹ ਤਾਂ ਮੂਰਖਤਾਈ ਹੋਏਗੀ ਜੇ ਨਾਮ ਸੋਨੇ ਦੇ ਤੁਲ, ਹੀਰਿਆਂ ਦੇ ਪੱਲੇ ਨਾਮ। ਸਾਈਂ ਨਾਮ ਅਮੋਲ, ਇਹਦਾ ਤਾਂ ਮੁੱਲ ਕੋਈ ਨਹੀਂ ਹੈ। ਕੀਮ ਨਾ ਕੋਈ ਜਾਣ ਦੋ, ਤੈਂ ਕਿਵੇਂ ਜਾਣ ਲਿਆ ਵੀ ਇਹਦੇ ਵੱਟੇ ਨਾਮ ਮਿਲੇਗਾ? ਫਿਰ ਤਾਂ ਅਮੀਰੇ ਲੈ ਲੈਣਗੇ, ਫਿਰ ਤਾਂ ਗਰੀਬ ਤਾਂ ਨਹੀਂ ਨਾਮ ਲੈ ਸਕਦੇ। ਕੰਚਨ ਸੋਨੇ ਦੀਆਂ ਮੋਹਰਾਂ ਸਿਉ ਨਾਲ, ਇਹਦੇ ਤੋਲ ਕੇ ਕਿਸੇ ਪ੍ਰਕਾਰ ਵੀ ਪਰਮੇਸ਼ਰ ਦਾ ਨਾਮ ਨਹੀਂ ਪ੍ਰਾਪਤ ਹੋ ਸਕਦਾ ਹੈ। ਅੱਜ ਤੱਕ ਹੋਇਆ ਨਹੀਂ ਹੈ ਕਿਸੇ ਨੂੰ। ਜੇ ਸੋਨੇ ਦੇ ਨਾਲ ਹੀ ਮਿਲ ਜਾਂਦਾ ਤਾਂ ਸਮੇਰ ਪਰਬਤ ਸਾਰਾ ਸੋਨੇ ਦਾ ਹੀ ਹੈ। ਇਹੋ ਜਿਹੇ ਰਾਜੇ ਹੋਏ ਜਿਨ੍ਹਾਂ ਦਾ ਸਾਰੇ ਸੰਸਾਰ ਵਿੱਚ ਰਾਜ ਹੋਇਆ, ਫਿਰ ਉਹ ਤਾਂ ਸਮੇਰ ਪਰਬਤ ਹੀ ਦਾਨ ਕਰਕੇ ਫਰਵੇ ਤਾਂ ਰੱਬ ਨੂੰ ਹੀ ਖਰੀਦ ਲੈਣਾ। ਉਹ ਜੇ ਸੋਨੇ ਦੇ ਬੱਟੇ ਮਿਲਦਾ ਤਾਂ ਰਾਵਣ ਦੀ ਸਾਰੀ ਲੰਕਾ ਹੀ ਸੋਨੇ ਦੀ ਸੀ, ਉਹਨੂੰ ਤਾਂ ਮਿਲਿਆ ਨਹੀਂ ਰਾਮ ਕਿਤੇ। ਇਹ ਤੈਨੂੰ ਕਿਵੇਂ ਮਿਲ ਜੂਗਾ ਨਾਮ? ਇਹ ਉਹ ਸੋਨੇ ਦੀ ਲੰਕਾ ਵਾਲਾ ਤਾਂ ਰਾਮ ਦਾ ਸਮਾਂ ਵਿਰੋਧ ਕਰਦਾ ਰਿਹਾ, ਤੇ ਰੇਤੇ ਵਾਲੇ ਰਾਮ ਦਾ। ਇਸ ਕਰਕੇ ਕੰਚਨ ਸਿਉ ਪਾਈਆ ਨਹੀਂ ਤੋਲ, ਇਹਦੇ ਨਾਲ ਕੋਈ ਪ੍ਰਾਪਤ ਨਹੀਂ ਹੋ ਸਕਦਾ ਹੈ। ਤੇ ਫਿਰ ਕਹਿੰਦੇ ਕਬੀਰ ਸਾਹਿਬ ਜੀ, ਪਰਮੇਸ਼ਰ ਦਾ ਨਾਮ ਤੁਸੀਂ ਵੀ ਤਾਂ ਪ੍ਰਾਪਤ ਕੀਤਾ। ਕਹਿੰਦੇ ਮੈਂ ਕਿਹੜਾ ਸੋਨੇ ਦੇ ਬੱਟੇ ਪ੍ਰਾਪਤ ਕੀਤਾ? ਕਹਿੰਦੇ ਫਿਰ ਕਿਵੇਂ ਪ੍ਰਾਪਤ ਹੋਏਗਾ? ਉਹਦੇ ਉੱਤਰ ਵਿੱਚ ਦੱਸਦੇ ਹਨ, ਮਨ ਦੇ ਰਾਮ ਲੀਆ ਹੈ ਮੂਲ। ਕਹਿੰਦੇ ਉਹ ਭਲੇ ਪੁਰਸ਼ਾ, ਮੈਂ ਆਪਣਾ ਪਹਿਲਾਂ ਮਨ ਆਪਣੇ ਗੁਰੂ ਨੂੰ ਦਿੱਤਾ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਮੈਂ ਆਪਣਾ ਮਨ ਦਿੱਤਾ ਗੁਰੂ ਨੂੰ। ਤਾਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇਸ ਕਰਕੇ ਮੈਂ ਮਹਾਰਾਜ ਦੇ ਚਰਨਾਂ 'ਚ ਭੇਟ ਕਰ ਦਿੱਤਾ, ਰੱਬ ਦੇ ਚਰਨਾਂ 'ਚ। ਰਾਮ ਪਰਮੇਸ਼ਰ ਦੇ ਨਾਮ ਨੂੰ ਮੁੱਲ ਨਹੀਂ ਲਿੱਤਾ ਜਾ ਸਕਦਾ। ਮਨ ਦੇ ਰਾਮ ਲਿਆ ਹੈ ਮੋਲ। ਮੈਂ ਤਾਂ ਮਨ ਦੇ ਵੱਟੇ ਲੈਣਾ ਕੀਤਾ ਹੈ। ਮਨ ਦੇ ਵੱਟੇ ਮੁੱਲ ਮਿਲ ਜਾਂਦਾ ਹੈ, ਅਧੀਨ ਹੋ ਜਾਂਦਾ ਹੈ। ਮੁੱਲ ਜਿਹੜੀ ਚੀਜ਼ ਲਈ ਅਧੀਨ ਹੋ ਜਾਂਦੇ ਨਾ, ਰੱਬ ਵੀ ਨਾਮ ਦੇ ਵੱਟੇ ਦੇ ਵਿੱਚ ਉਹ ਵੀ ਖਰੀਦਿਆ ਜਾਂਦਾ। ਕਿਸ ਤਰ੍ਹਾਂ? ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਉਹ ਕਹਿੰਦਾ ਕਬੀਰ ਜੀ ਫਿਰ ਮੈਨੂੰ ਵੀ ਦਿਓ। ਕਹਿੰਦੇ ਰਾਜਨ, ਜਿਹੜੀ ਚੀਜ਼ ਆਪਣੇ ਵਾਸਤੇ ਰੱਖੀ ਹੋਵੇ ਨਾ, ਸੰਭਾਲ ਕੇ ਰੱਖੀ ਦੀ ਆ, ਉਹ ਨਹੀਂ ਦਿੱਤੀ ਜਾਂਦੀ ਹੁੰਦੀ। ਐਮ ਕਿਵੇਂ ਸੌਖਾ ਜਾ ਦੇ ਦਿਆਂ? ਤੂੰ ਮਨ ਦੇਵੇਂਗਾ ਨਾਮ ਮਿਲ ਜਾਊਗਾ। ਨਾਮਦੇਵ ਨੂੰ ਮੰਡਨ ਨੂੰ ਪੁੱਛਿਆ ਸੀ ਕਿ ਨਾਮਦੇਵ ਜੀ ਤੂੰ ਤਾਂ ਛਪਰੀ ਬਣਾਈ ਹੈ, ਉਹ ਫਿਰ ਮੈਨੂੰ ਵੀ ਦੱਸ। ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਸ਼ਾਨ ਸ਼ਿਵਾਈ ਹੋ, ਤੋ ਪੈ ਦੁਗਣੀ ਮਜ਼ਦੂਰੀ ਦੇਹੋ ਮੋਕੋ ਬੇਡੀ ਦੇਹੋ ਬਤਾਈ ਹੋ। ਨਾਮਦੇਵ ਨੇ ਕੀ ਕਿਹਾ? ਰੀ ਬਾਈ ਬੇਡੀ ਦੇਣ ਨਾ ਜਾਈ, ਦਿੱਤਾ ਨਹੀਂ ਜਾ ਸਕਦਾ ਹੈ। ਇਸ ਕਰਕੇ ਇਉਂ ਨਹੀਂ ਰਾਜਨ ਦਿੱਤਾ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਅੱਗੇ ਦੱਸਦੇ ਨੇ ਸ਼ਬਦ ਦੁਆਰਾ, ਅਬ ਮੋਹੇ ਰਾਮ ਆਪਣਾ ਕਰ ਜਾਣਿਆ। ਅਬ ਹੁਣ ਮੋਹੇ ਮੈਂ ਰਾਮ ਪਰਮੇਸ਼ਰ ਨੂੰ ਆਪਣਾ ਆਤਮਾ ਰੂਪ ਕਰਕੇ ਮੰਨ ਲਿਆ। ਤੈਨੂੰ ਦੱਸੋ ਮੈਂ ਆਤਮਾ ਕੱਢ ਕੇ ਕਿੱਥੋਂ ਦੇ ਦਾਂ? ਰਾਮ ਨੂੰ ਆਤਮਾ ਰੂਪ ਕਰਕੇ ਜਾਣਨਾ ਕੀਤਾ ਹੈ। ਸਹਿਜ ਸੁਭਾਏ ਮੇਰਾ ਮਨ ਮਾਨਿਆ। ਉਸ ਵਿੱਚ ਸਹਿਜ ਸੁਭਾਏ ਸੁਤੇ ਸਿੱਧੀ ਮੇਰਾ ਸਾਡਾ ਮਨ ਹਿਰਦਾ ਮੰਨ ਗਿਆ। ਉਹਦੇ ਵਿੱਚ ਸਹਿਜ ਸੁਭਾਏ ਮੇਰਾ ਮਨ ਮਾਨਿਆ,
ਸਾਰੀਆਂ ਵਾਸ਼ਨਾਵਾਂ ਦਾ ਲੈ ਹੋ ਜਾਣਾ ਤੇ ਮਨ ਵਿੱਚ ਸਹਿਜ ਸ਼ਾਂਤੀ ਵਾਲਾ ਸੁਭਾਅ। ਇਹ ਹੋਣ ਕਰਕੇ ਜਾਂ ਇਉਂ ਕਹੋ ਸੁਤੇ ਸਿੱਧ ਹੀ ਸਹਿਜ ਗਿਆਨ ਸਰੂਪ ਸੁਭਾਏ ਪ੍ਰਕਾਸ਼ ਰੂਪ ਵਿੱਚ ਸਾਡਾ ਮਨ ਮੰਨ ਗਿਆ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਬ੍ਰਹਮ ਕਥ ਕਥ ਅੰਤ ਨਾ ਪਾਇਆ। ਉਹ ਕਹਿੰਦੇ ਜੀ ਕੁਛ ਕਥਨੀ ਕਰਕੇ ਦੱਸ ਦਿਓ, ਫਿਰ ਵਿਆਖਿਆ ਕਰਕੇ ਦੱਸ ਦਿਓ। ਉਹ ਕਹਿੰਦੇ ਬਰਮਾ ਨਾਲੋਂ ਤਾਂ ਨਹੀਂ ਵੱਡਾ ਕੋਈ ਕਥਾਕਾਰ ਹੈ। ਬ੍ਰਹਮੇ ਨੇ ਕਥ ਕਥਨੇ ਯੋਗ ਵੇਦਾਂ ਦਾ ਕਥ ਕਥਨ ਕਰ ਕਰਕੇ ਉਪਦੇਸ਼ ਦਿੱਤਾ, ਪਰ ਅੰਤ ਨਾ ਪਾਇਆ। ਅੰਤ ਦਾ ਬਰਮਾ ਨਹੀਂ ਪਾ ਸਕਿਆ ਹੈ। 80,000 ਸੋਤੀਆਂ ਕਰਮ ਕਾਂਡ ਦੀਆਂ, 16,000 ਉਪਾਸਨਾ ਕਾਂਡ ਦੀਆਂ, 4,000 ਜਿਹੜੀ ਹੈ ਉਹ ਗਿਆਨ ਦਾ ਕਥਨ ਕੀਤਾ ਹੈ, ਪਰ ਅੰਤ ਨਹੀਂ ਪਾ ਸਕਿਆ ਹੈ। ਉਹਦਾ ਅੰਤ ਨਹੀਂ ਪਾ ਸਕਦਾ ਕੋਈ। ਅੰਤ ਨਾ ਅੰਤਾ ਸਦਾ ਬੇਅੰਤਾ, ਉਹ ਬੇਅੰਤ ਹੈ ਪਰਮੇਸ਼ਰ ਐਸਾ ਜੋ ਹੈ। ਰਾਮ ਭਗਤ ਬੈਠੇ ਘਰ ਆਇਆ। ਇਉਂ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਿਆ ਹੈ। ਕਹਿੰਦੇ ਕਬੀਰ ਜੀ ਇਹ ਤੁਹਾਨੂੰ ਕਿਵੇਂ ਪ੍ਰਾਪਤ ਹੋਇਆ? ਕਹਿੰਦੇ ਹੇ ਰਾਜਨ, ਜਿਸ ਵਿੱਚ ਅਸੀਂ ਰਾਮ ਪਰਮੇਸ਼ਰ ਦੀ ਭਗਤ ਭਗਤੀ ਵਿੱਚ ਬੈਠਣ ਤੋਂ ਭਾਵ ਹੈ ਬੈਠੇ ਇਸਤਤ ਹੋ ਗਏ। ਉਹ ਸਾਡੇ ਘਰ ਹਿਰਦੇ ਦੇ ਵਿੱਚੋਂ ਹੀ ਆਇਆ, ਉਹਦੇ ਵਿੱਚੋਂ ਪ੍ਰਗਟ ਹੋ ਆਇਆ, ਉਹਦੇ ਵਿੱਚੋਂ ਹੀ ਪ੍ਰਾਪਤ ਹੋ ਗਿਆ, ਬਾਹਰ ਤੋਂ ਨਹੀਂ। ਜਾਂ ਇਉਂ ਕਹੋ ਜਿਨ੍ਹਾਂ ਦੇ ਚਿੱਤ ਪਰਮੇਸ਼ਰ ਦੀ ਭਗਤੀ ਵਿੱਚ ਇਸਤਤ ਹੋਣਗੇ, ਉਹਨਾਂ ਦੇ ਘਰ ਅੰਤਸ਼ ਕਰਨ ਦੇ ਵਿੱਚ ਹੀ ਪਰਮੇਸ਼ਰ ਦੀ ਸਖਿਆਤਾਕਾਰ ਹੋ ਜਾਏਗੀ। ਕਹੋ ਕਬੀਰ ਚੰਚਲ ਮਤ ਤਿਆਗੀ। ਫਿਰ ਉਹਨੇ ਪ੍ਰਸ਼ਨ ਕੀਤਾ ਕਿ ਸਾਡੀ ਬੁੱਧੀ ਜਿਹੜੀ ਬਿਰਤੀ ਹੈ ਉਹ ਕਿਉਂ ਨਹੀਂ ਜੁੜਦੀ ਪਰਮਾਤਮਾ 'ਚ? ਅਸੀਂ ਜੋੜਨਾ ਚਾਹੁੰਦੇ ਹਾਂ ਪਰ ਜੁੜਦੀ ਨਹੀਂ। ਇਹਦਾ ਉੱਤਰ ਦੇ ਕਬੀਰ ਸਾਹਿਬ ਜੀ ਕਹਿੰਦੇ, ਕਹੋ ਕਬੀਰ ਦੁਬਾਰੇ ਬੋਲੋ ਜੀ। ਕਹੋ ਕਬੀਰ ਚੰਚਲ ਮਤ ਤਿਆਗੀ। ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਨਾਨਾ ਪਦਾਰਥਾਂ, ਜਿੰਨੇ ਵੀ ਇਹ ਨਾਸਮਾਨ ਪਦਾਰਥ ਹਨ, ਤੇ ਇਹਨਾਂ ਮਿਥਿਆ ਪਦਾਰਥਾਂ ਨੂੰ ਨਿਸ਼ਚੈ ਕਰਨ ਵਾਲੀ ਉਹ ਚੰਚਲਤਾਈ ਵਾਲੀ ਵਿਸ਼ੇ ਵਿਸ਼ਾਣੀ ਮਤ ਬੁੱਧੀ ਹੈ। ਇਹ ਜਿੰਨਾ ਚ ਰਹੇਗੀ ਕਿਵੇਂ ਟਿਕ ਜਾਊਗੀ? ਇਹ ਜਦੋਂ ਤਿਆਗੀ, ਤਿਆਗ ਦਿੱਤੀ, ਛੱਡ ਦਿੱਤੀ। ਕਹੋ ਕਬੀਰ ਚੰਚਲ ਮਤ ਤਿਆਗੀ। ਪਹਿਲਾਂ ਚੰਚਲਤਾਈ ਵਾਲੀ ਮਤ ਨੂੰ ਤਿਆਗੋ। ਜਦੋਂ ਇਹ ਮਤ ਤਿਆਗ ਦਿੱਤੀ ਹੈ, ਕੇਵਲ ਰਾਮ ਭਗਤ ਨਿਜ ਭਾਗੀ। ਉਸ ਵੇਲੇ ਕੇਵਲ ਸਿਰਫ ਰਾਮ ਪਰਮੇਸ਼ਰ ਦੀ ਭਗਤ ਭਗਤੀ ਹੀ ਨਿਜ ਸਾਡੇ ਭਾਗਾਂ ਵਿੱਚ ਆ ਗਈ ਹੈ। ਚਾਹੇ ਉਹ ਕਹੋ ਇਹ ਸਾਡੇ ਕੋਈ ਨਿਸ਼ਕਾਮ ਕਰਮ ਕੀਤੇ ਹੋਏ ਸਨ, ਜਿਨ੍ਹਾਂ ਕਰਕੇ ਕੇਵਲ ਸਿਰਫ ਭਗਤੀ ਹੀ ਸਾਨੂੰ ਪ੍ਰਾਪਤ ਹੋਈ। ਕਈ ਜਨਮਾਂ 'ਚ ਨਿਸ਼ਕਾਮ ਕਰਮ ਕੀਤੇ ਹੁਣ ਤਾਂ ਭਗਤੀ ਪ੍ਰਾਪਤ ਹੁੰਦੀ ਹੈ। ਭਗਤੀ ਦੇ ਪ੍ਰਤਾਪ ਕਰਕੇ ਜਿਹੜਾ ਨਿਜ ਆਪਣਾਪਣ ਸੀ, ਭਾਵ ਦੇਹ ਅਭਿਮਾਨ ਸੀ, ਇਹ ਭਾਗੀ ਭੱਜ ਗਿਆ ਸਾਡੇ ਵਿੱਚੋਂ। ਦੇਹ ਅਭਿਮਾਨ ਹੀ ਨਹੀਂ ਰਿਹਾ ਹੁਣ ਭਗਤੀ ਦੇ ਪ੍ਰਤਾਪ ਕਰਕੇ। ਰਾਮ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਇਸ ਤਰੀਕੇ ਦੇ ਨਾਲ ਪਰਮੇਸ਼ਰ ਪ੍ਰਾਪਤ ਹੋ ਸਕਦਾ ਹੈ। ਗੌੜੀ ਕਬੀਰ ਜੀ। ਕਬੀਰ ਸਾਹਿਬ ਜੀ ਅੱਗੇ ਫਿਰ ਗੌੜੀ ਰਾਗ ਦੇ ਅੰਦਰ ਹੀ ਉਚਾਰਨ ਕਰਦੇ ਹੈ। ਦੇਖੋ ਕੈਸੀ ਜੁਗਤੀ ਰੱਬ ਨੂੰ ਮਿਲਣ ਦੀ ਦੱਸੀ ਹੈ। ਲੋਕ ਪੁੱਛਦੇ ਫਿਰਦੇ ਜੀ ਪਰਮਾਤਮਾ ਦੇ ਮਿਲਣ ਦੀ ਜੁਗਤੀ ਕਿਹੜੀ ਹੈ, ਕਿਵੇਂ ਅਸੀਂ ਨਾਮ ਜਪੀਏ? ਗੁਰਬਾਣੀ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਨਹੀਂ ਦੱਸੀ ਗਈ? ਇਸੇ ਕਰਕੇ ਗੁਰਬਾਣੀ ਦਾ ਲੜ ਫੜਾਇਆ ਗੁਰਸਿੱਖਾਂ ਨੂੰ, ਕਿਸੇ ਪਖੰਡੀਆਂ ਦਾ ਲੜ ਨਹੀਂ ਫੜਾਇਆ ਹੈ। ਇੱਕ ਵਾਰੀ ਕਾਂਸੀ ਦੀ ਬਿਮਾਰੀ ਫੈਲ ਗਈ ਤੇ ਲੋਕਾਂ ਨੂੰ ਉਲਟੀਆਂ, ਅਤੀਸਾਰ, ਦਸਤ ਲੱਗ ਗਏ, ਲੋਕੀ ਮਰਨ ਲੱਗ ਗਏ। ਜਿਵੇਂ ਹੁਣ ਆ ਕਰੋਨਾ ਦੇ ਵਿੱਚ ਬਹੁਤ ਸਾਰੇ ਸੰਸਾਰ ਦੇ ਵਿੱਚ ਇਹ ਹੱਲਾ ਚਲੀ ਮਚੀ ਪਈ ਹੈ, ਮਰ ਰਹੇ ਹਨ ਲੋਕ। ਕਹਿੰਦੇ ਇਉਂ ਕਾਂਸੀ ਦੇ ਵਿੱਚ ਉਹ ਬਿਮਾਰੀ ਥੋੜੇ ਕਾਂਸੀ ਫੈਲੀ ਹੋਈ ਸੀ। ਇਹ ਬਿਮਾਰੀਆਂ ਕੁਝ ਹੈ ਸੀ ਐਸੀਆਂ, ਪਰ ਜਿਸ ਵੇਲੇ ਲੋਕਾਂ ਨੇ ਦੇਖਿਆ ਵੀ ਕਾਂਸੀ ਛੱਡ ਕੇ ਭੱਜ ਕੇ ਬਾਹਰ ਚਲੇ ਗਏ। ਅੱਜ ਮੈਂ ਪਲੇਗ ਪਈ ਦੇ ਉੱਤੋਂ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ, ਛੱਡ ਕੇ ਲੋਕੀ ਜੰਗਲਾਂ ਚਲੇ ਗਏ ਸੀ। ਇਸ ਕਰਕੇ ਉਸ ਬਿਮਾਰੀ ਦੇ ਵਿੱਚ ਬਹੁਤ ਸਾਰੇ ਬਜ਼ੁਰਗ, ਸਾਡੇ ਬਜ਼ੁਰਗ ਵੀ ਖੂਹ ਤੇ ਜਾ ਕੇ ਰਹੇ ਸੀ। ਸਾਸ ਜੀ ਇਹ ਦੱਸਦੇ ਵੀ ਦਾਦਾ ਜੀ ਹੋਰੀ ਇਹ ਜੀ ਬਿਮਾਰੀ ਦਾ ਪ੍ਰਭਾਵ ਸੀ। ਲੋਕ ਮਰ ਰਹੇ ਸੀ ਤੇ ਲੋਕੀ ਛੱਡ ਕੇ ਭੱਜ ਰਹੇ ਸੀ। ਕਿਸੇ ਨੇ ਕਿਹਾ ਕਬੀਰ ਤੂੰ ਪਰਿਵਾਰ ਸਮੇਤ ਘਰੇ ਬੈਠਾ ਹੈ। ਕਹਿੰਦੇ ਹੋਰ ਕੀ ਕਰਾਂ? ਕਹਿੰਦੇ ਤੂੰ ਵੀ ਆਪਣੀ ਜਾਨ ਬਚਾ ਲੈ, ਛੱਡ ਕੇ ਬਾਹਰ ਭੱਜ ਜਾ। ਕਬੀਰ ਸਾਹਿਬ ਹੱਸ ਕੇ ਕਹਿਣ ਲੱਗੇ
ਨਾਲੇ ਤੁਸੀਂ ਕਹਿੰਦੇ ਵੀ ਕਾਂਸੀ 'ਚ ਮਰ ਕੇ ਮੁਕਤੀ ਮਿਲਦੀ ਹੈ, ਤੁਹਾਨੂੰ ਮੁਕਤੀ ਨਹੀਂ ਚਾਹੀਦੀ? ਜੇ ਬਾਹਰ ਮਰੋਗੇ ਮੁਕਤੀ ਨਹੀਂ ਹੋਣੀ, ਇੱਥੇ ਹੀ ਰਹੋ, ਤੁਸੀਂ ਮਰ ਲਓ ਇੱਥੇ। ਉਹ ਕਹਿੰਦੇ ਨਾ, ਸਾਨੂੰ ਨਹੀਂ ਇਹੋ ਜਿਹੀ ਮੁਕਤੀ ਚਾਹੀਦੀ। ਕਹਿੰਦੇ ਫਿਰ ਐਵੇਂ ਪਖੰਡੀ ਕਰਦੇ ਹੋ ਨਾ। ਤੇ ਕਹਿੰਦੇ ਫਿਰ ਤੈਨੂੰ ਮਰਨ ਤੋਂ ਡਰ ਨਹੀਂ ਲੱਗਦਾ? ਕਹਿੰਦਾ ਵੀ ਲੱਗਦਾ ਸੀ ਕਿਸੇ ਮੌਕੇ, ਹੁਣ ਨਹੀਂ ਲੱਗਦਾ। ਆਖੇ ਹੁਣ ਕਿਉਂ ਨਹੀਂ ਲੱਗਦਾ? ਤੇ ਉਸ ਵੇਲੇ ਕਬੀਰ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ, ਸੁਣੋ ਜੀ। ਜਿਹ ਮਰਨੈ ਸਭ ਜਗਤ ਤਰਾਸਿਆ। ਤੇ ਤਰਾਸ ਨਾਮ ਡਰ ਦਾ ਹੁੰਦਾ ਹੈ। ਤਰਾਸਿਆ ਦਾ ਵੀ ਅਰਥ ਹੋਈ ਹੈ, ਤਰਾਸ ਦਾ ਵੀ ਹੋਇਆ। ਤਰਾਸਣ ਨੂੰ ਵੀ ਕਹਿੰਦੇ ਨੇ, ਤਰਾਸਿਆ, ਡਰਾਇਆ ਹੋਇਆ। ਜਿਸ ਮਰਨੇ ਤੋਂ ਸਾਰਾ ਸੰਸਾਰ ਤਰਾਸਿਆ ਡਰਦਾ ਫਿਰਦਾ ਹੈ, ਭੈ ਕਰਦਾ। ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਉਹ ਜਿਹੜਾ ਮਰਨਾ ਹੈ, ਸਾਨੂੰ ਤਾਂ ਭਾਈ ਗੁਰ ਪੂਜਨੀਕ ਆਪਣੇ ਗੁਰੂ ਨੇ ਸ਼ਬਦ ਦਾ ਉਪਦੇਸ਼ ਦੇ ਕੇ ਪ੍ਰਗਾਸਿਆ, ਪ੍ਰਗਟ ਕਰਕੇ ਦੱਸ ਦਿੱਤਾ ਵੀ ਮਰਨਾ ਤਾਂ ਸਰੀਰ ਨੇ ਹੈ, ਆਤਮਾ ਤਾਂ ਮਰਦੀ ਨਹੀਂ ਹੈ। ਇਸ ਕਰਕੇ ਗਿਆਨ ਦੁਆਰਾ ਫਿਰ ਅਸੀਂ ਉਹ ਜਿਹੜਾ ਸਮਝ ਲਿਆ ਹੈ, ਗੁਰੂ ਨੇ ਇਹ ਪ੍ਰਗਾਸ ਕਰ ਦਿੱਤਾ ਹੈ। ਤੇ ਫਿਰ ਬੋਲੋ ਜੀ। ਜਿਹ ਮਰਨੈ ਸਭ ਜਗਤ ਤਰਾਸਿਆ। ਜਿਹੜੇ ਜੀਵਤ ਭਾਵ ਤੋਂ ਮਰਨ ਤੋਂ ਸੰਸਾਰ ਡਰਦਾ ਹੈ, ਉਹ ਜਿਹੜਾ ਐਸਾ ਹੈ। ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਉਹ ਜੀਵਤ ਭਾਵ ਤੋਂ ਮਰਨਾ ਸਾਨੂੰ ਗੁਰਾਂ ਦੇ ਸ਼ਬਦ ਦੁਆਰਾ ਪ੍ਰਗਟ ਕਰਕੇ ਦੱਸ ਦਿੱਤਾ ਵੀ ਜੀਵਨ ਮੁਕਤ ਸੋ ਆਖੀਏ ਮਰ ਜੀਵੈ ਮਰੀਆ। ਇਉਂ ਮਰੀਦਾ ਹੈ। ਇਹ ਮਰਨ ਦੀ ਜਾਚ ਦੱਸਦੇ ਨੇ। ਅਬ ਕੈਸੇ ਮਰੋ ਮਰਨ ਮਨ ਮਾਨਿਆ। ਕਹਿੰਦੇ ਅਬ ਹੁਣ ਤੁਸੀਂ ਉਹ ਦੱਸੋ, ਮੌਤ ਤਾਂ ਇੱਕੋ ਵਾਰੀ ਆਉਣੀ ਸੀ, 2 ਵਾਰ ਤਾਂ ਆਉਂਦੀ ਨਹੀਂ। ਇਸ ਕਰਕੇ ਮੈਨੂੰ ਜਿਉਂਦੇ ਨੂੰ ਮੌਤ ਆ ਗਈ, ਤੁਹਾਨੂੰ ਮਰਨ ਵੇਲੇ ਆਉਣੀ ਆ ਵੀ, ਇਸ ਕਰਕੇ ਮੈਨੂੰ ਹੁਣ ਕੋਈ ਡਰ ਨਹੀਂ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਹੁਣ ਅਸੀਂ ਕੈਸੇ, ਕਿਸ ਪ੍ਰਕਾਰ, ਇਹ ਕਿਸ ਤਰ੍ਹਾਂ ਡਰ ਦੇ ਵਿੱਚ ਮਰੋ ਮਰਾਂਗੇ, ਜਦੋਂ ਸਾਡਾ ਜੀਵਤ ਭਾਵ ਤੋਂ ਤੇ ਮਰਨ ਦੇ ਵਿੱਚ ਚਿੱਤ ਮੰਨ ਗਿਆ ਹੈ। ਆਪਣੇ ਅੰਦਰ ਤੇ ਹਉਮੈ ਮੇਟਣ ਰੂਪ ਹੰਗਤਾ ਨੂੰ ਮੇਟਣਾ ਹੀ ਜਿਉਂਦੇ ਮਰਨਾ ਹੈ। ਇਸ ਕਰਕੇ ਹੁਣ ਸਾਨੂੰ ਮਰਨ ਦਾ ਡਰ ਨਹੀਂ ਹੈ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਇਹ ਮਰ ਮਰ ਜਾਤੇ, ਮਰ ਮਰ ਕੇ ਉਹ ਜਾਂਦੇ ਨੇ ਪਰਲੋਕ ਨੂੰ, ਕੋਈ ਨਰਕਾਂ ਨੂੰ, ਕੋਈ ਸਰਗ ਨੂੰ, ਜਿਨ੍ਹਾਂ ਨੇ ਰਾਮ ਪਰਮੇ ਹੋਏ ਪਰਮੇਸ਼ਰ ਨੂੰ ਨਹੀਂ ਜਾਣਿਆ। ਤੇ ਜਾਂ ਫਿਰ ਮਰ ਜਾਤੇ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮੌਤ ਦੇ ਮਾਰੇ ਹੋਏ ਉਹ ਜੂਨਾਂ ਵਿੱਚ ਜਾਤੇ ਜਾਂਦੇ ਨੇ, ਜਿਨ੍ਹਾਂ ਨੇ ਜੀਵਤ ਭਾਵ ਤੋਂ ਮਰ ਕੇ ਰਾਮ ਪਰਮੇਸ਼ਰ ਨੂੰ ਨਹੀਂ ਜਾਣਨਾ ਕੀਤਾ ਹੈ। ਰਹਾਉ ਅਸਤਾਈ ਦੇ ਕੇ ਫਰਮਾਉਂਦੇ ਐ, ਮਰਨੋ ਮਰਨ ਕਹੈ ਸਭ ਕੋਈ। ਮੂੰਹ ਤੋਂ ਮਰ ਜਾਣਾ। ਇਹ ਤਾਂ ਜਿਹੜੇ ਮਨਮੁਖ ਨਾ, ਆ ਸ਼ਰਾਬੀ ਕਬਾਬੀ ਵੀ, ਉਹ ਵੀ ਕਹਿਣਗੇ ਪੀ ਲੈ ਥੋੜੀ ਜੀ, ਮਰਦਾ ਜਾਣਾ ਹੀ ਹੈ। ਵੀ ਫਿਰ ਨਖੇਦੀ ਚੀਜ਼ਾਂ ਖਾ ਕੇ ਮਰਨਾ। ਉਹ ਕਹਿੰਦਾ ਖਾ ਪੀ ਲੋ ਜਿੰਨਾ ਖਾ ਪੀਂਦਾ, ਮਰਦਾ ਜਾਣਾ ਹੀ ਹੈ। ਵੀ ਖਾਣ ਪੀਣ ਵਾਸਤੇ ਜਿਉਂਦੇ ਰਹਿਣਾ, ਸਿਮਰਨ ਕਰਨਾ। ਭਗਤੀ ਕਹਿੰਦੇ ਨੇ ਵੀ ਮਰਨੋਂ ਮਰਨ ਕਹੇ, ਮੁਖੋਂ ਤਾਂ ਮੁਖੋਂ ਅਲਾਏ ਹਬ ਮਰਨ, ਪਛਾਣਨ ਤੋਂ ਕੋਈ, ਪਰ ਪਛਾਣ ਦਾ ਕੋਈ ਹੈ। ਮੂੰਹ ਤੋਂ ਮਰਨ ਦੀ ਗੱਲਾਂ ਸਾਰੇ ਕਰਦੇ ਨੇ, ਸਾਰੇ ਕਹਿੰਦੇ ਨੇ, ਪਰ ਭਾਈ ਮਰਨੇ 'ਚ ਬੜਾ ਭੇਦ ਹੈ। ਸਹਿਜੇ ਮਰੈ ਅਮਰ ਹੋਏ ਸੋਈ। ਜਿਹੜਾ ਸਹਿਜੇ ਸੁਤੇ ਸਿੱਧ ਜੀਵਤ ਭਾਵ ਤੋਂ ਮਰੇ ਮਰਦਾ ਹੈ, ਸੋਈ ਉਹ ਅਮਰ, ਮੌਤ ਤੋਂ ਰਹਿਤ ਹੋ ਜਾਂਦਾ ਹੈ। ਅਮਰ ਦਾ ਅਰਥ ਹੈ ਮਰਨ ਤੋਂ ਰਹਿਤ। ਮਰਨਾ, ਅਮਰ ਨਾ ਮਰਨਾ, ਸਦੀਵ ਜੀਵਨ ਮਿਲ ਜਾਂਦਾ, ਉਹ ਸਦਾ ਹੀ ਜਿਉਂਦਾ ਹੋਇਆ। ਜਿਹੜੇ ਸਹਿਜੇ ਗਿਆਨ ਦੀ ਪ੍ਰਾਪਤ ਕਰਕੇ ਜੀਵਤ ਭਾਵ ਤੋਂ ਮਰਦੇ ਹੈ, ਕਹਿੰਦੇ ਉਹ ਅਮਰ, ਮਰਨ ਤੋਂ ਰਹਿਤ ਬ੍ਰਹਮ ਸਰੂਪ ਹੀ ਹੋ ਜਾਂਦੇ ਨੇ। ਉਹਨਾਂ ਨੂੰ ਅਮਰ ਪਦਵੀ ਮਿਲ ਜਾਂਦੀ ਹੈ। ਅੰਮ੍ਰਿਤ ਪੀਵੇ ਅਮਰ ਸੋ ਹੋਏ। ਉਹ ਗਿਆਨ ਰੂਪੀ ਅੰਮ੍ਰਿਤ ਪੀ ਲਿਆ ਉਹਨਾਂ ਨੇ, ਨਾਮ ਰੂਪੀ ਅੰਮ੍ਰਿਤ ਪੀ ਲਿਆ, ਉਹ ਅਮਰ ਹੋ ਗਏ। ਕਹੋ ਕਬੀਰ ਮਨ ਭਇਆ ਆਨੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਮਨ ਹਿਰਦੇ ਦੇ ਵਿੱਚ ਜਦੋਂ ਸਰੂਪ ਦੀ ਸਖਿਆਤਤਾ ਹੋ ਗਈ ਹੈ, ਤਾਂ ਫਿਰ ਉਹ ਸਖਿਆਤਤਾ ਦਾ ਆਨੰਦਾ ਤੇ ਆਨੰਦ ਮੰਗਲ ਖੁਸ਼ੀਆਂ ਭਇਆ ਪ੍ਰਾਪਤ ਹੋ ਗਈਆਂ ਹੈ। ਗਿਆ ਭਰਮ ਰਹਿਆ ਪਰਮਾਨੰਦਾ। ਜਿਹੜਾ 5 ਪ੍ਰਕਾਰ ਦਾ ਭਰਮ ਸੀ, ਸੰਸਾ ਸੀ, ਉਹ ਚਲਿਆ ਗਿਆ। ਭੇਦ ਪਰਮ, ਕਰਤਤ ਪਰਮ, ਪੁਨ ਸੰਗ ਪਰਮ, ਵਿਕਾਰ ਇਤਿਆਦਿ ਕੇ ਸਾਰੇ ਨਾਸ ਹੋ ਗਏ।
ਅਸਤੀ ਭੰਤੀ ਪ੍ਰਿਯਤਾ, ਇਹ ਜਿਹੜੇ ਰੂਪ ਪਰਮਾਨੰਦ ਵੱਡਾ ਆਨੰਦ ਸਰੂਪ ਪਰਮੇਸ਼ਰ ਹੈ, ਉਹ ਅੰਤਸਕਰਨ ਦੇ ਵਿੱਚ ਆ ਕੇ ਰਹਿ ਗਿਆ, ਸਥਿਤ ਹੋ ਗਿਆ ਹੈ। ਗੌੜੀ ਕਬੀਰ ਜੀ। ਗੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਇਹਨਾਂ ਦੀ ਨਾ ਇੱਕ ਵਾਰੀ ਬਿਰਤੀ ਐਸੀ ਮਸਤਾਨੀ ਹੋ ਗਈ, ਨਾ ਕਿਸੇ ਨਾਲ ਕਬੀਰ ਸਾਹਿਬ ਬੋਲਣ, ਨਾ ਚੱਲਣ, ਨਾ ਕੁਝ ਖਾਣ ਪੀਣ, ਉਹ ਜਿੱਥੇ ਪਏ ਨ ਪਏ ਰਿਹਾ ਕਰਨ। ਮਾਂ ਨੂੰ ਬੜਾ ਸੰਸਾ ਹੋ ਗਿਆ। ਤੇ ਗ੍ਰੰਥਾਂ ਦੇ ਵਿੱਚ ਇਹਨਾਂ ਦੀ ਮਾਤਾ ਦਾ ਨਾਮ ਭਾਵੇਂ ਸਾਸੀ 2 ਪ੍ਰਕਾਰ ਕਰਕੇ ਹੈ, ਜਿਵੇਂ ਇੱਕ ਦੇ 2 ਨਾਮ ਹੁੰਦੇ ਆ। ਤੇ ਇਸ ਪ੍ਰਕਾਰ ਹੈ ਵੀ ਨੀਰੂ ਤੇ ਨੀਮਾ ਵੀ ਕਹਿੰਦੇ, ਨੀਮਾ ਸੀ, ਪਰ ਇਸ ਨੂੰ ਸਾਸੀ ਤਮਾਤੀ ਵੀ ਕਹਿੰਦੇ ਸੀ। ਇਹਦੀ ਮਾਤਾ ਤਮਾਤੀ ਜਿਹੜੀ ਸੀ, ਉਹ ਇੱਕ ਵੈਦ ਨੂੰ ਬੁਲਾ ਕੇ ਲਿਆਈ ਵੀ ਮੇਰੇ ਪੁੱਤਰ ਨੂੰ ਤਾਂ ਕੋਈ ਰੋਗ ਲੱਗ ਗਿਆ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਸ ਬਿਰਤੀ ਦੇ ਵਿੱਚ ਪਿਤਾ ਨੇ ਵੈਦ ਲੈ ਆਂਦੇ ਸੀ ਹਰਦਾਸ ਨੂੰ, ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾਹ, ਆਉਂਦਾ ਨਾ ਸਾਰਾ ਪ੍ਰਸੰਗ। ਇਉਂ ਕਬੀਰ ਸਾਹਿਬ ਦੇ ਨਾਲ ਵੀ ਐਸਾ ਹੋਇਆ। ਉਹ ਵੈਦ ਲੈ ਆਂਦਾ ਘਰ ਦੇ ਵਿੱਚ ਆ ਕੇ, ਉਹਨੇ ਵੈਦ ਨੇ, ਕਬੀਰ ਸਾਹਿਬ ਜੀ ਇੱਥੇ ਪਏ ਸੀ ਤੇ ਉਹ ਤਾਂ ਪ੍ਰਭ ਭਗਤੀ ਦੀ ਹਾਲਤ ਦੇ ਵਿੱਚ ਆਨੰਦ ਦੇ ਵਿੱਚ ਸੀ। ਵੈਦ ਜੀ ਨੇ ਬਾਂਹ ਫੜ ਕੇ ਨਬਜ਼ ਦੇਖਣ ਲੱਗਾ ਤੇ ਗੁੱਟ ਦੇ ਕੋਲ ਕੂਣੀ ਤੋਂ ਉੱਪਰ ਐਨ ਅੰਗੂਠੇ ਦੀਆਂ ਜੜਾਂ ਦੇ ਵਿੱਚ ਇੱਥੇ 3 ਉਂਗਲਾਂ ਜਿਹੜੀਆਂ ਅੰਗੂਠੇ ਦੇ ਨਾਲ ਲੱਗਦੀ ਉਂਗਲ ਤੇ ਗਵਲੀ ਉਂਗਲ ਤੇ ਚੀਚੀ ਦੇ ਨਾਲ ਲੱਗਦੀ 3 ਉਂਗਲਾਂ ਨਬਜ਼ ਦੇ ਉੱਤੇ ਰੱਖਦੇ ਆ। ਇਹ ਨਾਰੀ ਪ੍ਰੀਖਿਆ ਕਹਿੰਦੇ ਨੇ ਇਸ ਨੂੰ, ਨਾੜਾਂ ਦੀ ਪ੍ਰੀਖਿਆ ਕਰਨ ਵਾਲੀ ਵਿਦਿਆ ਇੱਕ। ਉਹਦੇ ਵਿੱਚ ਜੇ ਵਾਯ ਰੋਗ ਹੋਊਗਾ ਤਾਂ ਫਿਰ ਇਹਨਾਂ ਉਂਗਲਾਂ ਦੇ ਵਿੱਚੋਂ ਵਾਯ ਨੂੰ ਦੱਸਣ ਵਾਲੀ ਇੱਕ ਉਂਗਲ ਹੈ, ਪਿੱਤ ਨੂੰ ਦੱਸਣ ਵਾਲੀ ਦੂਜੀ ਹੈ, ਕਫ ਨੂੰ ਦੱਸਣ ਵਾਲੀ ਤੀਜੀ ਹੈ। ਉਹ ਫਿਰ ਉੱਤੋਂ ਹੀ ਹਿਸਾਬ ਲਾ ਕੇ ਕਹਿੰਦੇ ਆ ਵੀ ਤੈਨੂੰ ਆ ਹੈ। ਉਹ ਜਦੋਂ ਨਬਜ਼ ਦੇਖੀ, ਨਾ ਵਾਏ ਨਾ ਪਿੱਤ ਨਾ ਕਫ ਨਾ ਰੁਦਰ ਵਗੈਰ ਬਿਮਾਰੀ ਤਾਂ ਹੈ ਨਹੀਂ ਸੀ ਕੋਈ, ਉਹ ਤਾਂ ਭਗਤੀ 'ਚ ਪਏ ਸੀ। ਉਸ ਵੇਲੇ ਜਦੋਂ ਵੈਦ ਨਬਜ਼ ਵੇਖ ਰਿਹਾ ਹੈ ਤਾਂ ਨਬਜ਼ ਦੇਖ ਕੇ ਵੈਦ ਜੋ ਬੋਲਿਆ, ਕਬੀਰ ਸਾਹਿਬ ਨੇ ਉਹ ਵੀ ਅੱਖਰ ਲਿਖ ਦਿੱਤੇ ਵੀ ਮੇਰੀ ਮਾਂ ਨੂੰ ਵੈਦ ਨੇ ਇਉਂ ਕਿਹਾ ਸੀ ਉਸ ਵੇਲੇ। ਕਤ ਨਹੀਂ ਠੌਰ ਮੂਲ ਕਤ ਲਾਵੋ। ਹੇ ਮਾਤਾ, ਵੈਦ ਕਹਿੰਦੇ ਤੇਰੇ ਪੁੱਤਰ ਦੇ ਸਰੀਰ ਵਿੱਚ ਕਤ ਕਿਸੇ ਠੌਰ ਥਾਂ ਤੇ ਨਾ ਬਾਤ, ਨਾ ਪਿੱਤ, ਨਾ ਕਫ, ਇਹ ਕੋਈ ਵੀ ਮੈਨੂੰ ਨਜ਼ਰ ਨਹੀਂ ਆ ਰਹੀ ਹੈ। ਇਹਦੀ ਤਾਂ ਨਾੜੀ ਜਿਹੜੀ ਹੈ ਤੰਦਰੁਸਤ ਦੱਸ ਰਹੀ ਹੈ। ਫਿਰ ਮੂਲ ਦਵਾਈ ਕਤ ਕਿੱਥੇ ਲਾਵਾਂ ਹੁਣ ਮੈਂ ਇਹਨੂੰ? ਦਵਾਈ ਨੂੰ ਕਿਹੜੀ ਦਵਾਈ ਦੇ ਦਿਆਂ ਇਹਨੂੰ ਮੈਂ ਤੇਰੇ ਪੁੱਤਰ ਨੂੰ? ਇਹ ਤਾਂ ਤੰਦਰੁਸਤ ਹੈ। ਉਹ ਕਹਿਣ ਲੱਗੀ, ਮਾਤਾ ਤੇ ਤੂੰ ਤੰਦਰੁਸਤ ਕਹਿੰਦਾ ਤੇ ਇਹ ਪਿਆ ਹੀ ਰਹਿੰਦਾ ਹਰ ਵਕਤ। ਉਹ ਵੈਦ ਦੀ ਹਾਲਤ ਦੱਸਦੇ ਨੇ, ਖੋਜ ਤਨ ਮਹਿ, ਖੋਜਤ ਤਨ ਮਹਿ ਠੌਰ ਨਾ ਪਾਵੋ। ਮਾਤਾ ਮੈਂ ਚੰਗੀ ਤਰ੍ਹਾਂ ਤੇਰੇ ਪੁੱਤਰ ਦੇ ਤਨ ਸਰੀਰ ਦੇ ਮਹਿ ਵਿੱਚ ਆਪਣੀ ਸੁਰਤ ਨਾਲ ਖੋਜ ਕੇ ਵੇਖ ਲਿਆ, ਕਿਤੇ ਵੀ ਨਾੜੀਆਂ ਦੇ ਵਿੱਚ ਕੋਈ ਰੋਗ, ਉਸ ਰੋਗ ਦਾ ਥਾਂ ਨਹੀਂ ਮੈਨੂੰ ਲੱਭਿਆ। ਇਹਦੇ ਵਿੱਚ ਠੌਰ ਨਾ ਪਾਵੋ, ਮੈਨੂੰ ਟਿਕਾਣੇ ਨਹੀਂ ਲੱਭਿਆ ਰੋਗ ਦਾ। ਕਬੀਰ ਸਾਹਿਬ ਜੀ ਉੱਠ ਕੇ ਬੈਠੇ ਹੋ ਗਏ, ਕਹਿੰਦੇ ਵੈਦ ਜੀ ਮੈਂ ਦੱਸਦਾ। ਮਾਂ ਤੋਂ ਨਹੀਂ ਦੱਸ, ਹੁਣ ਤੈਨੂੰ ਮੈਂ ਦੱਸਾਂ ਕੀ ਰੋਗ ਹੈ? ਤੇ ਕਹਿਣ ਲੱਗੇ ਹਾਂ ਦੱਸੋ। ਦੁਬਾਰੇ ਬੋਲੋ ਜੀ। ਕਤ ਨਹੀਂ ਠੌਰ ਮੂਲ ਕਤ ਲਾਵੋ। ਹੇ ਵੈਦ ਜੀ, ਸਾਡਾ ਕਤ ਕੋਈ ਵੀ ਅਜਿਹਾ ਠੌਰ ਸਰੀਰ ਦਾ ਥਾਂ ਨਹੀਂ ਹੈ ਜਿਹੜਾ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਪੀੜਤ ਨਾ ਹੋਇਆ ਵਾ ਹੋਵੇ, ਜਿੱਥੇ ਇਹ ਰੋਗ ਨਾ ਹੋਵੇ, ਜਿੱਥੇ ਇਹ ਦੁੱਖ ਨਹੀਂ ਹੈ। ਤੇ ਇਸ ਕਰਕੇ ਮੂਲ ਕਤ ਲਾਵੋ। ਇਹ ਮੂਲ ਜੜੀ ਬੂਟੀ ਕਿੱਥੇ ਲਾਏਗਾ ਤੂੰ? ਇਹ ਜੜੀਆਂ ਬੂਟੀਆਂ ਨਾਲ ਇਲਾਜ ਹੋਣ ਵਾਲਾ ਮੇਰਾ, ਇਹ ਪੀੜਾ ਮਨ ਦੇ ਵਿੱਚ ਹੋ ਰਹੀ ਹੈ। ਤੂੰ ਜੜੀ ਬੂਟੀ ਕਿੱਥੇ ਲਾਏਗਾ? ਤੇਰੇ ਬਸ ਦੀ ਗੱਲ ਨਹੀਂ ਵੈਦਾ, ਤੂੰ ਆਪਣੇ ਘਰ ਨੂੰ ਜਾਣਾ ਕਰ। ਖੋਜਤ ਤਨ ਮਹਿ ਠੌਰ ਨਾ ਪਾਵੋ। ਜੇ ਤੂੰ ਮੇਰੇ ਤਨ ਸਰੀਰ ਦੇ ਵਿੱਚ ਖੋਜ ਕਰੇਗਾ ਤਾਂ ਐਸਾ ਕੋਈ ਠੌਰ ਥਾਂ ਹੀ ਨਹੀਂ ਲੱਭੇਗਾ ਜਿੱਥੇ ਮੇਰੇ ਪਰਮਾਤਮਾ ਦੇ ਵਿਛੋੜੇ ਦੀ ਤਕਲੀਫ, ਵਿਛੋੜੇ ਦਾ ਦਰਦ ਮੇਰੇ ਅੰਗ ਅੰਗ ਵਿੱਚ ਹੋ ਗਿਆ ਹੈ। ਜਿਵੇਂ ਫਰੀਦ ਸਾਹਿਬ ਨੇ ਕਿਹਾ ਹੈ, ਅਜ ਨਾ ਸੁੱਤੀ ਕੰਤ ਸਿਓ ਫਰੀਦਾ, ਅਜ ਨਾ ਸੁੱਤੀ ਕੰਤ ਸਿਓ ਅੰਗ ਮੁਰੇ ਮੁਰਝਾਏ, ਜਾਏ ਪੁੱਛੋ ਦੁਹਾਗਣੀ ਤੂੰ ਕਿਉਂ ਰਹਿਣ ਬਿਹਾਏ। ਅੰਗ ਅੰਗ ਦੇ ਵਿੱਚ ਤਕਲੀਫ ਹੋ ਰਹੀ ਹੈ, ਅੰਗ ਮੁੜਦੇ ਹੈ। ਜਦੋਂ ਤਕਲੀਫ ਦੇ ਵਿੱਚ ਬੰਦਾ ਮਹਿਸੂਸ ਕਰਦਾ ਵੀ ਮੇਰੇ ਸਾਰੇ ਸਰੀਰ ਦੇ ਵਿੱਚ ਇਹ ਰੋਗ ਫੈਲਿਆ ਹੋਇਆ ਹੈ,
ਅੰਗ ਮੁੜ ਜਾਂਦੇ ਨੇ। ਤੇ ਵੈਦ ਕਹਿੰਦਾ ਮੈਨੂੰ ਤਾਂ ਕੋਈ ਪੀੜ ਲੱਭੀ ਨਹੀਂ। ਕਬੀਰ ਸਾਹਿਬ ਵੀ ਫਿਰ ਅੱਗੇ ਦੱਸਦੇ ਹਨ, ਲਾਗੀ ਹੋਏ ਸੋ ਜਾਣੈ ਪੀਰ। ਕਹਿੰਦੇ ਵੈਦ ਜੀ ਤੈਨੂੰ ਨਹੀਂ ਨਾ ਲੱਗੀ, ਇਸ ਕਰਕੇ ਤੈਨੂੰ ਪਤਾ ਨਹੀਂ। ਤੰਦਰੁਸਤ ਬੰਦੇ ਨੂੰ ਕੀ ਪਤਾ ਹੈ ਬਿਮਾਰ ਦਾ। ਤੈਨੂੰ ਅਜੇ ਰੱਬ ਦੇ ਨਾਂ ਦੀ ਇਹ ਪੀੜ ਵਿਛੋੜੇ ਦੀ ਮਹਿਸੂਸ ਨਹੀਂ ਹੁੰਦੀ ਹੈ। ਵਿਛੋੜਾ ਸੁਣੇ ਦੁੱਖ ਬਿਨ ਟਿੱਠੇ ਮਰਿਓ। ਇਹ ਪ੍ਰੇਮ ਦੀ ਪੀੜਾ ਹੈ। ਜਿਸ ਨੂੰ ਲੱਗੀ ਹੋਈ ਹੋਵੇ ਸੋ ਉਹੀ ਇਸ ਪੀੜਾ ਨੂੰ ਜਾਣਦਾ। ਤੈਨੂੰ ਤਾਂ ਰੱਬ ਬਾਰੇ ਗਿਆਨ ਹੀ ਨਹੀਂ ਹੈ, ਉਹ ਜਾਣਦਾ। ਤੂੰ ਕੀ ਦੱਸਿਆ ਇਹ ਸਮਝੇਗਾ। ਰਾਮ ਭਗਤ ਅਨਿਆਲੇ ਤੀਰ। ਕਹਿੰਦੇ ਜੀ ਫਿਰ ਤੁਸੀਂ ਉਹ ਦੱਸੋ ਵੀ ਇਹ ਪੀੜ ਕਿਹੋ ਜੀ ਹੈ, ਮੈਨੂੰ ਦੱਸੋ ਤੁਸੀਂ। ਕਹਿੰਦੇ ਫਿਰ ਤੈਨੂੰ ਮੈਂ ਇੱਕ ਪ੍ਰਮਾਣ ਦੇ ਕੇ ਦੱਸਦਾ। ਪਰਮੇਸ਼ਰ ਦੀ ਭਗਤੀ ਜਿਹੜੀ ਹੈ, ਭਗਤ ਨਾਮ ਭਗਤੀ ਦਾ ਹੀ ਹੈ। ਇਹ ਤਾਂ ਅਣਿਆਲੇ ਹੁੰਦੇ ਨੇ ਜਿਹੜੇ ਮੁੜਵੇਂ, ਉਹ ਕੁੰਡਲੀਆਂ ਵਾਲੇ ਤੀਰ ਹੁੰਦੇ ਨੇ। ਭਗਵਾਨ ਰਾਮ ਜੀ ਨੇ ਇਹੀ ਤੀਰ ਰੱਖੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਵਾਰੀ ਤੀਰ ਖੁੱਭ ਜਾ ਫਿਰ ਅੰਦਰਾਂ ਵੀ ਨਾਲੇ ਲੈ ਕੇ ਆਉਂਦਾ ਹੈ। ਇਹ ਮੁੜਵਾਂ ਤੀਰ ਹੁੰਦਾ ਹੈ, ਪਿੱਛੇ ਦੇ ਕੰਢੇ ਜਿਹੇ ਹੁੰਦੇ ਨੇ ਇਸਦੇ। ਤੇ ਇਸ ਕਰਕੇ ਕਹਿੰਦੇ ਕੁੰਡਲੀਆ ਤੀਰ ਕਹਿੰਦੇ ਮੇਰੇ ਹਿਰਦੇ 'ਚ ਵਿਛੋੜੇ ਦਾ ਵੱਜ ਗਿਆ ਵੈਦਾ। ਇਸ ਕਰਕੇ ਇਹ ਅਣਿਆਲੇ ਤੀਰ ਖੁੱਭੇ ਹੋਏ ਨੇ, ਤੀਰ ਬਾਣ ਵੱਜੇ ਹੋਏ ਨੇ। ਵੈਦ ਕਹਿਣ ਲੱਗਾ ਭਗਤ ਤਾਂ ਬਥੇਰੇ ਦੇਖੇ ਪਰ ਤੇਰੇ ਵਰਗਾ ਨਹੀਂ ਕੋਈ ਦੇਖਿਆ। ਇਹ ਕਿਸ ਤਰ੍ਹਾਂ ਦੀ ਤੇਰੀ ਭਗਤੀ ਹੈ। ਕੋਲੋਂ ਕਬੀਰ ਦੀ ਮਾਂ ਕਹਿੰਦੀ ਮੈਂ ਇਹੀ ਗੱਲ ਮੈਂ ਸੋਚਦੀ ਹਾਂ ਵੀ ਭਗਤਾ ਬਥੇਰ ਹੋਇਆ, ਇਹ ਪਤਾ ਨਹੀਂ ਕਿਹੇ ਜਿਹੇ ਚੱਜ ਕਰੀ ਜਾਂਦਾ। ਉਸ ਵੇਲੇ ਕਬੀਰ ਸਾਹਿਬ ਜੀ ਕਹਿਣ ਲੱਗੇ ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਏਕ ਭਾਏ ਦੇਖੋ ਸਭ ਨਾਰੀ। ਕਹਿੰਦੇ ਬੈ ਜੀ ਇਹਦੇ ਵਿੱਚ ਮੈਂ ਇੱਕ ਮਿਸਾਲ ਦਿੰਦਾ। ਮਾਂ ਨੂੰ ਤਾਂ ਨਹੀਂ ਕੁਛ ਕਿਹਾ, ਮਾਂ ਨੂੰ ਉਹ ਸੁਣਾਦਾ ਰਹੇ ਨੇ, ਮਾਂ ਨੂੰ ਵੀ ਅਦਬ ਵੀ ਰੱਖਦੇ ਨੇ। ਕਹਿੰਦੇ ਦੇਖੋ ਏਕ ਇੱਕੋ ਜਿਹੇ ਭਾਏ ਸਰੂਪ ਵਾਲੀਆਂ, ਏਕ ਭਾਏ ਦੇਖੋ ਸਭ ਨਾਰੀ। ਇੱਕੋ ਜਿਹੇ ਭਾਏ ਪ੍ਰੇਮ ਕਰਨ ਵਾਲੀਆਂ ਰਾਣੀਆਂ, ਇੱਕ ਇੱਕ ਰਾਜ ਦੇ ਕਿੰਨੀਆਂ ਕਿੰਨੀਆਂ ਰਾਣੀਆਂ ਹੁੰਦੀਆਂ। ਆ ਪਟਿਆਲੇ ਵਾਲੇ ਦੀ ਦੇਖ ਲਓ ਕਿੰਨੀਆਂ ਸੀ। ਸੁਣ ਲਓ ਉਹ ਜਾ ਕੇ ਦੇਖ ਕੀ ਹੈ। ਤੇ ਉਹ ਜਦੋਂ ਜਾ ਕੇ ਦੇਖੀਏ ਟਿਕਾਣੇ, ਮੈਂ ਤਾਂ ਦੇਖੇ ਨੇ ਉਹ ਜਿੱਥੇ ਰਾਣੀਆਂ ਰਹਿੰਦੀਆਂ ਸੀ, ਤੇ ਕੱਲੀ ਕੱਲੀ ਵਾਸਤੇ ਜਿਹੜੇ ਟਿਕਾਣੇ ਬਣੇ ਹੋਏ। ਤੇ ਇਉਂ ਸਾਸੀ ਰਾਜੇ ਦੇ ਬਹੁਤ ਰਾਣੀਆਂ ਹੁੰਦੀਆਂ। ਰਾਜਿਆਂ ਦੀਆਂ ਨਾਰੀਆਂ ਇਸਤਰੀਆਂ ਦੇਖੋ ਦਿਸਦੀਆਂ ਨਾ, ਪਰ ਉਹਨਾਂ ਦੇ ਵਿੱਚ ਇੱਕ ਫਰਕ ਹੈ। ਕਹਿੰਦੇ ਇਸ ਤਰ੍ਹਾਂ ਭਗਤ ਬਹੁਤ ਦਿਸਦੇ ਨੇ ਪਰ ਫਰਕ ਹੈ। ਕੀ ਫਰਕ ਹੈ ਦੱਸਦੇ ਨੇ। ਕਿਆ ਜਾਨੋ ਸਹਿ ਕੌਣ ਪਿਆਰੀ। ਪਰ ਕਿਆ ਕੀ ਜਾਣੋ ਜਾਣਿਆ ਜਾਵੇ। ਸਹਿ ਮਾਲਕ ਬਾਦਸ਼ਾਹ ਰਾਜੇ ਨੂੰ ਸਭ ਤੋਂ ਵੱਧ ਕਿਹੜੀ ਪਿਆਰੀ ਹੈ ਉਹਨਾਂ ਵਿੱਚ, ਉਹ ਕੌਣ ਕਿਹੜੀ ਹੈ ਜਿਹੜੀ ਸਭ ਤੋਂ ਵੱਧ ਪਿਆਰੀ ਹੋਵੇ। ਇਸ ਆਸ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਦੇ ਵਿੱਚ ਗਏ ਨਾ, ਰਾਜੇ ਨੂੰ ਜਿਹਨਾਂ ਔਰੰਗਜ਼ੇਬ ਨੇ ਕੁਟਲਨੀਤੀ ਨਾਲ ਭੇਜਿਆ ਸੀ, ਉਹਦੇ ਲੰਮੇ ਪ੍ਰਸੰਗ ਦਾ ਇਤਿਹਾਸ ਦੇ ਸੁਣਾਏ ਜਾ ਸਕਦੇ ਹੈ। ਕਥਾ ਦੇ ਵਿੱਚ ਬਹੁਤੇ ਲੰਮੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਲਿਖਿਆ ਵੀ ਬਿਸ਼ਨ ਸਿੰਘ ਰਾਜਾ ਸੀ। ਗਿਆਨੀ ਗਿਆਨ ਸਿੰਘ ਨੇ ਤਵਾਰੀਖ ਵਿੱਚ ਲਿਖਿਆ ਵੀ ਜੋਧਪੁਰ ਦਾ ਸੀ ਇਹ। ਭਾਈ ਸੰਤੋਖ ਸਿੰਘ ਨੇ ਜੋਧਪੁਰ ਦਾ ਲਿਖਿਆ। ਜਦੋਂ ਇਹਦੀ ਪੜਤਾਲ ਕੀਤੀ ਅਸਾਸ ਜੀ, ਉੱਥੇ ਰਾਜਿਆਂ ਦੇ ਸਾਰੀਆਂ ਤਰੀਖਾਂ ਜਾ ਕੇ ਮੇਲ ਕੇ ਦੇਖੀਆਂ ਅਸੀਂ, ਉਹਨਾਂ ਦੀ ਲਿਸਟ ਪੜ੍ਹੀ ਆ, ਉਹਨਾਂ ਦੇ ਜੰਮਣ ਤੇ ਮਰਨ ਦੀਆਂ ਤਰੀਕਾਂ ਦੇਖੀਆਂ। ਉਹਦੇ ਸਾਸ ਜੀ ਇਹ ਗੱਲ ਫੇਰੀ ਹੈ, ਇਹ ਭਾਈ ਸੰਤੋਖ ਸਿੰਘ ਨੇ ਸੁਣੀ ਹੋਈ ਗੱਲ ਕਿਤੇ ਲਿਖ ਦਿੱਤੀ, ਕਿਉਂਕਿ ਉਦੋਂ ਸਾਧਨ ਨਹੀਂ ਸੀ ਹੁੰਦੇ ਇਹ ਜੇ। ਇਹ ਰਾਜਾ ਬਿਸ਼ਨ ਸਿੰਘ ਨਹੀਂ ਹੈ। ਬਿਸ਼ਨ ਸਿੰਘ ਦੇ ਨਾਂ ਤੇ ਰਾਮ ਸਿੰਘ ਜਾਣਨਾ ਹੈ। ਕਥਾ ਕਰਨ ਵੇਲੇ ਵੀ ਥੋੜਾ ਜਿਹਾ, ਤੇ ਜੇ ਸਾਡੇ ਬਜ਼ੁਰਗ ਇਸ ਤਰ੍ਹਾਂ ਕਰਦੇ ਰਹੇ ਹੈ, ਜੋ ਨਿਗਾਹ 'ਚ ਆ ਗਈ ਗੱਲ, ਫਿਰ ਸਾਨੂੰ ਸੰਪਰਦਾ ਵਾਲਿਆਂ ਨੂੰ ਵੀ ਥੋੜਾ ਜਿਹਾ ਇਹਨੂੰ। ਇਹਦੇ ਡਾਕਟਰ ਭਾਈ ਵੀਰ ਸਿੰਘ ਨੇ ਵੀ ਬਹੁਤ ਖੋਜ ਕੀਤੀ ਹੈ, ਉਹਨਾਂ ਨੇ ਵੀ ਨਿਰਣਾ ਕੀਤਾ। ਕਹਿਣ ਤੋਂ ਭਾਵ ਮੈਂ ਤਾਂ ਕਹਿ ਰਿਹਾ, ਕੱਲ ਨੂੰ ਕੋਈ ਸੰਪਰਦਾ ਵਾਲੇ ਕਹੇ ਜੀ ਇਹ ਆਪਣੀ ਮਤ ਘੋਟ ਦਿੱਤੀ ਹੈ। ਤੇ ਉਹ ਰਾਜਾ ਰਾਮ ਸਿੰਘ ਉੱਥੇ ਗਿਆ ਹੋਇਆ ਸੀ, ਤੇ ਉੱਥੇ ਫਤਿਹ ਹੋ ਗਈ, ਰਾਜਿਆਂ ਦੀ ਸੁਲ੍ਹਾ ਹੋ ਗਈ। ਉਹਨੇ ਫਿਰ ਚਿੱਠੀ ਲਿਖੀ ਰਾਣੀਆਂ ਨੂੰ। ਉਹਨੇ ਕਿਹਾ ਇਹ ਰਾਣੀਓ, ਮੈਂ ਹੁਣ ਵਾਪਸ ਆ ਰਿਹਾ, ਜੰਗ ਫਤਿਹ ਹੋ ਗਿਆ, ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੋ ਗਈ ਹੈ ਵੀ ਹੁਣ ਤੁਸੀਂ ਜਿਹੜੀ ਕੋਈ ਚੀਜ਼ ਇੱਧਰ ਦੀ ਕੀਮਤੀ, ਕੋਈ ਕਿਸੇ ਨੇ ਕਿਹਾ ਜੀ ਗਹਿਣੇ ਲਿਆਓ, ਕਿਸੇ ਨੇ ਕਿਹਾ ਇੱਧਰ ਦੇ ਢਾਕੇ ਦੀ ਮਲਮਲ ਬਹੁਤ ਸੋਹਣੀ ਆ ਉਹ ਲਿਆਓ, ਕਿਸੇ ਨੇ ਕੁਛ ਕਿਸੇ ਨੇ ਕੁਛ। ਸਭ ਤੋਂ ਛੋਟੀ ਰਾਣੀ ਸੀ ਜਿਹੜੀ, ਉਹਨੂੰ ਜਦੋਂ ਕਿਹਾ ਵੀ ਤੂੰ ਵੀ ਲਿਖ, ਉਹਨੇ ਚਿੱਠੀਆਂ ਲਿਖੀਆਂ ਸਾਰੀਆਂ ਨੇ। ਛੋਟੀ ਰਾਣੀ ਨੇ ਚਿੱਠੀ ਲਈ, ਉਹਦੇ ਤੇ ਸ਼ਾਹੀ ਦੇ ਨਾਲ ਸੱਸਾ ਅੱਖਰ ਲਿਖ ਦਿੱਤਾ, ਸੱਸੇ ਨੂੰ ਕੰਨਾ ਲਾਤਾ ਸਾ, ਸੱਸਾ ਅੱਖਰ ਲਿਖ ਦਿੱਤਾ।
ਤੇ ਲਾਲ ਰੰਗ ਦਾ ਟਿੱਕਾ ਲਾਤਾ ਸੱਸੇ ਦੇ ਬਰਾਬਰ, ਉਹ ਲਾ ਕੇ ਫੜਾ ਦਿੱਤਾ। ਰਾਜੇ ਨੇ ਸਾਰੀਆਂ ਚਿੱਠੀਆਂ ਪੜ੍ਹੀਆਂ। ਜਦੋਂ ਛੋਟੀ ਰਾਣੀ ਦੀ ਚਿੱਠੀ ਪੜ੍ਹੀ ਉਹ ਸਮਝ ਚ ਨਾ ਆਵੇ, ਉਹਨੇ ਵਜ਼ੀਰ ਨੂੰ ਬੁਲਾਇਆ। ਕਹਿੰਦੇ ਵਜ਼ੀਰ, ਮੇਰੀ ਛੋਟੀ ਰਾਣੀ ਨੇ ਅੱਖਰ ਕੋਈ ਵੀ ਨਹੀਂ ਲਿਖਿਆ, ਇੱਕ ਅੱਖਰ ਲਿਖਿਆ ਸੱਸਾ, ਤੇ ਆਹ ਲਾਲ ਰੰਗ ਦਾ ਟਿੱਕਾ ਲੱਗਿਆ, ਮੈਨੂੰ ਤਾਂ ਇਹਦਾ ਅਰਥ ਨਹੀਂ ਆਉਂਦਾ। ਵਜ਼ੀਰ ਹੱਸ ਕੇ ਕਹਿੰਦਾ, ਫਿਰ ਅਸੀਂ ਵਜ਼ੀਰ ਕਰਨ ਨੂੰ ਬਣਨਾ ਸੀ, ਤੇਰੇ ਜੇ ਗੁੰਝਲਦਾਰ ਗੱਲਾਂ ਦੇ ਉੱਤਰ ਨਾ ਦਿੱਤੇ। ਕਹਿੰਦੇ ਜੀ ਕੀ ਹੈ? ਉਹ ਕਹਿੰਦੇ ਰਾਜਨ, ਤੇਰੀ ਛੋਟੀ ਰਾਣੀ ਤੇਰੇ ਨਾਲ ਬਹੁਤਾ ਸਨੇਹ ਕਰਦੀ ਹੈ, ਜਿਨ੍ਹਾਂ ਨੂੰ ਤਾਂ ਗਹਿਣਿਆਂ ਕੱਪੜਿਆਂ ਨਾਲ ਸਨੇਹ ਸੀ ਉਹਨਾਂ ਨੂੰ ਤਾਂ ਉਹ ਮੰਗਾ ਲੇ। ਇਹ ਪਤਾ ਕੀ ਮੰਗਦੀ ਹੈ? ਇਹ ਸੱਸਾ ਅੱਖਰ ਇਹ ਕਹਿੰਦਾ ਵੀ ਤੇਰੇ ਸਰੂਪ ਦੀ ਲੱਲਾ, ਜਿਹੜਾ ਲਾਲ ਰੰਗ ਹੈ ਇਹਦਾ ਅਰਥ ਬਣਿਆ ਲਾਲ ਸਾ। ਲਾਲ ਤਾਂ ਰੰਗ ਹੋ ਗਿਆ ਨਾ, ਸਾ ਲਾਲ ਸਾ, ਵੀ ਮੈਨੂੰ ਤਾਂ ਤੇਰੀ ਉਹ ਲਾਲ ਸਾ, ਮੈਨੂੰ ਹੋਰ ਕੋਈ ਪਦਾਰਥ ਨਹੀਂ ਚਾਹੀਦਾ। ਰਾਜਾ ਖੁਸ਼ ਹੋ ਗਿਆ। ਸਾਰੀਆਂ ਰਾਣੀਆਂ ਵਾਸਤੇ ਕੀਮਤੀ ਸਮਾਨ ਇਕੱਠਾ ਕੀਤਾ, ਫੌਜਾਂ ਨੂੰ ਚੁਕਵਾ ਲਿਆ। ਜਦੋਂ ਆਇਆ ਸਾਰੀਆਂ ਰਾਣੀਆਂ ਨੂੰ ਸਾਰਾ ਸਮਾਨ ਜੋ ਲਿਖਿਆ ਸੀ ਭੇਜ ਦਿੱਤਾ। ਇਹ ਕੱਲੀ ਵਾਸਤੇ ਉਹਨਾਂ ਜਿੰਨਾ ਸਮਾਨ ਨਾਲ ਤਾਂ ਇਕੱਠਾ ਕੀਤਾ ਉਹਦੇ ਮਹਿਲਾਂ 'ਚ ਚਲਿਆ ਗਿਆ। ਕਹਿੰਦਾ ਰਾਣੀ, ਜੇ ਤੈਨੂੰ ਲਾਲਸ ਹੈ ਅੱਜ ਤੋਂ ਬਾਅਦ ਮੈਂ ਵੀ ਤੇਰੇ ਅਧੀਨ ਹਾਂ, ਤੇ ਉਹਨਾਂ ਸਾਰੀਆਂ ਨੂੰ ਛੱਡ ਕੇ ਉਹਦੇ ਮਹਿਲਾਂ 'ਚ ਪਹੁੰਚ ਗਿਆ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ, ਏਕ ਪਾਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ, ਕਿ ਉਹ ਰਾਜੇ ਨੂੰ ਕਿਹੜੀ ਪਿਆਰੀ ਹੋ ਜਾਵੇ। ਇਸ ਤੋਂ ਭਾਵ ਹੁਣ ਕਬੀਰ ਸਾਹਿਬ ਜੀ ਅੰਦਰ ਦੱਸ ਦਿਨ ਦੁਬਾਰੇ ਬੋਲੋ, ਅੰਤਰੀ ਭਾਵ ਵਿੱਚ ਦੱਸਦੇ ਹਨ। ਇਸੇ ਪ੍ਰਕਾਰ ਜੇ ਏਕ ਪਾਏ ਦੇਖੋ ਸਭ ਨਾਰੀ, ਇਸੇ ਪ੍ਰਕਾਰ ਦੀਆਂ ਭਗਤਾਂ ਰੂਪੀ ਇਸਤਰੀਆਂ ਸਮਝੋ ਤੁਸੀਂ, ਅਸੀਂ ਰੱਬ ਦੀਆਂ ਇਸਤਰੀਆਂ ਹੈ। ਉਹ ਕਿਸ ਤਰ੍ਹਾਂ ਹੈ? ਠਾਕਰ ਏਕ ਸਵਾਈ ਨਾਰ, ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਹਨ। ਭਗਤ ਲੱਗਦੇ ਨਹੀਂ ਇੱਕੋ ਜਿਹੇ, ਪਰ ਸਾਰੇ ਭਗਤਾਂ ਵਿੱਚੋਂ ਤੇ ਇੱਕੋ ਜਿਹੇ ਪ੍ਰਤੀਤ ਤਾਂ ਹੋ ਰਹੇ ਹਨ। ਸਭ ਤੋਂ ਵੱਧ ਪਰਮੇਸ਼ਰ ਨੂੰ ਕੌਣ ਪਿਆਰਾ ਹੈ? ਭਗਤ। ਕਿਆ ਜਾਨੋ ਸਹਿ ਕੌਣ ਪਿਆਰੀ, ਕਿਆ ਜਾਨੋ, ਇਹ ਬਾਤ ਨੂੰ ਕੌਣ ਜਾਣ ਸਕਦਾ ਹੈ ਵੀ ਕਿਹੜਾ ਭਗਤ ਜ਼ਿਆਦੇ ਉਹਨੂੰ ਪਿਆਰਾ ਹੈ। ਕਹੋ ਕਬੀਰ ਜਾ ਕੇ ਮਸਤਕ ਭਾਗ, ਕਬੀਰ ਸਾਹਿਬ ਜੀ ਕਹਿੰਦੇ ਨੇ ਬੈਦ ਜੀ, ਜਿਹਦੇ ਮੱਥੇ ਤੇ ਸ੍ਰੇਸ਼ਟ ਭਾਗ ਕਰਮ ਹੁੰਦੇ ਹਨ, ਸਭ ਪਰ ਹਰ ਤਾਕੋ ਮਿਲੈ ਸੁਹਾਗ। ਜਿਵੇਂ ਉਹ ਛੋਟੀ ਰਾਣੀ ਦੇ ਭਾਗ ਜਾ ਕੇ ਆਏ, ਉਹਨੇ ਲਿਖਤਾ ਉਸ ਤਰ੍ਹਾਂ। ਕਹਿੰਦੇ ਬਾਕੀ ਸਭਨਾਂ ਨੂੰ ਪਰ ਹਰ ਛੱਡ ਕੇ ਤੇ ਉਸ ਨੂੰ ਸਭ ਤੋਂ ਪਹਿਲਾਂ ਪਰਮੇਸ਼ਰ ਆ ਕੇ ਮਿਲ ਜਾਂਦਾ ਹੈ। ਮਿਲੇ ਪ੍ਰਤੱਖ ਗੋਸਾਈਆਂ ਧੰਨਾ ਬੜ ਭਾਗਾ, ਉਹ ਇਉਂ ਮਿਲ ਜਾਂਦਾ ਹੈ। ਗੌੜੀ ਕਬੀਰ ਜੀ, ਕਬੀਰ ਸਾਹਿਬ ਜੀ ਅੱਗੇ ਗੌੜੀ ਦੇ ਅੰਦਰ ਹੀ ਫਰਮਾਨ ਕਰਦੇ ਹਨ, ਜਿਸ ਵੇਲੇ ਆਪ ਜੀ ਕੁਝ ਸਾਧ ਸੰਗੀ ਪੁਰਸ਼ਾਂ ਨੇ ਆ ਕੇ ਕਬੀਰ ਸਾਹਿਬ ਜੀ ਦੇ ਕੋਲ ਮੁਕਤੀ ਦੀ ਕਹਿੰਦੇ ਤੁਹਾਨੂੰ ਲੋੜ ਨਹੀਂ ਹੈ ਕਬੀਰ ਜੀ, ਇਹ ਪ੍ਰਸ਼ਨ ਕੀਤਾ। ਕਹਿੰਦੇ ਤੁਹਾਨੂੰ ਮੁਕਤੀ ਦੀ ਲੋੜ ਨਹੀਂ, ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ, ਤੁਹਾਨੂੰ ਸਾਰਾ ਕੁਝ ਖੰਡਨ ਕਰੀ ਜਾਂਦੇ ਹੋ ਤੁਸੀਂ ਕੰਸੀ 'ਚ ਬਹਿ ਕੇ। ਇਹ ਗੱਲ ਸੁਣ ਕੇ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਜਾ ਕੇ ਹਰਸਾ ਠਾਕੁਰ ਭਾਈ। ਕਹਿੰਦੇ ਹੇ ਭਾਈ ਭਰਾਵੋ, ਜਿਨ੍ਹਾਂ ਦੇ ਹਰੀ ਪਰਮੇਸ਼ਰ ਠਾਕੁਰ ਸੁਆਮੀ ਮਾਲਕ ਹਮੇਸ਼ਾ ਅੰਗ ਸੰਗ ਰਹਿੰਦਾ ਹੋਵੇ, ਜਾਂ ਇਉਂ ਕਹੋ ਜੇ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਹੋਵੇ। ਹੇ ਭਾਈ ਭਰਾਵੋ, ਠਾਕੁਰ ਜਿਨ੍ਹਾਂ ਨੂੰ ਮਿਲੇ ਗਿਆ ਹੋਵੇ, ਮੁਕਤ ਅਨੰਤ ਪੁਕਾਰਨ ਜਾਈ। ਉਹਨਾਂ ਨੂੰ ਸ਼ਲੋਕ ਸਮੀਪ ਸਿਵਜ ਸਰੂਪ ਆਦਿਕ ਮੁਕਤੀਆਂ ਅਨੰਤ ਬੇਅੰਤ, ਉਹ ਫਿਰ ਜਿਹੜੀਆਂ ਨਾ ਅਨੰਤ ਨਾ ਅਨੰਤ ਦਾ ਅਰਥ ਹੈ ਬੇਅੰਤ, ਇਹ ਮੁਕਤੀਆਂ ਜਾਈ ਜਾ ਕੇ ਪੁਕਾਰਨ। ਉਹ ਪੁਕਾਰਨ ਭਾਵ ਕਿ ਪੁਕਾਰਾਂ ਕਰਦੀਆਂ ਨੇ, ਕਿਹੇ ਤਤਵੇ ਤੇ ਹੇ ਮਹਾਪੁਰਸ਼ ਸਾਨੂੰ ਵਰ ਲੈ, ਸਾਨੂੰ ਪ੍ਰਾਪਤ ਕਰ ਲੈ, ਸਾਨੂੰ ਆਪਣੀ ਚਰਨੀ ਲਾ ਲੈ। ਉਹ ਮੁਕਤੀ ਦੀ ਇੱਛਾ ਨਹੀਂ ਕਰਦੇ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਉਹ ਤਾਂ ਪ੍ਰਮਾਤਮਾ ਦੇ ਚਰਨਾਂ ਕਲਾਂ ਦੀ ਪ੍ਰੀਤ ਸਮਝਦੇ ਹਨ। ਅਬ ਕਹੋ ਰਾਮ ਭਰੋਸਾ ਤੋਰਾ, ਹੇ ਰਾਮ ਪਰਮੇਸ਼ਰ, ਇਹ ਲੋਕ ਕਹੇ ਜੇ ਪ੍ਰਸ਼ਨ ਕਰੀ ਜਾਂਦੇ ਨੇ ਮੈਨੂੰ ਆ ਕੇ, ਅਕਾ ਦਿੱਤਾ ਇਹਨਾਂ ਲੋਕਾਂ ਨੇ। ਅਸੀਂ ਤਾਂ ਕਹੋ ਕਹਿੰਦੇ ਹਾਂ, ਬੇਨਤੀ ਕਰਦੇ ਹਾਂ, ਅਬ ਹੁਣ ਸਾਨੂੰ ਤੇਰਾ ਹੀ ਇੱਕ ਭਰੋਸਾ ਹੈ, ਵਿਸ਼ਵਾਸ ਹੈ। ਤੇ ਜਦੋਂ ਤੇਰੇ ਹੀ ਭਰੋਸਾ ਹੈ, ਤਬ ਕਾਹੂ ਕਾ ਕਵਨ ਨਿਹੋਰਾ, ਤਦੋਂ ਫਿਰ ਸਾਨੂੰ ਕਾਹੂ ਕਿਸੇ ਦਾ ਕਵਨ ਕੀ ਨਿਹੋਰਾ ਹੁੰਦਾ ਆਸਾਨ। ਕਹਿੰਦਾ ਕਿਉਂ ਨਿਹੋਰੇ ਕਰੀ ਜਾਂਦਾ, ਉਹਦਾ ਮਤਲਬ ਆਸਾਨ ਕਰਨ ਦਾ ਹੁੰਦਾ, ਅਰਥ ਪਤਾ ਨਹੀਂ। ਤੇ ਸਮਾਜ ਸਾਡਾ ਬਹੁਤ ਸਾਰੇ ਸ਼ਬਦ ਵਰਤਦਾ ਹੈ।
ਇਹ ਆਸਾਨ ਫਿਰ ਕੀ ਹੋਣਾ ਕਿਸੇ ਦਾ, ਕੀਨ ਹੋ ਰਿਹਾ ਕਿਸੇ ਦਾ। ਇਸ ਕਰਕੇ ਫਿਰ ਜਦੋਂ ਪ੍ਰਮਾਤਮਾ ਦੇ ਨਾਲ ਹੀ ਐਸੀ ਪ੍ਰੀਤੀ ਲੱਗ ਗਈ, ਉਹਦੇ ਤੇ ਭਰੋਸਾ ਵੱਜ ਗਿਆ ਹੈ। ਰਹਾਉ ਅਸਥਾਈ ਦੇ ਕੇ ਕਹਿੰਦੇ ਨੇ। ਪ੍ਰਸ਼ਨ ਕੀਤਾ ਕਬੀਰ ਜੀ, ਜੇ ਸਿਮਰਨ ਭਜਨ ਕਰਨ ਲੱਗ ਪਏ ਤੇ ਤੂੰ ਤਾਂ ਹਰ ਵਕਤ ਲੱਗਿਆ ਰਹਿਣਾ, ਤੇਰੇ ਘਰ 2-2 ਦਿਨ ਤਾਂ ਰੋਟੀ ਨਹੀਂ 3 ਦਿਨ ਪੱਕਦੀ। ਕਹਿੰਦੇ ਸਾਡਾ ਵੀ ਇਹੀ ਹਾਲ ਹੋ ਜੂ, ਫਿਰ ਪਰਿਵਾਰ ਦੀ ਪਾਲਣਾ ਕੌਣ ਕਰੂਗਾ? ਫਿਰ ਕਬੀਰ ਸਾਹਿਬ ਵੀ ਕਹਿੰਦੇ, ਸੁਣ ਲਓ ਇਹਦਾ ਉੱਤਰ। ਅੱਗੇ ਵੀ ਸ਼ਬਦ ਉਚਾਰਨ ਕੀਤਾ ਹੈ, ਤੀਨ ਲੋਕ ਜਾ ਕੇ ਹੈ ਭਾਰ। 3 ਲੋਕ, ਭਾਵ ਕਿ ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਜਿਸ ਪਰਮੇਸ਼ਰ ਦੇ ਭਾਰ ਆਸਰੇ ਰਹਿੰਦੇ ਨੇ, ਜਾ ਕੇ ਹੈ ਭਾਰ, ਉਹਦੇ ਆਸਰੇ ਰਹਿੰਦੇ ਨੇ। ਐਸਾ ਜੋ ਪਰਮੇਸ਼ਰ ਹੈ, ਸੋ ਕਾਹੇ ਨਾ ਕਰੈ ਪ੍ਰਤਪਾਰ। ਉਹ ਪਰਮਾਤਮਾ ਕਾਹੇ ਨਾ ਕਿਉਂ ਨਹੀਂ ਪ੍ਰਤਪਾਲਨਾ ਕਰੇਗਾ, ਭਾਵ ਜ਼ਰੂਰ ਹੀ ਕਰੇਗਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰੋਜੀ ਦੇਹੰਦ ਹੈ, ਰੋਜੀ ਦੇਣ ਵਾਲਾ ਹੈ। ਪਾਖਣ ਕੀਟ ਗੁਪਤ ਹੋਏ ਰਹਤਾ, ਤਾਚੋ ਮਾਰਗ ਨਾਹੀ। ਕਹਿਤ ਨਾ ਪੂਰਨ ਤਾਹੂ ਕੋ, ਮਤਰੇ ਜੀ ਡਰਾਈ। ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਰ ਇੱਕ ਅੱਗੇ ਕਰ ਤਰਿਆ। ਜਿਹੜਾ ਪੱਥਰਾਂ 'ਚ ਕੀੜਿਆਂ ਨੂੰ ਪਾਲਦਾ, ਕੀ ਉਹਨੇ ਦੇਗਾ? ਸਾਧ ਸੰਗਤ ਜੀ, ਵੈਸੇ ਤਾਂ ਪੜ੍ਹਦੇ ਵਾਲੀਆਂ ਗੱਲਾਂ ਜ਼ਾਹਰ ਨਹੀਂ ਕਰਨ ਵਾਲੀਆਂ ਹੁੰਦੀਆਂ, ਪਰ ਮੈਂ ਇਹ ਵਿਦਿਆਰਥੀਆਂ ਨੂੰ ਉਤਸ਼ਾਹ ਹੋਏਗਾ। ਕਦੇ ਐਸਾ ਸਮਾਂ ਸੀ ਸਾਡੇ ਜਥੇ ਵਿੱਚ 250-250 ਪਾਠ ਚੌਪਈ ਸਾਹਿਬ ਦਾ, ਇੱਕ ਜਪਜੀ ਸਾਹਿਬ ਦੇ ਪਾਠ ਸ਼ਾਮ ਤੱਕ ਸਾਂਝੀ ਅਰਦਾਸ ਹੋਇਆ ਕਰਦੀ ਸੀ। ਤੇ ਇੱਕ ਦਿਨ ਗੋਪਾਲ ਸਿੰਘ ਨੇ ਕਿਹਾ, ਜੀ ਮੈਂ ਅੱਜ ਕੱਲ੍ਹ ਅਮਰੀਕਾ 'ਚ 250 ਮੇਰੀ ਹੋ ਗਈ ਚੌਪਈ। ਅੱਜ ਪੰਥ ਤੇ ਇਸ ਤਰ੍ਹਾਂ ਦੀਆਂ ਸੰਕਟ ਦੀਆਂ ਘੜੀਆਂ ਚੱਲਦੀਆਂ ਸੀ, ਪੰਥ ਵਾਸਤੇ ਅਰਦਾਸਾਂ ਸੀ। ਉਸ ਵੇਲੇ ਸਾਧ ਸੰਗਤ ਜੀ ਕੋਈ ਸਿੰਘ ਇੱਕ ਦੂਜੇ ਨਾਲ ਬੋਲਣ ਦਾ ਟਾਈਮ ਹੀ ਨਹੀਂ ਸੀ ਹੁੰਦਾ। ਪ੍ਰਸ਼ਾਦਾ ਛਕਿਆ, ਬਸ ਪਾਠ ਰਹਿੰਦੇ ਨੇ ਮੇਰੇ ਇੰਨੇ, ਤੁਰਦੇ ਵੀ ਫਿਰਦੇ ਵੀ। ਉਹ ਆਨੰਦ ਤਾਂ ਉਹੀ ਸੀ ਸਾਧ ਸੰਗਤ ਜੀ, ਬਸ ਮੈਂ ਉਹਦੇ ਬਾਰੇ ਕੀ ਕਹਾਂ। ਤੇ ਜਥਾ ਕਿਤੇ ਕਿਤੇ ਪਿੰਡਾਂ ਵਾਲੇ ਲੈ ਜਾਂਦੇ ਸੀ, ਸਾਧਨ ਕੋਈ ਸੀ। ਟਰਾਲੀ ਦੇ ਵਿੱਚ ਪਮੌਰ ਵਾਲੇ ਲੈ ਗਏ ਸਾਨੂੰ, ਟਰਾਲੀ 'ਚ ਬਹਿ ਕੇ ਗਏ ਸੀ ਜਥਾ। ਤੇ ਉੱਥੇ ਜਾ ਕੇ ਉਦੋਂ ਸੰਤ ਸੁਰਜਨ ਸਿੰਘ ਜੀ ਸਾਧ ਸੰਗਤ ਜੀ ਹੈਗੇ ਸੀ, ਸ਼ਾਇਦ ਸਰੀਰ ਉਹਨਾਂ ਦਾ। ਉੱਥੇ ਕਥਾ ਆਰੰਭ ਕਰ ਦਿੱਤੀ। ਬੜਾ ਕਰੜਾ ਇਮਤਿਹਾਨ ਹੋਇਆ। ਕਮੇਟੀ ਵਾਲੇ ਇਹੋ ਜਿਹੇ ਢਿੱਲੇ ਦੇਖੇ, ਉੱਥੇ ਰਾਸ਼ਨ ਪਾਣੀ ਜਿਹੜਾ ਉਹਨਾਂ ਨੇ ਖਿਆਲ ਨਾ ਕੀਤਾ। ਮੈਂ ਸਿੰਘਾਂ ਨੂੰ ਕਿਹਾ ਮੰਗਣਾ ਨਹੀਂ, ਦਾਤੇ ਦੀ ਦਰ ਤੇ ਮੰਗਤੇ ਰਹੋ, ਬੰਦਿਆਂ ਦੇ ਮੰਗਤੇ ਨਹੀਂ ਬਣਨਾ। ਚਲੋ ਖੇਡ ਵਰਦੀ ਰਹੀ। ਤੇ ਕੱਲਾ ਆਟਾ ਪਿਆ ਸੀ, ਲੂਣ ਪਾ ਕੇ ਕਰ ਲਿਆ ਉਹਦੇ 'ਚ। ਪਰ 250-250 ਚੌਪਈ ਸਦਾ ਰੁੱਖੀਆਂ ਰੋਟੀਆਂ ਖਾ ਕੇ ਕਰਦੇ ਰਹੇ ਸਾਡੇ ਜਥੇ ਵਾਲੇ। ਇੱਕ ਦਿਨ ਪਤਾ ਨਹੀਂ ਕਿ ਸਾਧ ਸੰਗਤ ਜੀ ਮੂਰਖਤਾਈ, ਮੈਂ ਕਹਿ ਸਕਦਾ ਵੀ ਇਹ ਮੇਰੀ ਮੂਰਖਤਾਈ ਸੀ। ਮੇਰੇ ਮਨ ਦੇ ਵਿੱਚ ਆਇਆ, ਵਾ ਸੱਚੇ ਪਾਤਸ਼ਾਹ ਤੇਰੇ ਸਿੱਖ ਇੰਨਾ ਪਾਠ ਕਰਦੇ ਆ ਵੀ ਪੱਥਰਾਂ 'ਚ ਕੀੜਿਆਂ ਨੂੰ ਦੇ ਰਹੇ ਹਾਂ, ਵੀ ਅੱਜ ਅਸੀਂ ਅਰਦਾਸ ਕਰਕੇ ਚੱਲਾਂਗੇ, ਵੀ ਸਾਰਾ ਦਿਨ ਤੈਨੂੰ ਡੀਕਾਂਗੇ ਵੀ ਤੂੰ ਇਹਨਾਂ ਦੀ ਸਾਰ ਲੈਣਾ ਕਿ ਨਹੀਂ ਲੈਂਦਾ। ਪਮੌਰ ਤੋਂ ਸਵੇਰੇ ਬਾਣੀ ਪੜ੍ਹਦੇ ਤੁਰ ਪਏ। ਸਿੰਘਾਂ ਨੇ ਨਹੀਂ ਪੁੱਛਿਆ ਮੈਨੂੰ ਵੀ ਕਿਤੇ ਨੂੰ ਜਾਣਾ। ਮੈਂ ਕਿਹਾ ਵੀ ਚੱਲਣਾ, ਕਹਿੰਦੇ ਠੀਕ ਹੈ। ਸਵਾਲ ਹੀ ਨਹੀਂ ਸੀ ਕਰਦੇ। ਹੁਣ ਵਾਲੇ ਤਾਂ ਪੁੱਛ ਕੇ ਨਾ ਫਿਰ ਕਈਆਂ ਨੂੰ ਦੱਸਦੇ ਆ ਵੀ ਇਹ ਉੱਥੇ ਨੂੰ ਚੱਲੇ ਹੁਣ ਅਸੀਂ। ਉਹ ਸਿੰਘਾਂ ਦਾ ਸੁਭਾਅ ਐਸਾ ਸੀ। ਤੇ ਉਹ ਕੰਡੇ ਬੱਟੇ ਵੀ ਸਿਰੇ ਲੱਗੇ, ਉਹਨਾਂ 'ਚ ਕੋਈ ਵੀ ਇਹੋ ਜਿਹਾ ਨਹੀਂ ਰਿਹਾ ਜਿਹੜਾ ਫਿਰ ਕਾਮਯਾਬ ਨਹੀਂ ਹੋਇਆ। ਅਸੀਂ ਤੁਰੇ ਗਏ, ਤੁਰਦੇ ਤੁਰਦੇ ਜਿੱਥੇ ਸੰਤ ਬੇਲਾ ਆਪਣਾ ਗੁਰਦੁਆਰਾ, ਉੱਥੇ ਤੱਕ ਅਸੀਂ ਤੁਰ ਕੇ ਆਏ ਹਾਂ। ਇੰਨੇ ਨੂੰ ਪਿੱਛੇ ਤੋਂ ਇੱਕ ਬੱਸ ਵਾਲਾ ਆ ਗਿਆ, ਉਹਨੇ ਬੱਸ ਖੜਾ ਲਈ। ਕਹਿੰਦਾ ਬਾਬਾ ਜੀ ਬਹਿ ਜਾਓ। ਹੁਣ ਬਾਣੀ ਪੜ੍ਹਦੇ ਹੀ ਬੋਲਣਾ ਤਾਂ ਹੈ ਨਹੀਂ। ਅਗਲੇ ਨੇ ਬੱਸ ਖੜਾਈ ਆ, ਮਹਾਣੇ ਤਾਂ ਮਾਰ ਰਾਜੂ ਸਾਰੇ ਉਹਦੇ 'ਚ ਜਾ ਵੜੇ। ਕਿਰਾਇਆ ਤਾਂ ਉਹਨੇ ਲੈਣਾ ਹੀ ਨਹੀਂ ਸੀ, ਭਾਵਨਾ ਵਾਲਾ ਸੀ। ਮਰਿੰਡੇ ਜਾ ਕੇ ਉਤਰ ਗਏ। ਮਰਿੰਡੇ ਜਾ ਕੇ ਫਿਰ ਬਾਣੀ ਪੜ੍ਹਦੇ ਉਹ ਤੁਰਨੇ ਲੱਗੇ ਆ। ਇਹਨੇ ਨੂੰ ਇੱਕ ਸਾਧ ਸਿੰਘ ਹਰਦਿਆਲ ਸਿੰਘ ਦਾਨ ਦਾ, ਉਹ ਇੱਥੇ ਹਰਗਣਾ ਦਾ ਸੀ ਪ੍ਰੇਮੀ, ਇੱਥੇ ਵੀ ਰਹੇ ਗੁਰਮੁਖੋ, ਚੜ੍ਹਾਈ ਕਰ ਗਿਆ ਹੁਣ ਤਾਂ। ਉਹ ਕਹਿੰਦਾ ਰੁਕੇ ਜਰਾ। ਉਹਨੇ ਇੰਨਾ ਸਾਰਾ ਨਾ ਫਰੂਟਾਂ ਦਾ ਮੇਰੇ ਖਿਆਲ ਟੋਕਰੇ ਜਿੰਨਾ ਹੋਣਾ ਹੈ, ਕਹਿੰਦਾ ਜੀ ਆਹ ਲੈ ਲਓ, ਸਾਡੇ ਦਾ ਚੱਕਣਾ। ਉੱਥੇ ਅੱਖਾਂ 'ਚ ਪਾਣੀ ਆ ਗਿਆ ਵੀ ਸੱਚੇ ਪਾਤਸ਼ਾਹ ਵੀ ਇਹ ਸਾਨੂੰ ਤੇਰਾ ਇਮਤਿਹਾਨ ਨਹੀਂ ਸੀ ਲੈਣਾ ਚਾਹੀਦਾ। ਅੱਗੇ ਤੋਂ ਭੁੱਖੇ ਮਰ ਜੀਆ ਚਾਹੇ, ਪਰ ਤੈਨੂੰ ਉਲਾਂਭਾ ਨਹੀਂ ਦਿਆਂਗੇ। ਇਹ ਮਾੜੀ ਗੱਲ ਹੋ ਗਈ ਸਾਡੇ ਕੋਲੋਂ। ਅੱਖਾਂ 'ਚ ਹੰਝੂ ਆ ਗਏ ਸਾਧ ਸਿੰਘ ਜੀ। ਸ਼ਾਮ ਤੱਕ ਸਾਤੋਂ ਖਾ ਨਾ ਹੋਵੇ ਇੰਨਾ ਦੇ ਦਿੱਤਾ, ਕੇਲੇ ਕੀ ਹੋਰ ਕੀ ਸਾਰਾ। ਉੱਥੇ ਗਏ, ਉਹ ਕਹਿੰਦੇ ਰੋਟੀ ਖਾਧੇ ਬਿਨਾਂ ਨਹੀਂ ਜਾਣ ਦੇਣਾ। ਤੋ ਇਸ ਤਰ੍ਹਾਂ ਸਾਧ ਸਿੰਘ ਜੀ ਵੀ ਉਹ ਦਿੰਦਾ ਸਾਰਿਆਂ ਨੂੰ, ਪਰ ਅਸੀਂ ਮੂਰਖ ਹਾਂ,
ਸਾਨੂੰ ਯਕੀਨ ਨਹੀਂ ਹੈ। ਇਹ ਸਾਡੇ ਖੁਦ ਜਥੇ ਦੇ ਨਾਲ ਵਾਪਰੀ ਹੋਈ ਗੱਲ ਹੈ। ਤੇ ਕਬੀਰ ਸਾਹਿਬ ਜੀ ਅੱਗੇ ਕਹਿੰਦੇ ਨੇ, ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਬੀਰ ਸਾਹਿਬ ਜੀ ਕਹਿੰਦੇ ਅਸੀਂ ਇੱਕ ਬੁੱਧੀ ਤੇ ਇੱਕ ਪ੍ਰਭੂ ਦੀ ਪ੍ਰਾਪਤੀ ਵਾਲੀ ਗੱਲ ਨੂੰ ਵਿਚਾਰਨਾ ਕੀਤਾ ਬੁੱਧੀ ਦੇ ਵਿੱਚ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਬੁੱਧੀ ਵਿੱਚ ਏਕਤਾ ਵਾਲੀ ਗੱਲ ਨੂੰ ਵਿਚਾਰਨਾ ਕੀਤਾ ਹੈ। ਇਸ ਕਰਕੇ ਕਿਆ ਬਸ ਜੋ ਵਿਖਦੇ ਮਹਤਾਰੀ। ਹਾਂ, ਇੱਕ ਗੱਲ ਹੈ, ਜੇਕਰ ਆਪਣੇ ਪੁੱਤ ਦੀ ਰੱਖਿਆ ਕਰਨ ਵਾਲੀ ਮਾਂ ਜਿਹਨੇ ਗੋਦ ਵਿੱਚ ਲੈ ਕੇ, ਪਹਿਲਾਂ ਪੇਟ 'ਚ ਫਿਰ ਗੋਦ 'ਚ ਲੈ ਕੇ ਪਾਲਿਆ, ਜੇ ਕਿਤੇ ਮਾਂ ਹੀ ਬੱਚੇ ਨੂੰ ਜ਼ਹਿਰ ਦੇਣਾ ਚਾਹੇ ਤਾਂ ਫਿਰ ਉਹਨੂੰ ਰੱਖਣ ਵਾਲਾ ਤਾਂ ਕੋਈ ਨਹੀਂ ਹੈ। ਮਾਂ ਨੇ ਰੱਖਿਆ ਕਰਨੀ ਸੀ, ਉਹਨੇ ਜ਼ਹਿਰ ਦੇ ਦਿੱਤੀ, ਕੀ ਵਸ ਚੱਲੇਗਾ ਕਿਸੇ ਦਾ। ਇਸ ਕਰਕੇ ਸਾਡੇ ਮਾਤਾ ਪਿਤਾ ਦੀ ਨਿਆਈ ਪਰਮੇਸ਼ਰ ਵਾਹਿਗੁਰੂ ਤੂੰ ਸਾਡੀ ਰੱਖਿਆ ਕਰਨ ਵਾਲਾ ਹੈ, ਪਰ ਜੇ ਕਿਤੇ ਫਿਰ ਕਿਸੇ ਕੀ ਬਸ ਚੱਲੇਗਾ ਜੇ ਤੂੰ ਹੀ ਦੁੱਖ ਰੂਪੀ ਜ਼ਹਿਰ ਦੇਣਾ ਚਾਹੇ ਸਾਡੇ ਕਰਮਾਂ ਦਾ ਫਲ, ਤਾਂ ਕਿਸੇ ਦੇ ਕੀ ਬਸ ਹੈ। ਮਾਤਾ ਰੂਪ ਪਰਮੇਸ਼ਰ ਦੀ ਮਾਰਨੇ ਦੀ ਸਲਾਹ ਹੋ ਜਵੇ ਤਾਂ ਫਿਰ ਕੌਣ ਰੱਖਿਆ ਕਰ ਸਕਦਾ ਭਾਈ। ਹੈਗੀਆਂ ਇਹ ਜਿਹੀਆਂ ਮਾਮਾ ਜਿਨ੍ਹਾਂ ਨੇ ਆਪਣੇ ਬੱਚੇ ਮਾਰ ਦਿੱਤੇ ਬੇਵਿਚਾਰ ਕਰਨ ਵਾਸਤੇ। ਭਾਈ ਗੁਰਦਾਸ ਨੇ ਲਿਖਿਆ ਹੈ, ਜੇ ਮਾਂ ਪੁੱਤੈ ਵਿਸਦੇ ਤਿਸ ਕੌਣ ਪਿਆਰਾ, ਜੇ ਕਰ ਭੰਨੇ ਪਾਹਰੂ ਕੌਣ ਰੱਖਣ ਹਾਰਾ, ਬੇੜਾ ਡੋਬੈ ਪਾਤਣੀ ਕੌਣ ਪਾਰ ਉਤਾਰਾ, ਆਗੂ ਲੈ ਉਜੜ ਪਵੈ ਕਿਸ ਕਰੈ ਪੁਕਾਰਾ, ਜੇ ਕਰ ਖੇਤੇ ਖਾਏ ਬਾੜ ਕੋ ਲਹੈ ਨਸਾਰਾ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਜੇ ਐਸਾ ਗੁਰੂ ਪਰਮੇਸ਼ਰ ਕਰਨਾ ਚਾਹੇ ਫਿਰ ਕਿਸੇ ਦੀ ਕੋਈ ਬਸ ਦੀ ਬਾਤ ਨਹੀਂ ਹੈ। ਗੌੜੀ ਕਬੀਰ ਜੀ। ਕਬੀਰ ਸਾਹਿਬ ਜੀ ਅੱਗੇ ਫਰਮਾਨ ਕਰਦੇ ਨੇ, ਬਿਨ ਸਤ ਸਤੀ ਹੋਏ ਕੈਸੇ ਨਾਰ। ਇੱਕ ਪੰਡਤ ਕਬੀਰ ਸਾਹਿਬ ਦੇ ਕੋਲ ਆ ਕੇ ਨਾ ਸਤੀਆਂ ਦੀ ਵਡਿਆਈ ਕਰਨ ਲੱਗ ਗਿਆ। ਆਖੇ ਜੀ ਫਲਾਣੇ ਥਾਂ ਇੱਕ ਬੀਬੀ ਅੱਗ 'ਚ ਸੜ ਕੇ ਸਤੀ ਹੋ ਗਈ, ਫਲਾਣੇ ਥਾਂ ਹੋ ਗਈ। ਕਬੀਰ ਸਾਹਿਬ ਕਹਿੰਦੇ ਰਹਿਣ ਦੇ, ਤੈਨੂੰ ਸਤੀਆਂ ਬਾਰੇ ਗਿਆਨ ਹੀ ਨਹੀਂ ਵੀ ਕੀਆਂ ਹੁੰਦੀਆਂ ਨੇ, ਅੱਗ 'ਚ ਸੜਨ ਨਾਲ ਸਤੀ ਨਹੀਂ ਹੋ ਜਾਂਦੀ। ਗੁਰੂ ਸਾਹਿਬ ਨੇ ਵੀ ਖੰਡਨ ਕੀਤਾ। ਇਸ ਕਰਕੇ ਕਬੀਰ ਸਾਹਿਬ ਜੀ ਨੇ ਕਿਹਾ ਬਿਨ ਸਤ ਸਤੀ, ਇਹ ਸ਼ਬਦ ਉਚਾਰਨ ਕੀਤਾ ਬਾਰੇ ਬੋਲੋ ਜੀ। ਬਿਨ ਸਤ ਸਤੀ ਹੋਏ ਕੈਸੇ ਨਾਰ। ਸਤ ਪ੍ਰਤਿਕੀ ਹੋਣ ਤੋਂ ਬਿਨਾਂ, ਬਿਨ ਬਗੈਰ, ਨਾਰ ਇਸਤਰੀ ਜਿਹਦੇ ਕੋਲ ਸਤ ਤਾਂ ਹੈ ਨਹੀਂ, ਅੱਗ 'ਚ ਗਈ ਹੈ ਸੜ, ਉਹ ਕੈਸੇ ਸਤੀ ਕੈਸੇ ਹੋਊਗੀ। ਉਹ ਨਹੀਂ ਹੋ ਸਕਦੀ। ਮੈਂ ਨਹੀਂ ਮੰਨਦਾ ਵੀ ਉਹ ਸਤੀ ਹੈ। ਕਬੀਰ ਸਾਹਿਬ ਕਹਿੰਦੇ ਪੰਡਿਤ ਦੇਖੋ ਹਿਰਦੈ ਵਿਚਾਰ। ਤੂੰ ਵਿਦਵਾਨ ਹੈ ਬ੍ਰਾਹਮਣ, ਆਪਣੇ ਹਿਰਦੇ 'ਚ ਵਿਚਾਰ ਕਰਕੇ ਤੇ ਦੇਖ ਲੈ, ਅੱਗ 'ਚ ਸੜਨਾ ਸਤੀ ਹੋ ਜੂ। ਚਰਿਤਰਾਂ 'ਚ ਪ੍ਰਸੰਗ ਆਉਂਦਾ ਇੱਕ 10 ਗ੍ਰੰਥ ਵਿੱਚ, ਇੱਕ ਇਹੀ ਜੀ ਵਿਭਚਾਰਨੀ ਔਰਤ ਜਿਹਦੇ ਨਾਲ ਵਿਆਹ ਕਰਾਇਆ ਕਰੇ, ਥੋੜੇ ਚਿਰ ਤੋਂ ਬਾਅਦ ਉਹਨੂੰ ਮਾਰ ਦਿਆ ਕਰੇ। 1 ਮਾਰਿਆ, 2 ਮਾਰੇ, 3 ਮਾਰੇ, 7 ਮਾਰ ਦਿੱਤੇ। ਲੋਕਾਂ 'ਚ ਗੱਲ ਜ਼ਾਹਰ ਹੋ ਗਈ। ਹੁਣ ਰਹਿੰਦਾ ਤਾਂ ਹੁੰਦਾ ਹੀ ਨਹੀਂ ਵੀ ਇਹ ਤਾਂ ਅਜੇ ਬਹੁਤ ਮਾੜੀ ਔਰਤ ਹੈ, ਪਤੀ ਮਾਰ ਦਿੰਦੀ ਹੈ। ਤੇ ਜਦੋਂ 8ਵਾਂ ਪਤੀ ਮਾਰਤਾ, ਉਹਦੇ ਨਾਲ ਸਤੀ ਹੋਣ ਵਾਸਤੇ ਮੜੀਆਂ ਨੂੰ ਤੁਰ ਪਈ। ਕਲਗੀਧਰ ਮਹਾਰਾਜ ਨੇ ਲਿਖਿਆ, ਢੋਲ ਵੱਜਦਾ ਜਾਵੇ। ਉੱਥੇ ਇੱਕ ਸੰਤ, ਉਹਨੂੰ ਪਤਾ ਸੀ ਵੀ ਇਹ ਜੀ ਵਿਭਚਾਰਨ ਹੈ। 8ਵੇਂ ਨਾਲ ਸਤੀ ਹੋ ਕੇ ਲੋਕਾਂ 'ਚ ਜਸ ਪਰਾ ਲਾਇਆ ਜੀ। ਇਹ ਤਾਂ ਲੋਕ ਐਵੇਂ ਨਿੰਦਿਆ ਕਰਦੇ ਸੀ। ਲੋਕਾਂ ਨੇ ਹਾਰ ਪਾ, ਨਾਰੀਅਲ ਲਿਆ, ਉਹਦੇ ਉੱਤੇ ਫੁੱਲ ਛਿੜਕ ਜੀ ਵੀ ਇਹ ਸਤੀ ਹੋਣ ਲੱਗੀ ਹੈ। ਉਹ ਮਾਰਿਆ ਸੀ ਆਪੇ। ਉਹ ਚਿਖਾ ਤੇ ਸੜਨ ਗਈ। ਉੱਥੇ ਆ ਗਿਆ ਸੰਤ, ਕਹਿੰਦਾ ਇਹ ਕਿਹਾ, ਇਹ ਕਿਹਾ, ਇਹ ਕਿਹਾ, ਐਂ ਕਿਹਾ। ਉਹ ਬੋਲਿਆ ਸੰਤ ਨੇ, ਇਹ ਕੀ ਕਰ ਰਹੀਆਂ, ਕੀ ਕਰ ਰਹੀਆਂ ਤੂੰ ਤਾਂ ਇਹ ਜੀ ਮਾੜੀਆਂ। ਕਹਿੰਦੀ ਅੱਛਾ ਤੇਰਾ ਵੀ ਕਰਦੀਆਂ ਇਲਾਜ, ਜਿੱਥੇ 8 ਦਾ ਇਲਾਜ ਕਰਤਾ ਤੇਰਾ ਵੀ ਕਰ ਦੂੰ ਜਾਂਦੀ ਜਾਂਦੀ ਇਲਾਜ। ਜੇ ਪਹਿਲਾਂ ਪਤਾ ਲੱਗ ਜਾਂਦਾ ਤੇਰਾ ਇਲਾਜ ਅਖੇ ਪਹਿਲਾਂ ਹੀ ਕਰ ਦਿੰਦੀ। ਉਹ ਸਾਸ ਜੀ ਚਿਖਾ ਤੇ ਸੜਨ ਲੱਗੀ। ਜਦੋਂ ਖੜੀ ਹੋ ਗਈ, ਲੋਕ ਹੱਥ ਬੰਨੀ ਖੜੇ ਆ ਬ੍ਰਾਹਮਣ, ਹੇ ਸਤੀ ਕੋਈ ਭਾਖਿਆ ਦੇ। ਉਹ ਫਿਰ ਐਂ ਕਿਹਾ ਕਰਦੇ ਲੋਕ ਸਾਡੇ ਪਿੰਡ ਦਾ ਭਲਾ ਹੋਵੇ। ਕਹਿੰਦੀ ਭਾਖਿਆ ਇਹੀ ਹੈ ਵੀ ਤੁਹਾਡੇ ਕਾਲ ਪੈਣ ਵਾਲਾ, ਪਿੰਡ ਗਰਕ ਹੋ ਜੂ ਸਾਰਾ। ਕਹਿੰਦੇ ਫੇਰ ਬਚਾਓ ਸਤੀ ਤੁਸੀਂ। ਕਹਿੰਦੀ ਆਹ ਜਿਹੜਾ ਸਾਧ ਹੈ ਨਾ ਸਾਹਮਣੇ ਉਂਗਲ ਕਰਕੇ, ਕਹਿੰਦੀ ਇਹਨੂੰ ਫੜ ਕੇ ਜੇ ਘਸੀਟ ਕੇ ਮਾਰ ਦਿਓ, ਕਹਿੰਦੇ ਤੁਹਾਡੇ ਕਾਲ ਨਹੀਂ ਪਊਗਾ। ਲੈ ਜਾਂਦੀ ਜਾਂਦੀ 9ਵੇਂ ਦਾ ਇਲਾਜ ਵੀ ਕਰ ਗਈ। ਫਿਰ ਇਹਨਾਂ ਨੂੰ ਸਤੀਆਂ ਕਹਾਂਗੇ। ਮਹਾਰਾਜ ਸਾਹਿਬ ਨੇ ਉਹਨਾਂ ਸਤੀਆਂ ਦੀ ਇਹੋ ਜਿਹੀ ਗੱਲ ਕੀਤੀ ਹੈ। ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੈ ਵਿਚਾਰ। ਤੁਸੀਂ ਹਿਰਦੇ 'ਚ ਵਿਚਾਰ ਕੇ ਦੇਖੋ। ਭਗਵਾਨ ਸ੍ਰੀ ਰਾਮਚੰਦਰ ਜੀ ਨੇ ਜਦੋਂ ਬਾਲੀ ਮਾਰ ਦਿੱਤਾ, ਉਹਦੇ ਘਰ ਵਾਲੀ ਸੀ ਤਾਰਾਂ, ਉਹ ਸਤੀ ਹੋਣ ਲੱਗੀ।
ਭਗਵਾਨ ਰਾਮ ਜੀ ਨੇ ਕਿਹਾ, ਬੀਬੀ ਇਹ ਤਾਂ ਮੈਨੂੰ ਮਾਰਨਾ ਪਿਆ ਕਿਉਂਕਿ ਇਹ ਮਾਰਨ ਯੋਗ ਸੀ, ਤੈਨੂੰ ਵੀ ਪਤਾ ਤੂੰ ਰੋਕਦੀ ਸੀ, ਪਰ ਤੂੰ ਸਤੀ ਨਾ ਹੋ। ਕਹਿੰਦੀ ਕਿਉਂ ਭਗਵਾਨ? ਕਹਿੰਦੀ ਮੈਂ ਪਤੀ ਤੋਂ ਬਿਨਾਂ ਜਿਉਂਦੀ ਨਹੀਂ ਰਹਿਣਾ, ਮੈਂ ਇਕੱਲੇ ਨੂੰ ਨਹੀਂ ਜਾਣ ਦੇਣਾ। ਕਹਿੰਦੀ ਅਗਿਆਨ ਹੈ, ਕੋਈ ਕਿਸੇ ਨਾਲ ਨਹੀਂ ਜਾ ਸਕਦਾ, ਇਹ ਤਾਂ ਸਰੀਰ ਹੈ, ਸੜ ਜਾਣਾ ਹੈ। ਉੱਥੇ ਫਿਰ ਇੱਕ ਰਮਾਇਣਾ ਕਈ ਨਾ, ਇਹ ਤੁਲਸੀ ਦੀ ਰਮਾਇਣ ਹੈ, ਇੱਕ ਬਾਲਮੀਕੀ ਰਮਾਇਣ ਹੈ, ਇਸੇ ਤਰ੍ਹਾਂ ਇੱਕ ਰਮਾਇਣ ਹੈ ਜਿਹੜੀ ਉਹ ਅਧਿਆਤਮ ਰਮਾਇਣ ਹੈ, ਪੰਡਿਤ ਗੁਲਾਬ ਸਿੰਘ ਦੀ ਲਿਖੀ ਹੋਈ, ਉਹਦੇ 'ਚ ਲਿਖਿਆ ਭਗਵਾਨ ਜੀ ਨੇ ਕਿਹਾ, ਬੀਬੀ ਤੂੰ ਸਤੀ ਪ੍ਰਵਾਨ ਹੋ ਜਾਏਗੀ ਤੇ ਮੇਰੀ ਗੱਲ ਧਿਆਨ ਨਾਲ ਸੁਣ ਲੈ। ਕਹਿੰਦੀ ਜੀ ਦੱਸੋ। ਕਹਿੰਦੇ ਜਿਹੜਾ ਮਨ ਬਾਣੀ ਸਰੀਰ ਕਰਕੇ ਆਪਣੀ ਪਤੀ ਨੂੰ ਪਰਮੇਸ਼ਰ ਰੂਪ ਜਾਣ ਲਵੇ, ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਪੁਰਖ ਨੂੰ ਨਾ ਜਾਣੇ, ਉਹ ਸਤੀ ਹੈ। ਕਹਿੰਦੇ ਉਹ ਪਤੀ ਸਮੇਤ ਅਮਰ ਹੋ ਜਾਂਦੀ ਹੈ, ਮੁੜ ਕੇ ਕਦੇ ਮੌਤ ਨਹੀਂ ਆਉਂਦੀ ਉਹਦੇ ਤੇ। ਇੱਕ ਤਾਂ ਇਹ ਵਚਨ ਕੀਤਾ, ਕਹਿੰਦੇ ਪਹਿਲੇ ਦਰਜੇ ਦੀ ਸਤੀ। ਦੂਜੀ ਜਿਹੜੀ ਪਤੀਵਰਤਾ ਧਰਮ ਵਿੱਚ ਪਰਪੱਕ ਰਹਿੰਦੀਆਂ ਨੇ, ਆਪਣੇ ਸਹੁਰੇ ਘਰ ਵਿੱਚ ਸਾਰੇ ਜੀਵਾਂ ਦਾ, ਜਿੰਨੇ ਵੀ ਪਰਿਵਾਰ ਦੇ ਸੰਬੰਧੀ ਨੇ ਉਹਦੇ ਪਤੀ ਦੇ, ਸਭ ਨਾਲ ਪ੍ਰੇਮ ਕਰਦੀਆਂ, ਨਫ਼ਰਤ ਨਹੀਂ ਕਰਦੀਆਂ ਕਿਸੇ ਨਾਲ। ਕਿਉਂ? ਵੀ ਮੇਰੇ ਪਤੀ ਦੇ ਰਿਸ਼ਤੇਦਾਰ, ਸੇਵਾ ਟਹਿਲ ਕਰਦੀਆਂ ਨੇ, ਮਨ ਕਰਕੇ ਕਾਇਮ ਰਹਿੰਦੀਆਂ ਨੇ, ਮਨ ਦੇ ਵਿੱਚ ਵਿਕਾਰ ਨਹੀਂ ਆਉਂਦਾ। ਉਹ ਜਿੰਨੀ ਦੇਰ ਤੱਕ ਇੰਦਰ ਦੀ ਪਦਵੀ ਹੈ ਨਾ ਸਵਰਗ ਦੇ ਵਿੱਚ, ਉਹਨਾਂ 'ਚ ਸਵਰਗ ਵਿੱਚ ਰਹਿੰਦੀਆਂ ਨੇ। ਤੀਸਰੇ ਦਰਜੇ ਦੀਆਂ ਉਹ ਸਤੀਆਂ ਨੇ ਜਿਨ੍ਹਾਂ ਦਾ ਮਨ ਭਾਵੇਂ ਡੋਲਦਾ ਹੈ, ਪਰ ਸਰੀਰ ਕਰਕੇ ਔਗਣ ਨਹੀਂ ਕਰਦੀਆਂ, ਦੂਸਰੇ ਪੁਰਸ਼ ਦੀ ਸੰਗਤ ਨਹੀਂ ਕਰਦੀਆਂ। ਉਹ 1000 ਵਰਾ ਪਤੀ ਸਮੇਤ ਸਵਰਗ ਵਿੱਚ ਬਸਦੀਆਂ ਨੇ। ਚੌਥੀਆਂ ਉਹ ਨੇ ਜਿਨ੍ਹਾਂ ਦਾ ਮਨ ਵੀ ਡੋਲਦਾ ਹੈ ਤੇ ਸਰੀਰ ਵੀ ਡੋਲਦਾ ਹੈ, ਸਰੀਰ ਵੀ ਬੇਵੱਸ ਹੈ ਮੰਦੀ ਵਾਸ਼ਨਾ ਪ੍ਰਾਪਤ ਕਰਨ ਵਾਸਤੇ, ਪਰ ਕੁਕਰਮ ਕਰਨ ਦਾ ਸਮਾਂ ਨਹੀਂ ਮਿਲਦਾ। ਉਹ ਇਸ ਮਜਬੂਰੀ ਦੇ ਵਿੱਚ ਸਰੀਰ ਬਚ ਗਿਆ, ਸਰੀਰ ਤੇ ਨਾਲ ਕੋਈ ਗਲਤੀ ਨਹੀਂ ਕੀਤੀ। ਤੇ ਜਾਂ ਫਿਰ ਇਹ ਸਮਝੋ ਵੀ ਸ਼ਬਦਾਂ ਦੇ ਨਾਲ ਕਿਸੇ ਦੂਸਰੇ ਪੁਰਸ਼ ਦੇ ਨਾਲ ਕਦੇ ਗੱਲ ਨਹੀਂ ਕੀਤੀ, ਪਰ ਮਨ ਚਾਹੁੰਦਾ ਰਿਹਾ। ਕਹਿੰਦੇ ਉਹ ਚੌਥੇ ਦਰਜੇ ਦੀਆਂ ਸਤੀਆਂ ਨੂੰ 500 ਸਾਲ ਤੱਕ ਸਵਰਗ ਦੇ ਵਿੱਚ ਉਹ ਵੀ ਵਸਦੀਆਂ ਨੇ। ਇਹ ਇਸ ਤਰ੍ਹਾਂ ਦੀਆਂ ਸਤੀਆਂ ਨਾ, ਅੱਗ 'ਚ ਸੜਨ ਦੇ ਨਾਲ ਕੋਈ ਸਤੀ ਨਹੀਂ ਹੁੰਦੀ ਹੈ। ਇਹ ਦੱਸਿਆ ਕਬੀਰ ਸਾਹਿਬ ਜੀ ਨੇ। ਤਾਂ ਪੰਡਤ ਤੁਸੀਂ ਹਿਰਦੇ 'ਚ ਵਿਚਾਰ ਕੇ ਦੇਖੋ, ਇਹ ਤਾਂ ਗ੍ਰੰਥਾਂ 'ਚ ਲਿਖਿਆ ਪਿਆ ਹੈ। ਭਗਵਾਨ ਰਾਮ ਚੰਦਰ ਜੀ ਨੇ ਤਾਰਾ ਨੂੰ ਦੱਸਿਆ ਜਿਹੜੀ ਬਾਲੀ ਦੇ ਘਰ ਵਾਲੀ ਸੀ, ਤੂੰ ਪੰਡਤ ਹੈ, ਇਹੋ ਜਿਹੀਆਂ ਕਥਾ ਜਾਣਦਾ ਹੋਏਗਾ। ਪ੍ਰੀਤ ਬਿਨਾ ਕੈਸੇ ਵਧੈ ਸਨੇਹ। ਇਹਨੂੰ ਭਾਈ ਪਾਠ ਨੂੰ ਬੱਧਾ ਹੀ ਨਹੀਂ ਕਰਨਾ। ਬੱਧੇ ਬੰਨਣ ਤੋਂ ਹੁੰਦਾ ਹੈ, ਵਧਾ ਹੈ, ਵੱਧਦਾ ਹੈ। ਪਤੀ ਦੇ ਨਾਲ ਪ੍ਰੀਤੀ ਕਰੇ ਤੋਂ ਜਿਹੜਾ ਬਿਨਾ ਪ੍ਰੀਤ ਹੈ ਨਹੀਂ, ਕੈਸੇ ਕਿਸ ਪ੍ਰਕਾਰ ਉਹਦੇ ਨਾਲ ਪ੍ਰੇਮ ਵਧੇਗਾ ਜਦੋਂ ਪਤੀ ਦੇ ਨਾਲ ਪ੍ਰੇਮ ਤਾਂ ਹੈ ਨਹੀਂ, ਉਸਦਾ ਪ੍ਰੀਤੀ ਤਾਂ ਹੈ ਨਹੀਂ, ਸਨੇਹ ਪ੍ਰੇਮ। ਫਿਰ ਪਤੀ ਕਿਵੇਂ ਪ੍ਰੇਮ ਕਰੂਗਾ ਉਹਨੂੰ? ਉਹ ਵੱਧਦਾ ਹੀ ਨਹੀਂ। ਵੱਧਦਾ ਕਿਵੇਂ? ਜੇ ਪਤੀ ਪ੍ਰੇਮ ਕਰਦੀ ਹੈ ਤਾਂ ਪਤਨੀ ਨਹੀਂ ਕਰਦੀ, ਪਤਨੀ ਕਰਦੀ ਹੈ ਪਤੀ ਨਹੀਂ ਕਰਦਾ, ਇਸੇ ਕਰਕੇ ਪ੍ਰੇਮ ਟੁੱਟ ਜਾਂਦਾ ਹੈ। ਜੇ ਪਤਨੀ ਪ੍ਰੀਤ ਕਰੂਗੀ ਤਾਂ ਜਿਹੜਾ ਪਤੀ ਉਹ ਵੀ ਸਨੇਹ ਕਰੂਗਾ। ਇੱਕ ਪਸ਼ੂ ਦੇ ਨਾਲ ਪ੍ਰੇਮ ਕਰਦੇ ਆ, ਪਸ਼ੂ ਉਹ ਵੀ ਉਲਟ ਕੇ ਕੁੱਤੇ ਬਿੱਲੇ ਵੀ ਪ੍ਰੇਮ ਕਰਨ ਲੱਗ ਜਾਂਦੇ। ਮਨੁੱਖ ਦੀ ਕੀ ਮਜਾਲ ਹੈ ਵੀ ਪ੍ਰੇਮ ਨਾ ਕਰੇ, ਪਰ ਸਾਤੋਂ ਹੁੰਦਾ ਨਹੀਂ ਇਹ। ਇਸ ਕਰਕੇ ਉਹ ਤੋਂ ਬਿਨਾਂ ਪ੍ਰੇਮ ਜਿਹੜਾ ਉਹ ਵੱਧਦਾ ਨਹੀਂ ਹੈ। ਜਿਵੇਂ ਜਬ ਲਗ ਰਸ ਤਬ ਲਗ ਨਹੀਂ ਨੇਹ। ਜਿੰਨੀ ਦੇਰ ਤੱਕ ਰਸਾਂ ਕਸਾਂ ਦੇ ਭੋਗਣ ਦੀ ਇੱਛਾ ਲੱਗੀ ਹੋਈ ਹੈ, ਤਬ ਉਨੀ ਦੇਰ ਤੱਕ ਪਤੀ ਦੇ ਨਾਲ ਪ੍ਰੇਮ ਨਹੀਂ ਲੱਗ ਸਕਦਾ ਹੈ। ਰਹਾਉ ਅਸਥਾਈ ਦੇ ਜੀ ਖਾਣ ਪੀਣ ਦੀ ਉਹ ਸ਼ਕੀਨ ਨਾ, ਉਹਦੀ ਪਤੀ ਨਾਲ ਕਾਹਦੀ ਹੈ? ਪਹਿਨਣ ਦੇ ਵਿੱਚ ਹੈ ਸੁਰਤੀ, ਉਹਦੀ ਖਾਣ ਪੀਣ ਚਾਹੇ ਗਹਿਣੇ ਬਣ ਜਾਣ, ਜੀ ਆਹ ਬਣ ਜਾਏ, ਉਹਦੀ ਕੋਈ ਪ੍ਰੀਤੀ ਨਹੀਂ ਹੈ। ਪ੍ਰੀਤੀ ਵਾਲੀਆਂ ਤਾਂ ਭੁੱਖੀਆਂ ਮਰ ਜਾਣ, ਚਾਹੇ ਕਹਿੰਦੀਆਂ ਵੀ ਪਤੀ ਚਾਹੀਦਾ, ਚਾਹੇ ਰੋਟੀ ਨਾ ਮਿਲੇ, ਕੱਪੜਾ ਨਾ ਮਿਲੇ। ਰੂਖੋ ਭੋਜਨ ਭੂਮ ਸੈਨ ਸਕੀ ਪ੍ਰੈ ਸੰਗ ਸੁਖ ਬਿਹਾਤ, ਇਹ ਉਹਨਾਂ ਦੀ ਲਗਨ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਸਾਹਨ ਸਤ ਕਰੈ ਜੀ ਆਪਣਾ। ਹੁਣ ਦ੍ਰਿਸ਼ਟਾਂਤ ਦਿੰਦੇ ਨੇ। ਦ੍ਰਿਸ਼ਟਾਂਤ ਦੇ ਕਿਸਮ ਦੇ, ਜਿਵੇਂ ਇੱਕ ਨੌਕਰ ਕੋਈ ਸ਼ਾਹੂਕਾਰ ਦਾ ਹੋਵੇ, ਉਹ ਸ਼ਾਹੂਕਾਰ ਦੀ ਜਿਹੜੀ ਪਤਨੀ ਹੈ, ਸਾਹਨੀ ਜਿਹੜੀ ਹੈ, ਸ਼ਾਹ ਦੇ ਘਰ ਵਾਲੀ ਸ਼ਾਹਨੀ, ਕਹਿੰਦੇ ਉਹ ਸ਼ਾਹੂਕਾਰੀ ਨੂੰ ਆਪਣੇ ਕਾਬੂ ਕਰਨਾ ਚਾਹੇ ਵੀ ਮੈਂ ਇਹਦੇ ਨਾਲ ਸੰਬੰਧ ਬਣਾ ਲਾਂ, ਉਹ ਆਪਣੇ ਜੀ ਹਿਰਦੇ ਵਿੱਚ ਸਤ ਨਿਸ਼ਚੈ ਕਰ ਲਵੇ ਕਿ ਇਹ ਮੇਰੀ ਹੈ, ਜਾਂ ਐਉਂ ਕਹਿਣ ਲੱਗ ਜਵੇ। ਕਹਿੰਦੇ ਫਿਰ ਇਹ ਸਮਝ ਲਓ ਸੋ ਰਮਈਏ ਕੋ ਮਿਲੈ ਨਾ ਸੁਪਨੈ। ਇਹਨੂੰ ਨਾ ਉਚਾਰਨ ਕਿਵੇਂ ਕਰਨਾ? ਰਮਈਏ ਨੂੰ
ਰਾਰਾ ਮੰਮਾ ਯਈਆ, ਯਈਏ ਨੂੰ ਪਰ ਲਾਂ ਲੱਗੀ ਹੈ। ਰਾਰਾ ਤੇ ਮੰਮਾ ਉਦ ਅਦਕ ਵੀ ਹੋਵੇ ਲੱਗੀ ਵੀ, ਇੱਕ ਈੜੀ ਦੀ ਵਿਹਾਰੀ, ਇੱਕ ਈੜੀ ਦੀ ਲਾਂ ਲੱਗੀ ਹੋਵੇ, ਸੋ ਰਮਈਏ ਐ ਬੋਲਣਾ ਹੈ ਉਸ ਨੂੰ। ਉਹ ਫਿਰ ਉਚਾਰਨ ਦੇ ਵਿੱਚ ਜਿਵੇਂ ਮਰਦੀ ਅਰਥਾਂ ਦੀ ਕਹੀ ਜਾਵੇ ਕੋਈ ਅਰਥਾਂ ਵਾਲਾ, ਉਹ ਫਿਰ ਉਸ ਨੂੰ ਪਰਮਾਤਮਾ ਨੂੰ ਸੁਪਨੇ ਦੇ ਵਿੱਚ ਮੇਰੀ ਭਾਵ ਕੀ ਹੈ, ਉਹ ਨੌਕਰ ਜਿਹੜਾ ਹੈ, ਉਹ ਨੌਕਰ ਨੂੰ ਸ਼ਾਹਣੀ ਸੁਪਨੇ ਦੇ ਵਿੱਚ ਵੀ ਪ੍ਰਾਪਤ ਹੋ ਸਕਦੀ, ਬਲਕਿ ਜਦੋਂ ਮਾਲਕ ਨੂੰ ਪਤਾ ਲੱਗਦਾ ਹੈ ਉਹਦਾ ਮੂੰਹ ਸਿਰ ਕਾਲਾ ਕਰ ਦਿੰਦਾ ਹੈ, ਅਗਲਾਂ ਤਾਂ ਖਤਮ ਹੀ ਕਰ ਦਿੰਦਾ, ਨਹੀਂ ਉਹਨੂੰ ਧੱਕੇ ਮਾਰ ਕੇ ਕੱਢ ਦਿੰਦਾ ਹੈ। ਅਜਿਹੇ ਭੈੜੇ ਆਚਰਨ ਵਾਲੇ ਧੱਕੇ ਮਿਲਦੇ ਹਨ। ਤਨ ਮਨ ਧਨ ਗ੍ਰਹਿ ਸੌਪ ਸਰੀਰ, ਜਿਹਨੇ ਤਨ ਸਰੀਰ ਮਨ ਦਿਲ ਧਨ ਦੌਲਤ ਗ੍ਰਹਿ ਘਰ ਸਭ ਕੁਝ ਸਰੀਰ ਦੇ ਸਮੇਤ ਆਪਣੇ ਪਤੀ ਨੂੰ ਸੌਂਪ ਅਰਪਣ ਕਰ ਦਿੱਤਾ। ਤਨ ਮਨ ਦੇ ਨਾ ਅੰਤਰ ਰੱਖੈ, ਅਵਰਾ ਦੇਖ ਨਾ ਸੁਣਿਆ ਭਾਖੈ। ਸੋਈ ਸੁਹਾਗਨ ਕਹਿ ਕਬੀਰ, ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਕਹਿੰਦੇ ਉਹ ਹੈ ਸੁਹਾਗਣ, ਸੁਹਾਗਵੰਤੀ, ਉਹ ਪਤੀ ਦੇ ਸੁਖ ਵਾਲੀ ਹੈ। ਬੀਬੀਆਂ ਅੱਗੇ ਪੈਰੀ ਹੱਥ ਲਾਉਂਦੀਆਂ, ਕਹਿੰਦੇ ਭਾਈ ਸੁਹਾਗਵੰਤੀ ਹੋ, ਤੇਰਾ ਸੁਹਾਗ ਭਾਗ ਜਿਉਂਦਾ ਰਹੇ। ਸੁਹਾਗ ਪਤੀ ਨੂੰ ਕਹਿੰਦੇ ਨੇ, ਉਹ ਪਤੀ ਵਾਲੀਆਂ, ਸੁਹਾਗਣ ਨੂੰ ਕਹਿੰਦੀ ਹੈ ਪਤੀ ਜਿਉਂਦਾ ਹੋਵੇ, ਉਹਦੇ ਵਿੱਚ ਇਹ ਆਨੰਦ ਹੁੰਦਾ ਹੈ। ਇਹ ਤਾਂ ਸਮਾਜ ਦੇ ਵਿੱਚ ਸਤੀਆਂ ਦੀ ਪ੍ਰਥਾ ਜਿਹੜੀ ਮਾੜੀ ਸੀ ਚੱਲੀ, ਅਕਬਰ ਦੇ ਜ਼ਮਾਨੇ ਗੁਰੂ ਅਮਰਦਾਸ ਮਹਾਰਾਜ ਨੇ ਬੰਦ ਕਰਾਈ ਸੀ, ਕਬੀਰ ਸਾਹਿਬ ਦੇ ਵੇਲੇ ਹੈ ਸੀ। ਤੇ ਇਸੇ ਤਰ੍ਹਾਂ ਇਸ ਅੰਤਰੀ ਭਾਵ ਦੇ ਵਿੱਚ ਦੱਸਦੇ ਹੈ ਕਿ ਜਿਹੜੇ ਸੰਤਨ ਮਹਾਂਪੁਰਸ਼ ਨੇ, ਉਹ ਸਾਧੂਆਂ ਦੇ ਲੱਛਣ ਪੁੱਛਿਆ ਕਿਸੇ ਪ੍ਰੇਮੀ ਨੇ, ਆਦਾ ਕਿ ਸਤੀ ਦੇ ਲੱਛਣ ਦੱਸਿਆ, ਸਾਧੂਆਂ ਦੇ ਵੀ ਦੱਸੋ। ਉੱਥੇ ਕੋਈ ਬੈਠਾ ਹੋਣਾ ਜਿਗਿਆਸੂ। ਕਬੀਰ ਸਾਹਿਬ ਨੇ ਇਸੇ ਸ਼ਬਦ ਦੁਆਰਾ ਦੱਸਿਆ ਹੈ, ਬਿਨ ਸਤ ਸਤੀ ਹੋਏ ਕੈਸੇ ਨਾਰ, ਸਤ ਪ੍ਰਤਗੀ ਹੋਏ ਤੋਂ ਬਿਨ ਬਗੈਰ ਨਾਰ। ਇਸਤਰੀ ਰੂਪ ਸਾਧੂ ਉਹ ਸਤੀ ਦੀ ਨਿਆਈ, ਸਤਵਾਦੀ ਕਿਵੇਂ ਹੋ ਸਕਦਾ ਹੈ ਜਦੋਂ ਅੰਦਰ ਸਤ ਸੰਤੋਖ ਗੁਣੇ ਨਹੀਂ ਹੈ? ਜਦੋਂ ਸਤੀ ਨਹੀਂ ਹੈ ਵਿਭਿਚਾਰੀ ਕਹਾਉਂਦਾ ਸਾਧੂ, ਫਿਰ ਉਹਨੂੰ ਸਤ ਪ੍ਰਤਗੀ ਕਿਵੇਂ ਕਹਾਂਗੇ, ਸੰਤ ਕਿਵੇਂ ਕਹਾਂਗੇ? ਪੰਡਿਤ ਦੇਖੋ ਹਿਰਦੈ ਵਿਚਾਰ, ਇਹ ਪੰਡਿਤ ਵਿਦਵਾਨ ਲੋਕੋ, ਤੁਸੀਂ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੇ ਦੇਖਣਾ ਤਾਂ ਕਰੋ, ਤੁਸੀਂ ਵਿਚਾਰ ਤਾਂ ਲਵੋ। ਉਹ ਸੰਤ ਜਿਹੜਾ ਸਤੀ ਦੀ ਤਰ੍ਹਾਂ, ਇਹ ਵੀ 4 ਪ੍ਰਕਾਰ ਦੇ ਹੁੰਦੇ ਨੇ ਸੰਤ। ਸੰਤ ਰੂਪ ਸਤੀਆਂ ਵੀ 4 ਪ੍ਰਕਾਰ ਦੀਆਂ। ਕਿਵੇਂ? ਜਿਹੜਾ ਇੱਕ ਵਾਹਿਗੁਰੂ ਨੂੰ ਵਿਆਪਕ ਜਾਣਦਾ ਹੈ, ਬਾਕੀ ਸਭ ਨੂੰ ਉਹਦੀ ਰਚਨਾ ਸਮਝਦਾ ਹੈ, ਤੇ ਉਹ ਪਹਿਲੇ ਦਰਜੇ ਦਾ ਸਾਧੂ ਹੈ। ਉਹ ਤਾਂ ਸਰੀਰ ਤਿਆਗਣ ਤੋਂ ਬਾਅਦ ਜਿਉਂ ਜਲ ਮੇ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋ ਸਮਾਨਾ, ਉਹ ਸਦਾ ਵਾਸਤੇ ਅਮਰ ਹੋ ਜਾਂਦਾ ਹੈ। ਦੂਸਰੇ ਦਰਜੇ ਦਾ ਉਹ ਹੈ ਸੰਤ ਜਿਹੜਾ ਪਰਮਾਤਮਾ ਦੀ ਰਚਨਾ ਦੇ ਨਾਲ ਪਿਆਰ ਕਰਦਾ, ਵੀ ਰੱਬ ਦੀ ਬਣਾਈ ਵੀ ਹੈ, ਸੇਵਾ ਟਹਿਲ ਕਰਦਾ ਹੈ, ਕਿਸੇ ਨਾਲ ਵੈਰ ਨਹੀਂ ਕਰਦਾ। ਇਹ ਦੂਜੇ ਦਰਜੇ ਦਾ ਸੰਤ ਹੈ। ਤੀਜੇ ਦਰਜੇ ਦਾ ਉਹ ਹੈ ਤੇ ਜਿਹੜਾ ਸਰੀਰ ਕਰਕੇ ਇੱਕ ਦੀ ਓਟ ਰੱਖਣੀ, ਮਤਲਬ ਬਚੇ ਰਹਿਣਾ, ਦੇਵੀ ਦੇਵਤਿਆਂ ਦੀ ਜਾਂ ਵਿਕਾਰਾਂ ਦੀ ਸੰਗਤ ਨਹੀਂ ਕਰਦਾ, ਡੋਲਦਾ ਹੈ ਨਹੀਂ। ਉਹ ਵਿਕਾਰਾਂ ਵਿੱਚ ਡੋਲਦਾ ਤਾਂ ਹੈ, ਪਰ ਉਹ ਫਿਰ ਆਪਣੇ ਸਰੀਰ ਨੂੰ ਸੰਭਾਲ ਕੇ ਰੱਖਦਾ ਹੈ, ਓਟ ਪਰਮਾਤਮਾ ਦੀ ਰੱਖਦਾ ਹੈ ਤੇ ਬਚੇ ਰਹਿੰਦਾ ਵਿਕਾਰਾਂ ਤੋਂ। ਪਰ ਮਨ ਵਿਕਾਰਾਂ ਵਿੱਚ ਡੋਲਦਾ ਹੈ। ਸਰੀਰ ਤਾਂ ਬਚਾ ਕੇ ਰੱਖ ਲਿਆ, ਪਰ ਮਨ ਨਹੀਂ ਵਿਕਾਰਾਂ ਤੋਂ ਬਚਾ ਸਕਿਆ। ਹੈ ਤਾਂ ਸੰਤ, ਮਨ ਵਿਕਾਰਾਂ 'ਚ ਜਾਂਦਾ ਹੈ। ਉਹ ਤੀਸਰੇ ਦਰਜੇ ਦਾ ਸੰਤ ਹੈ, ਕਬੀਰ ਸਾਹਿਬ ਕਹਿੰਦੇ। ਚੌਥੇ ਦਰਜੇ ਦਾ ਸੰਤ ਉਹ ਸਤੀ ਰੂਪ ਉਹ ਹੈ, ਚੌਥੀ ਸਤੀ ਦੀ ਤਰ੍ਹਾਂ ਸਮਝ ਲਓ। ਸਰੀਰ ਵੀ ਡੋਲਦਾ ਹੈ, ਮਨ ਵੀ ਡੋਲਦਾ ਹੈ, ਪਰ ਸਮਾਂ ਨਹੀਂ ਮਿਲਦਾ। ਲੋਕਾਂ ਦੀਆਂ ਅੱਖਾਂ ਦੇਖਦੀਆਂ ਨੇ, ਚੇਲੇ ਚਾਟੜੇ ਆਲੇ ਦੁਆਲੇ ਨੇ, ਇਕਾਂਤ ਸਮਾਂ ਨਹੀਂ ਮਿਲਦਾ ਵਿਸ਼ਾ ਭੋਗਣ ਨੂੰ। ਸਮਾਂ ਨਾ ਪ੍ਰਾਪਤ ਹੋਣ ਕਰਕੇ ਵਿਚਾਰਾਂ ਤੋਂ ਬਚ ਰਹਿੰਦਾ ਹੈ ਤਾਂ ਸੰਤ, ਕਿਉਂਕਿ ਬਚਿਆ ਰਿਹਾ, ਪਰ ਚੌਥੇ ਦਰਜੇ ਦਾ। ਇਸ ਕਰਕੇ ਕਬੀਰ ਸਾਹਿਬ ਜੀ ਨੇ ਇਹ ਸਾਰਾ ਉਹ ਸੰਤ ਦੇ ਬਾਰੇ, ਬਿਨ ਸਤ ਸਤੀ ਹੋਏ ਕੈਸੇ ਨਾਰ। ਪੰਡਿਤ ਦੇਖੋ ਰਹੇ, ਹੇ ਵਿਦਵਾਨੋ ਤੁਸੀਂ ਵਿਚਾਰ ਕੇ ਦੇਖੋ, ਇਸ ਤਰ੍ਹਾਂ ਦੇ 4 ਸੰਤ ਹੁੰਦੇ ਨੇ, 4 ਪ੍ਰਕਾਰ ਦੇ। ਪ੍ਰੀਤ ਬਿਨਾ ਕੈਸੇ ਵਧੈ ਸਨੇਹ, ਗੁਰੂ ਸਾਹਿਬ 'ਚ ਪ੍ਰੀਤੀ ਲਾਏ ਤੋਂ ਬਿਨਾ ਬਗੈਰ। ਪਰਮੇਸ਼ਰ ਵਿੱਚ ਜੇ ਗੁਰੂ ਨਾਲ ਪ੍ਰੀਤੀ ਨਹੀਂ ਤਾਂ ਰੱਬ ਨਾਲ ਕਿਵੇਂ ਲੱਗ ਜੂਗੀ ਪ੍ਰੀਤੀ? ਗੁਰੂ ਸਾਹਿਬ ਵਿੱਚ ਪ੍ਰੀਤ ਲਾਏ ਤੋਂ ਬਿਨਾ ਪਰਮੇਸ਼ਰ ਵਿੱਚ ਕੈਸੇ, ਕਿਸ ਪ੍ਰਕਾਰ ਸਨੇਹ ਪੈਰਾਂ ਉਹ ਵਧੇਗਾ, ਭਾਵ ਨਹੀਂ ਵਧੇਗਾ। ਇਸ ਕਰਕੇ ਵਾਹਿਗੁਰੂ 'ਚ ਪ੍ਰੀਤੀ ਲਾਏ ਤੋਂ ਬਗੈਰ ਤੇ ਕੈਸੇ ਕਿਸ ਪ੍ਰਕਾਰ ਸਨੇਹ, ਮੋਹ ਦਾ ਵੱਧ ਹੋਏਗਾ, ਨਾਸ ਕਿਵੇਂ ਹੋਏਗਾ? ਫਿਰ ਇਹ ਦੂਜੇ ਅਰਥ 'ਚ ਵੱਧੇ ਦਾ
ਨਾਸ ਕਰਨਾ ਹੋਏਗਾ। ਅਰਥ ਜਬ ਲਗ ਰਸ ਤਬ ਲਗ ਨਹੀਂ ਨੇਹ। ਜਿੰਨੀ ਦੇਰ ਤੱਕ ਜੀਵ ਨੂੰ ਰਸਾਂ ਕਸਾਂ ਦੇ ਵਿੱਚ ਰਸ ਆ ਰਿਹਾ ਹੈ, ਖਾਣ 'ਚ, ਪੀਣ 'ਚ, ਭੋਗਣ 'ਚ, ਸ਼ਬਦ ਸਪਰਸ ਰਸ ਗੰਧ ਵਿਸ਼ਿਆਂ 'ਚ ਫਸਿਆ ਹੋਇਆ ਹੈ, ਤਬ ਤੱਕ, ਉਨੀ ਦੇਰ ਤੱਕ, ਤਬ ਤਦ, ਉਦੋਂ ਤੱਕ ਪਰਮਾਤਮਾ ਦਾ ਪ੍ਰੇਮ ਨਹੀਂ ਹੋ ਸਕਦਾ ਹੈ। ਪਰਮਾਤਮਾ ਦੇ ਪ੍ਰੇਮ ਵਾਸਤੇ ਇਹ ਰਸ ਛੱਡਣੇ ਪੈਂਦੇ ਹਨ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਆ ਜੀ, ਸਾਹਨ ਸਤ ਕਰੈ ਜੀ ਆਪਣੇ। ਜਿਸ ਨੇ ਆਪਣੇ ਆਪਣੇ ਜੀ ਹਿਰਦੇ ਦੇ ਵਿੱਚ ਪਰਮੇਸ਼ਰ ਦੀ ਸਾਹਨ, ਇਹ ਜਿਹੜੀ ਹੈ ਸਾਹਨ ਸ਼ਾਹੂਕਾਰ ਦੇ ਘਰ ਵਾਲੀ ਸਾਹਨੀ ਸੀ ਨਾ, ਨੰਨੇ ਨੂੰ ਸਿਹਾਰੀ ਲੱਗੀ ਹੈ, ਉਹ ਕੌਣ ਹੈ? ਸਾਹਨੀ ਕੌਣ ਹੈ? ਮਾਇਆ। ਇਹ ਸ਼ਾਹੂਕਾਰ ਦੀ ਨਿਆਈ ਕੌਣ ਹੈ? ਪਰਮਾਤਮਾ। ਉਹਦੇ ਘਰ ਵਾਲੀ ਆ ਮਾਇਆ, ਏਕਾ ਮਾਈ ਜੁਗਤ ਵਿਆਈ। ਉਹਨੂੰ ਸਤ ਨਿਸ਼ਚੇ ਕਰੇ ਕਰ ਜਾਣਿਆ ਕਿ ਇਹ ਮਾਇਆ ਮੇਰੀ ਹੈ, ਮੈਂ ਹੀ ਵਰਤਣੀ ਹੈ ਰੱਬ ਦੀ। ਸਮਝ ਲਿਆ ਕਿ ਮੇਰੀ ਹੈ। ਸੋ ਰਮਈਏ ਕੋ ਮਿਲੈ ਨਾ ਸੁਪਨੈ। ਉਹ ਤਾਂ ਭਾਈ ਰਮਈਏ ਪਰਮਾਤਮਾ ਨੂੰ ਸੁਪਨੇ ਮਾਤਰ ਵੀ ਨਹੀਂ ਮਿਲ ਸਕਦਾ, ਕਦੇ ਵੀ ਨਹੀਂ ਮਿਲ ਸਕਦਾ ਹੈ। ਇਸ ਕਰਕੇ ਕਹਿੰਦੇ ਜਿਸ ਨੇ, ਇਸੇ ਦੇ ਅਰਥ ਇਹਦੇ ਵਿੱਚ, ਜਿਸ ਨੇ ਸਾਹ ਨਿਸਤ, ਸਾਹ ਮਾਇਆ ਨੂੰ ਨਿਸਤ ਨਾਸ ਰੂਪ ਕਰਕੇ ਮੰਨ ਲਿਆ। ਅੱਖਰਾਂ 'ਚ ਅਰਥ ਕਰਨ ਵਾਸਤੇ ਅੱਖਰ ਉਧਰ ਉਧਰ ਕਰੀਏ, ਪਾਠ ਉਵੇਂ ਹੀ ਕਰਨਾ ਜਿਵੇਂ ਦੱਸਿਆ, ਆਪਣੇ ਹਿਰਦੇ ਵਿੱਚ ਜਾਣਿਆ। ਸੋ ਉਹ ਰਮਈਏ ਪਰਮਾਤਮਾ ਨੂੰ ਮਿਲਦਾ, ਉਹ ਦੁਬਾਰਾ ਸੰਸਾਰ ਰੂਪੀ ਸੁਪਨੇ ਦੇ ਵਿੱਚ ਨਹੀਂ ਪਰਚਦਾ, ਨਹੀਂ ਲੱਗਦਾ। ਇਹ ਦੂਸਰਾ ਅਰਥ ਜਾਣਨਾ ਜੀ। ਤਨ ਮਨ ਧਨ ਗ੍ਰਹਿ ਸੌਪ ਸਰੀਰ। ਜਿਸ ਨੇ ਆਪਣਾ ਤਨ ਸੂਖਮ ਸਰੀਰ, ਇਹਦਾ ਅਭਿਮਾਨ, ਅਸਤੂਲ ਸਰੀਰ ਦਾ ਅਭਿਮਾਨ, ਤਨ ਪੁੱਤਰ ਆਦਿਕ, ਮਨ ਦਾ ਹੰਕਾਰ, ਮਨ ਦੀ ਮਨੌਤ, ਇਹ ਤਨ ਮਨ ਧਨ, ਧਨ ਦੌਲਤ, ਗ੍ਰਹਿ ਘਰ ਦੇ, ਸਰੀਰ ਅਸਤੂਲ ਸਰੀਰ ਵੀ, ਸਭ ਕੁਝ ਪਰਮੇਸ਼ਰ ਦੇ ਅੱਗੇ ਜਿਨ੍ਹਾਂ ਨੇ ਅਰਪਣ ਕਰ ਦਿੱਤਾ ਹੈ। ਸੋਈ ਸੁਹਾਗਨ ਕਹੈ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਥਨ ਕਰਦੇ ਨੇ, ਉਹੀ ਪਰਮੇਸ਼ਰ ਦੇ ਆਨੰਦ ਵਾਲੀ ਸੁਹਾਗਨ, ਸੁਹਾਗਵੰਤੀ ਮਹਾਤਮਾ ਰੂਪ ਸਤੀ ਹੈ, ਕਹਾਉਂਦੀ ਹੈ। ਗੌੜੀ ਕਬੀਰ ਜੀ। ਕਬੀਰ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਨੇ, ਵਿਖਿਆ ਵਿਆਪਿਆ ਸਗਲ ਸੰਸਾਰ। ਕਬੀਰ ਸਾਹਿਬ ਜੀ ਨਾ ਲੰਘੇ ਜਾਂਦੇ ਸੀ, ਇੱਕ ਤਮਾਕੂ ਪੀਂਦਾ ਸੀ, ਹੁੱਕੇ ਪੀਣ ਦਾ ਬੜਾ ਰਿਵਾਜ ਸੀ ਉਸ ਵੇਲੇ, ਚਿਲਮਾ ਪੀਂਦੇ ਲੋਕ, ਹੁਣ ਜਰਦੇ ਜੁਰਦੇ ਬਥੇਰਾ ਕੁਝ ਹੁਣ ਵੀ ਕਰਦੇ ਆ। ਉਹ ਕਬੀਰ ਨੇ ਦੇਖ ਲਿਆ, ਦੇਖ ਕੇ ਕਹਿੰਦੇ ਵੇਖਿਆ ਵਿਆਪਿਆ ਸਗਲ ਸੰਸਾਰ। ਦੇਖੋ ਭਾਈ, ਕਹਿੰਦੇ ਇਹ ਸਾਰਾ ਸੰਸਾਰ, ਦੁਬਾਰੇ ਬੋਲੋ ਜੀ, ਇਹ ਵਿਖਿਆ ਵਿਆਪਿਆ ਸਗਲ ਸੰਸਾਰ। ਇਹ ਭਾਈ ਸਗਲ ਸਾਰਾ ਸੰਸਾਰ, ਜਗਤ ਦੀ ਵਿਖਿਆ, ਜਗਤ ਜੂਠ ਤਮਾਕੂ ਦੇ ਵਿੱਚ ਵਿਆਪਿਆ ਲੱਗ ਗਿਆ। ਇਹ ਸਾਰੇ ਤਮਾਕੂ ਪੀਣ ਲੱਗ ਗਏ, ਸਾਰੇ ਸੰਸਾਰ ਦੇ ਵਿੱਚ ਕਿਤੇ ਨਾ ਕੋਈ ਤਮਾਕੂ ਪੀਂਦਾ ਹੀ ਨਜ਼ਰ ਆ ਰਿਹਾ ਹੈ। ਵਿਖਿਆ ਲੈ ਡੂਬੀ ਪਰਿਵਾਰ। ਇਹ ਵਿਖਿਆ ਤਮਾਕੂ ਪੀਣ ਦੀ ਆਦਤ ਪਰਿਵਾਰਾਂ ਦੇ ਪਰਿਵਾਰਾਂ ਨੂੰ ਲੈ ਕੇ ਨਰਕ ਵਿੱਚ ਡੁੱਬ ਗਈ ਹੈ। ਮਦਰਾ ਦਹਿਤਾ ਸਬਤ ਕੁਲ ਭਾਂਗ ਦਹਿ ਤਨ ਏਕ, ਜਗਤ ਜੂਠ ਸਤਿਗੁਰੇ ਨਿੰਦਾ ਦਹਿ ਅਨੇਕ। ਇਸ ਤਰ੍ਹਾਂ ਦੇ ਸਾਸ ਜੀ ਇਹ ਜਗਤ ਜੂਠ ਜਿਹੜੀ ਲੈ ਕੇ ਡੁੱਬ ਗਈ, ਸਾਰਿਆਂ ਨੂੰ, ਪਰਿਵਾਰਾਂ ਦੇ ਪਰਿਵਾਰ ਡੁੱਬ ਦਿੱਤੇ। ਕਿਉਂਕਿ ਤਮਾਕੂ ਪੀਣ ਵਾਲੇ ਨੂੰ ਐਸੀਆਂ ਬਿਮਾਰੀਆਂ ਲੱਗਦੀਆਂ ਨੇ, ਖੂਨ 'ਚ ਅੱਗੇ ਬੱਚਿਆਂ ਨੂੰ ਵੀ ਬਿਮਾਰੀਆਂ ਲੱਗਦੀਆਂ ਨੇ, ਸਾਰਿਆਂ ਨੂੰ ਡੋਬ ਲੈਂਦੀ ਹੈ। ਰੀ ਨਰ ਨਾਭ ਚੌੜ ਕਤ ਬੂੜੀ। ਨਰ ਹੈ ਪੁਰਸ਼ਾ ਚੌੜ, ਇੱਥੇ ਚੌੜ ਚਪਟੂਆ, ਇਹ ਦੂਰੀ ਬੋਲੀ ਆ ਪੰਜਾਬੀ। ਚੌੜ ਚਪਟੂਆ ਤੂੰ ਆਪਣੀ ਬੁੱਧੀ ਨੂੰ, ਬੁੱਧੀ ਰੂਪ ਨਾਭ ਨੌਕਾ ਨੂੰ, ਬੇੜੀ ਨੂੰ ਕਤ ਕਿੱਥੇ, ਕਹਿੰਦਾ ਰੜੇ ਮੈਦਾਨ 'ਚ ਡੋਬ ਬੈਠਾ ਤੂੰ ਤਾਂ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਤਮਾਕੂ ਪੀ ਜਾਂਦਾ, ਹਰ ਸਿਉ ਤੋੜ ਵਿਖਿਆ ਸੰਗ ਜੋੜੀ। ਹਰੀ ਪਰਮੇਸ਼ਰ ਨਾਲੋਂ ਤਾਂ ਪ੍ਰੀਤੀ ਤੋੜ ਲਈ ਹੈ। ਇਹ ਜਗਤ ਜੂਠ ਤਮਾਕੂ ਦੇ ਨਾਲ ਤੇਰੀ ਪ੍ਰੀਤੀ ਬੜੀ ਸੋਹਣੀ ਲੱਗੀ ਹੈ, ਬੈਠਾ ਚਿਲਮਾ ਪੀ ਜਾਂਦਾ, ਹੁੱਕੇ ਪੀਨਾ, ਜਰਦੇ ਖਾਨਾ ਹੈ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ, ਸੁਰ ਨਰ ਦਾਦੇ ਲਾਗੀ ਆਗ। ਸੁਰ ਦੇਵਤੇ ਕਹਾਉਣ ਵਾਲੇ ਕੌਣ? ਬ੍ਰਾਹਮਣ। ਬ੍ਰਾਹਮਣ ਦੇਵਤਾ ਨਹੀਂ ਕਹਿੰਦੇ, ਬ੍ਰਾਹਮਣ ਦੇਵਤਾ। ਸੁਰ ਦਾ ਅਰਥ ਦੇਵਤੇ, ਦੇਵਤੇ ਕਹਾਉਣ ਵਾਲੇ ਬ੍ਰਾਹਮਣ, ਉਹ ਵੀ ਚਲਮਾ ਪੀਂਦੇ ਆ, ਉਹ ਵੀ ਤਮਾਕੂ ਵਰਤਦੇ ਆ। ਨਰ ਯੋਧਾ ਬਹਾਦਰ ਬੜੇ ਬੜੇ ਛਤਰੀ, ਉਹ ਵੀ ਤਮਾਕੂ ਪੀਣ ਲੱਗੇ, ਕਬੀਰ ਜੀ ਕਹਿੰਦੇ। ਇਸ ਕਰਕੇ ਇਹ ਫਿਰ ਲੱਗੀ ਹੋਈ ਅੱਗ ਸਾਰਿਆਂ ਨੂੰ ਦਗਧ ਕਰ ਰਹੀ ਹੈ। ਲੱਗੀ ਹੋਈ ਅੱਗ ਜਿਹੜੀ ਨਸ਼ੇ ਖਾਣ ਦੀ, ਇਹ ਕੁਸੰਗਤ ਤੋਂ ਬਚਣ ਵਾਸਤੇ ਫਿਰ ਕੀ ਹੈ, ਉਹ ਤਾਂ ਫਿਰ ਅੱਗੇ ਦੱਸਣਗੇ। ਇਹ ਅੱਗ ਸਾਰਿਆਂ ਨੂੰ ਲੱਗੀ, ਤਮਾਕੂ ਆਦ ਨਸ਼ੇ ਸਾਰੇ ਵਰਤਣ ਲੱਗ ਗਏ ਹਨ। ਨਿਕਟ ਨੀਰ ਪਸ ਪੀਬਸ ਨਾ ਝਾਗ। ਇਹਦੀ ਕੁਸੰਗਤ ਤੋਂ ਬਚਣ ਵਾਸਤੇ ਨਿਕਟ ਨੇੜੇ ਹੀ ਕੀ ਹੈ? ਸਾਧ ਸੰਗਤ।
ਸਾਧ ਸੰਗ ਵਿੱਚ ਨਾਮ ਰੂਪੀ ਨਿਰਮਲ ਨੀਰ ਪਾਣੀ ਹੈ। ਜਿੱਥੇ ਪਾਣੀ ਹੋਵੇ ਅੱਗ ਦਾ ਖਤਰਾ ਨਹੀਂ ਹੁੰਦਾ। ਪਰ ਇਹ ਜੀਵ ਪਸ਼ੂ ਪੁਣੇ ਕਰਕੇ, ਉਹ ਪਸ਼ੂ ਪੁਣੇ ਵਾਲੇ ਸੁਭਾਅ ਵਿੱਚ ਲੱਗਾ ਹੋਇਆ ਹੋਣ ਕਰਕੇ ਜਗਤ ਝੂਠ ਰੂਪ ਬੂਰ ਨੂੰ ਝਾਂਗ ਲੰਘ ਕੇ ਨਾਮ ਰੂਪੀ ਜਲ ਨਹੀਂ ਪੀਵਸ ਪੀਂਦਾ। ਇਹ ਨਸ਼ੇ ਵਰਦਾ ਹੈ। ਇਹ ਪਾਣੀ ਨਿਕਲਦਾ ਕਿਵੇਂ ਆਖੇ ਕਬੀਰ ਸਾਹਿਬ ਜੀ ਦੱਸਦੇ ਨੇ। ਚੇਤਤ ਚੇਤਤ ਨਿਕਸਿਓ ਨੀਰ। ਜਿੱਥੇ ਪਰਮੇਸ਼ਰ ਨੂੰ ਸਤ ਸੰਗਤ ਵਿੱਚ ਚੇਤਤ ਚੇਤੇ ਕਰਦੀ ਆ ਸਤ ਸੰਗਤ, ਉੱਥੇ ਚੇਤਤ ਚਿਤਵਨੀ ਕਰਦਿਆਂ ਪਰਮੇਸ਼ਰ ਦੇ ਨਾਮ ਰੂਪੀ ਨੀਰ ਜਲ ਨਿਕਸਿਓ ਨਿਕਲ ਆਉਂਦਾ। ਜਿਵੇਂ ਧਰਤੀ ਖੋਦਦਿਆਂ ਪਾਣੀ ਨਹੀਂ ਨਿਕਲ ਆਉਂਦਾ ਪਤਾ ਧਰਤੀ ਚੋਂ, ਇਸੇ ਤਰ੍ਹਾਂ ਨਾਮ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਅੰਦਰੋਂ ਹੀ ਨਿਕਲ ਆਉਂਦਾ ਫਿਰ ਨਾਮ। ਸੋ ਜਲ ਨਿਰਮਲ ਕਥਤ ਕਬੀਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਅਸੀਂ ਸੋ ਉਹ ਜਲ ਪਾਣੀ ਨੂੰ ਨਿਰਮਲ ਉਜਲ ਕਹਿੰਦੇ ਹਾਂ ਕਿ ਉਹ ਹੈ ਨਾਮ ਰੂਪੀ ਜਲ ਜਿਹੜਾ ਉਹ ਹੈ ਉਜਲ ਕਰਨ ਵਾਲਾ, ਪਾਪਾਂ ਦੀ ਮੈਲ ਲਾਉਂਦਾ ਹੈ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ। ਇਹ ਉਜਲ ਹੋਣਾ ਇਹਦੇ ਇਸ ਤਰੀਕੇ ਨਾਲ ਉਜਲ ਹੋਈਦਾ ਹੈ। ਇਹ ਦੱਸਿਆ ਹੈ ਇਸੇ ਪ੍ਰਕਾਰ ਜੇ ਵਿਖਿਆ ਵਿਆਪਿਆ ਸਗਲ ਸੰਸਾਰ। ਸਾਰਾ ਸੰਸਾਰ ਜਗਤ ਦੀ ਵਿਖਿਆ ਕੀ ਹੈ? ਵਿਸ਼ਿਆਂ ਦੇ ਵਿੱਚ ਅਵਿਦਿਆ ਰੂਪੀ ਇਹ ਮਾਇਆ ਵਿੱਚ ਵਿਆਪਿਆ ਲੱਗਾ ਹੋਇਆ ਹੈ। ਵਿਖਿਆ ਲੈ ਡੂਬੀ ਪਰਵਾਰ। ਇਹ ਵਿਖਿਆ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਜਿਹੜੇ ਵਿਸ਼ੇ ਨੇ, ਇਹ ਅਵਿਦਿਆ ਰੂਪੀ ਮਾਇਆ ਨੇ ਆਪਣੀ ਔਸਰੀ ਸੰਪਦਾ ਰੂਪੀ ਪਰਿਵਾਰ ਨੂੰ ਲੈ ਕਰਕੇ ਜੀਵਨ ਨੂੰ ਪਦਾਰਥਾਂ ਰੂਪੀ ਜਲ ਇਹਦੇ ਵਿੱਚ ਡੋਬ ਦਿੱਤਾ ਹੈ। ਸੰਸਾਰ ਸਮੁੰਦਰ 'ਚ ਡੁਬੋ ਦਿੱਤਾ ਹੈ, ਸਾਰਿਆਂ ਨੂੰ ਡੁਬੋ ਹੀ ਜਾਂਦੀ ਹੈ। ਰੇ ਨਰ ਨਾਵ ਚੌੜਕਤ ਬੂੜੀ। ਹੇ ਨਰ ਮਨੁੱਖ, ਤੂੰ ਆਪਣੀ ਬੁੱਧੀ ਰੂਪ ਬਿਰਤੀ ਰੂਪ ਨਾਵ ਨੌਕਾ ਬੇੜੀ ਕਤ ਕਿਉਂ ਚੌੜ ਰੜੇ ਮੈਦਾਨ ਦੇ ਵਿੱਚ ਪਾਣੀ ਤੋਂ ਬਿਨਾਂ ਡੁੱਬ ਕੇ ਮਰ ਰਿਹਾ ਤੂੰ। ਇਹ ਬੇੜੀ ਡੋਬ ਦਿੱਤੀ ਹੈ ਤੈਂ, ਇਹ ਵਿਸ਼ਿਆਂ ਦੇ ਜਲ ਵਿੱਚ ਡੋਬ ਦਿੱਤੀ ਹੈ। ਇਹ ਬੁੱਧੀ ਰੂਪ ਬੇੜੀ ਤੈਂ। ਹਰ ਸਿਓ ਤੋੜ ਵਿਖਿਆ ਸੰਗ ਜੋੜੀ। ਤੂੰ ਆਪਣੇ ਚਿੱਤ ਦੀ ਬਿਰਤੀ ਹਰੀ ਪਰਮੇਸ਼ਰ ਦੇ ਨਾਲੋਂ ਤਾਂ ਤੋੜ ਲਈ ਹੈ, ਵਿਸ਼ੇ ਵਿਕਾਰਾਂ ਵਿੱਚ ਜੋੜ ਲਈ ਹੈ। ਇਹੀ ਤੇਰੀ ਬੇੜੀ ਡੁੱਬੀ ਹੋਈ ਹੈ ਜੀਵਨ ਦੇ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ, ਸੁਰ ਨਰ ਦਾਦੇ ਲਾਗੀ ਆਗ। ਸੁਰ ਦੇਵਤੇ ਨਰ ਪੁਰਸ਼, ਸੁਰ ਦੇਵਤਿਆਂ ਦੇ ਵਿੱਚ ਇੰਦਰ, ਉਹ ਵੀ ਸਾੜ ਦਿੱਤਾ ਇਸ ਕਾਮ ਦੀ ਅਗਨੀ ਨੇ। ਗੌਤਮ ਦੇ ਘਰ ਆ ਕੇ ਅਹਲਿਆ ਨਾਲ ਸੰਬੰਧ ਬਣਾਇਆ। ਸਹਿਜ ਸਰੀਰ ਚ ਹਿਨ ਪਗ ਹੋਏ ਤਾਂ ਮਨ ਪਛੋਤਾਇਆ। ਇਸ ਕਰਕੇ ਨਰ ਮਨੁੱਖ ਰਾਵਣ ਵਰਗਿਆਂ ਦਾ ਮਨ ਜਾਇਆ ਸੀਤਾ ਦੇ ਉੱਤੇ, ਗਰਕ ਹੋ ਗਿਆ, ਸਾਰੀ ਲੰਕਾ ਭਸਮ ਹੋ ਗਈ। ਮਨੁੱਖਾਂ ਨੂੰ ਵੀ ਇਹ ਮਾਇਆ ਦੀ ਅੱਗ ਲੱਗੀ ਹੋਈ ਹੈ। ਇਹ ਅਗਨੀ ਵਿੱਚ ਦਾਦੇ ਸੜ ਰਹੇ ਹਨ ਸਾਰੇ ਜੀਵ। ਨਿਕਟ ਨੀਰ ਪਸ ਪੀਵਸ ਨਾ ਝਾਗ। ਕਹਿੰਦੇ ਬਚਾਅ ਵੀ ਹੋ ਸਕਦਾ ਹੈ। ਇਹਨਾਂ ਦੇ ਨਿਕਟ ਨੇੜੇ ਸਾਧ ਸੰਗਤ ਵਿੱਚ ਸਿਮਰਨ ਭਜਨ ਰੂਪੀ ਨੀਰ ਜਲ ਹੈ, ਪਰ ਇਹ ਪਸ਼ੂ ਸੁਭਾਅ ਹੋਣ ਕਰਕੇ ਭਰਮਾਂ ਵੱਲੋਂ, ਵਿਸ਼ਿਆਂ ਵੱਲੋਂ, ਮਾਇਆ ਵੱਲੋਂ ਝਾਗ ਲੰਘ ਕੇ ਸਿਮਰਨ ਭਜਨ ਨਾਮ ਵੀ ਪਾਣੀ ਨੂੰ ਨਹੀਂ ਪੀਂਦਾ ਨਹੀਂ ਹੈ। ਚੇਤਤ ਚੇਤਤ ਨਿਕਸਿਓ ਨੀਰ। ਮਨ ਕਰਕੇ ਚੇਤਤ ਚੇਤੇ ਕਰਦਿਆਂ ਜਾਂ ਫਿਰ ਚੇਤਤ ਦੋ ਵਾਰ ਹੈ। ਮਨ ਕਰਕੇ ਚੇਤਤ ਚੇਤੇ ਕਰਦਿਆਂ, ਬਾਣੀ ਕਰਕੇ ਚੇਤਤ ਚੇਤੇ ਕਰਦਿਆਂ ਪਰਮਾਤਮਾ ਦਾ ਇਹ ਜਿਹੜਾ ਆਨੰਦ ਰੂਪ, ਪਰਮਾਤਮਾ ਦਾ ਆਨੰਦ ਰੂਪ ਨੀਰ ਪਾਣੀ ਨਿਕਸੋ ਨਿਕਲਦਾ, ਭਾਵ ਆਨੰਦ ਪ੍ਰਗਟ ਹੋ ਜਾਂਦਾ ਹੈ। ਸੋ ਜਲ ਨਿਰਮਲ ਕਥਤ ਕਬੀਰ। ਕਹਿੰਦੇ ਭਾਈ ਮੈਨੂੰ ਪ੍ਰਗਟ ਹੋਇਆ, ਤੁਹਾਨੂੰ ਵੀ ਪ੍ਰਗਟ ਹੋਊਗਾ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਅਸੀਂ ਸੋ ਉਹ ਆਨੰਦ ਰੂਪੀ ਜਲ ਪਾਣੀ ਨੂੰ ਨਿਰਮਲ ਉਜਲ ਸੁਧ ਕਹਿੰਦੇ ਹਾਂ ਕਿ ਇਹ ਸੁਧ ਹੈ। ਇੱਥੇ ਸਾਧ ਸੰਗਤ ਜੀ ਅੱਜ ਦੀ ਸਮਾਪਤੀ ਹੁੰਦੀ ਹੈ। ਕਬੀਰ ਸਾਹਿਬ ਜੀ ਦੇ ਪਾਵਨ ਬਚਨ ਜਿਹੜੇ ਨੇ ਬੜੇ ਗਹਿਰੇ ਨੇ, ਇਸ ਕਰਕੇ ਸਹਿਜ ਭਾਵ ਦੇ ਨਾਲ ਭਗਤ ਬਾਣੀ ਦੇ ਵਿੱਚ ਇਸ ਤਰ੍ਹਾਂ ਹੀ ਰਹੇਗਾ। ਗੁਰੂ ਕਿਰਪਾ ਕਰੇ। ਆਓ ਸਮਾਂ ਹੋਇਆ, ਇੱਥੇ ਸਮਾਪਤੀ ਹੈ ਜੀ। ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।